ਧੰਨਵਾਦ ਤੁਹਾਡਾ ਇਸ ਸਮਾਗਮ ਨੂੰ ਜਥੇਬੰਦ ਕਰਨ ਦਾ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ। ਮੈਂ ਆਪ ਦੇ ਇਸ ਉਦਮ ਦੀ ਕਾਫੀ ਸ਼ਲਾਘਾ ਕਰਦਾ ਹਾਂ ਕਿ ਆਪ ਜੀ ਨੇ ਇਸ ਕਿਸਮ ਦਾ ਇੱਕ ਜੋ ਕੋਸ਼ਿਸ਼ ਕੀਤੀ ਹੈ ਕਿ ਇਸ ਮਸਲੇ ਨੂੰ ਸਮਝਿਆ ਜਾਵੇ ਅਤੇ ਉਹਦੇ ਤੇ ਆਪਣੀ ਸਮਝ ਜਿਹੜੀ ਉਹਨੂੰ ਪੱਕੀ ਕਰਦਿਆਂ ਹੋਇਆਂ ਆਪਣੀ ਗੱਲਬਾਤ ਕਰੀਏ। ਮੈਂ ਆਪ ਜੀ ਦਾ ਬਹੁਤ ਹੀ ਧੰਨਵਾਦੀ ਵੀ ਹਾਂ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਬੋਲਣ ਦਾ ਮੌਕਾ ਦੇ ਰਹੇ ਜੇ। ਤੇ ਇਹ ਕੰਮ ਜੋ ਆਪ ਕਰ ਰਹੇ ਹੋ ਇਹ ਸਰਬੱਤ ਦੇ ਭਲੇ ਦਾ ਨਹੀਂ, ਸਗੋਂ ਸੂਝਵਾਨ ਲੋਕਾਂ ਦਾ ਫਰਜ਼ ਵੀ ਹੈ ਕਿ ਇਸ ਇਤਿਹਾਸਕ ਮੌਕੇ ਉੱਤੇ ਕਿਰਤ ਕਰਨ ਵਾਲਿਆਂ, ਖਾਸ ਕਰਕੇ ਅੰਨਦਾਤਾ ਜੋ ਹੈ ਉਹਦੇ ਨਾਲ ਖੜੀਏ ਔਰ ਇਸ ਮਹਾਨ ਲਹਿਰ ਨੂੰ ਕਾਮਯਾਬ ਕਰਨ ਦਾ ਇੱਕ ਹਿੱਸਾ ਬਣ ਸਕੀਏ। ਮੈਂ ਜਿਹੜੀ ਆਪਣੀ ਗੱਲਬਾਤ ਹੈ ਦੋ ਹਿੱਸਿਆਂ 'ਚ ਕਰਨੀ ਚਾਹਾਂਗਾ। ਪਹਿਲੇ ਹਿੱਸੇ ਦੇ ਵਿੱਚ ਮੈਂ ਜਿਹੜੇ ਇਹ ਕਾਨੂੰਨ, 3 ਕਾਨੂੰਨ ਜਿਹੜੇ ਬਣੇ ਨੇ, ਉਹਦੇ ਨਾਲ 2 ਬਿੱਲ ਨੇ ਜਿਹੜੇ ਪਾਈਪਲਾਈਨ 'ਚ, ਇੱਕ ਆਰਡੀਨੈਂਸ ਹੈ, ਉਹਦੀ ਗੱਲ ਕਰਾਂਗਾ ਔਰ ਜਿਸ ਤਰ੍ਹਾਂ ਇਹ ਬਿੱਲ ਪਾਸ ਕੀਤੇ ਨੇ, ਕਿਵੇਂ ਲੋਕਾਂ ਦੇ ਸਿਰ ਮੜੇ ਗਏ ਨੇ, ਉਹਦੀ ਗੱਲ ਕਰਾਂਗਾ। ਦੂਸਰੇ ਹਿੱਸੇ ਵਿੱਚ ਮੈਂ ਕੁਝ ਗੱਲਾਂ ਇਸ ਜੋ ਲਹਿਰ ਚੱਲ ਰਹੀ ਹੈ ਇਸ ਮੌਕੇ 'ਤੇ ਉਹਦੇ ਬਾਰੇ ਕਰਨੀਆਂ ਚਾਹਾਂਗਾ, ਸਾਂਝੀਆਂ ਆਪਣੇ ਵਿਚਾਰ ਆਪ ਦੇ ਨਾਲ ਸਾਂਝੇ ਕਰਨਾ ਚਾਹਾਂਗਾ। ਮੈਂ ਆਪਣੀ ਗੱਲ ਜਿਹੜੀ ਹੈ ਉਹ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ 5 ਜੂਨ ਨੂੰ ਭਾਰਤ ਸਰਕਾਰ ਨੇ 3 ਆਰਡੀਨੈਂਸ ਜਾਰੀ ਕੀਤੇ। ਇਹ 3 ਜੋ ਆਰਡੀਨੈਂਸ ਨੇ ਉਹ ਕੋਵਿਡ ਦੇ ਟਾਈਮ 'ਤੇ, ਮਹਾਮਾਰੀ ਦੇ ਟਾਈਮ 'ਤੇ, ਜਦੋਂ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਬਾਹਰ ਨਹੀਂ ਆਉਣਾ, ਅੰਦਰ ਰਹਿਣਾ, ਉਸ ਮੌਕੇ 'ਤੇ ਜਾਰੀ ਕੀਤੇ। ਆਰਡੀਨੈਂਸ ਆਮ ਤੌਰ 'ਤੇ ਐਮਰਜੈਂਸੀ ਦੇ ਮੌਕੇ 'ਤੇ ਜਾਰੀ ਕੀਤੇ ਜਾਂਦੇ ਨੇ, ਜਦੋਂ ਕੋਈ ਐਮਰਜੈਂਟ ਪ੍ਰੋਬਲਮ ਆ ਜਾਏ ਤਾਂ ਉਦੋਂ ਜਾਰੀ ਕੀਤੇ ਜਾਂਦੇ। ਪਾਰਲੀਮੈਂਟ ਜਿਹੜੀ ਹੈ ਉਹ ਸੈਸ਼ਨ ਵਿੱਚ ਨਾ ਹੋਵੇ ਤੇ ਤਾਂ ਹੀ ਜਾਰੀ ਕੀਤੇ ਜਾਂਦੇ ਨੇ। ਤੇ ਇਹ ਆਰਡੀਨੈਂਸ ਨੂੰ ਜਾਰੀ ਕਰਨ ਵਾਸਤੇ ਕੋਈ ਇਸ ਤਰ੍ਹਾਂ ਦੀ ਐਮਰਜੈਂਟ ਸਿਚੁਏਸ਼ਨ ਨਹੀਂ ਸੀ ਜਿਹੜੀ ਕਿ ਹੁੰਦੀ ਕਿ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰੋ ਜਿਹੜੇ ਲੋਕਾਂ ਨੂੰ ਐਕਸੈਪਟੇਬਲ ਨਾ ਹੋਣ। ਇਹਨਾਂ 3 ਆਰਡੀਨੈਂਸ ਦੇ ਵਿੱਚ ਜਿਹਦੇ ਤੇ ਘੱਟ ਗੱਲ ਕੀਤੀ ਜਾਂਦੀ, ਸਭ ਤੋਂ ਮੈਂ ਉਹਦੇ ਬਾਰੇ ਪਹਿਲਾਂ ਗੱਲ ਕਰਨੀ ਚਾਹਾਂਗਾ। ਪਹਿਲਾ ਆਰਡੀਨੈਂਸ ਜਿਹੜਾ ਸੀਗਾ ਉਹ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ 2020 ਇਹਨਾਂ ਨੇ ਪਾਸ ਕੀਤਾ। ਦੂਜਾ ਜੋ ਆਰਡੀਨੈਂਸ ਸੀਗਾ ਉਹਦਾ ਨਾਮ ਸੀਗਾ The Farmers Produce Trade Promotion and Facilitation Ordinance 2020 और तीसरा ऑर्डिनेंस सीगा Empowerment and Protection, the Farmers Empowerment Protection Agreement and Price Assurance and Farm Services ऑर्ਡੀਨੈਂਸ 2020। ਸੋ ਇਹ 3 ਜਿਹੜੇ ਆਰਡੀਨੈਂਸ ਜਾਰੀ ਕੀਤੇ ਗਏ ਇਹ ਇੱਕ ਨਵੀਂ ਸਮਝ ਖੇਤੀਬਾੜੀ ਬਾਰੇ ਪੇਸ਼ ਕਰਦੇ ਨੇ ਔਰ ਇਹਦੀਆਂ ਬੜੀਆਂ ਫਾਰ ਰੀਚਿੰਗ ਐਗਰੀਕਲਚਰ ਦੇ ਵਿੱਚ ਔਰ ਸਾਡੀ ਇਕੋਨਮੀ ਦੇ ਵਿੱਚ, ਨੀਤੀ ਵਿੱਚ ਤਬਦੀਲੀਆਂ ਹੋਣੀਆਂ ਨੇ। ਤੋ ਇਹ ਐਕਟ ਜਿਹੜੇ ਨੇ, ਇੱਕ ਹੁੰਦਾ ਨੀਤੀ ਸਰਕਾਰ ਬਣਾਉਂਦੀ ਹੈ, ਸਰਕਾਰ ਨੂੰ ਤਾਂ ਰਾਈਟ ਹੈ ਨੀਤੀ ਬਣਾਏ, ਕਿਸ ਤਰ੍ਹਾਂ ਦਾ ਵਿਕਾਸ ਕਰਨਾ ਆਰਥਿਕਤਾ ਵਿੱਚ, ਉਹਦੀ ਡਿਊਟੀ ਵੀ ਹੈ ਔਰ ਉਹਦਾ ਪ੍ਰਿਵਿਲੇਜ ਵੀ ਹੈ ਕਿ ਕਿਸੇ ਸਮੱਸਿਆ ਨੂੰ ਕਿਵੇਂ ਸਮਝਦੀ ਹੈ, ਉਹਨੂੰ ਕਿਵੇਂ ਨਜਿੱਠਣਾ ਹੈ। ਔਰ ਸਾਨੂੰ ਪਤਾ ਹੈ ਕਿ ਖੇਤੀਬਾੜੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ। ਖੇਤੀ ਪਿਛਲੇ 20-25 ਸਾਲ ਤੋਂ ਇੱਕ ਘੋਰ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਉਹਨੂੰ ਠੀਕ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਵੀ ਹੈ ਔਰ ਬਹੁਤ ਸਾਰੇ ਲੋਕ ਜੋ ਖੇਤੀਬਾੜੀ ਕਰਦੇ ਆ ਉਹਨਾਂ ਦੀ ਸਹਿਮਤੀ ਹੋਣਾ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ। ਸੋ ਜੇ ਪਹਿਲੇ ਆਰਡੀਨੈਂਸ ਦੀ ਗੱਲ ਕਰੀਏ ਜਿਹੜਾ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਆਰਡੀਨੈਂਸ ਜਾਰੀ ਕੀਤਾ, ਤੇ ਇਹਨਾਂ ਜਿਹੜੇ ਆਰਡੀਨੈਂਸ 5 ਜੂਨ ਨੂੰ ਜਾਰੀ ਕੀਤੇ ਸੀਗੇ, ਬਾਅਦ ਵਿੱਚ ਇਹਨਾਂ ਨੂੰ ਬਿੱਲਾਂ 'ਚ ਕਨਵਰਟ ਕਰਤਾ। ਬਿੱਲਾਂ ਤੋਂ ਬਾਅਦ ਇਹਨਾਂ ਨੂੰ ਪਾਰਲੀਮੈਂਟ 'ਚ ਪਾਸ ਕਰਵਾ ਲਿਆ ਗਿਆ
ਪਾਸ ਕਰਾਉਂਦਿਆਂ ਸਮਿਆਂ ਇਹ 'ਤੇ ਲੋੜੀਂਦੀ ਬਹਿਸ ਨਹੀਂ ਕੀਤੀ ਗਈ। ਖਾਸ ਕਰਕੇ ਰਾਜ ਸਭਾ ਦੇ ਵਿੱਚ ਜਦੋਂ ਕਿਹਾ ਗਿਆ ਕਿ ਇੱਥੇ ਵੋਟਿੰਗ ਕਰਾਈ ਜੇ, ਵੋਟਿੰਗ ਨਹੀਂ ਕਰਾਈ ਗਈ। ਇਹ ਕਿਹਾ ਗਿਆ ਕਿ ਇਹਨੂੰ ਸਿਲੈਕਟ ਕਮੇਟੀ ਦੇ ਵਿੱਚ ਦੇ ਕੇ ਤੇ ਇਹਨਾਂ ਆਰਡੀਨੈਂਸ 'ਤੇ ਵਿਚਾਰ ਕਰ ਲਿਆ ਜਾਏ, ਉਹ ਨਹੀਂ ਕੀਤਾ ਗਿਆ। ਤੋ ਧੱਕੇ ਨਾਲ ਇਹਨਾਂ ਨੂੰ ਪਾਸ ਕਰਕੇ ਬੜੀ ਕਾਹਲ ਦੇ ਵਿੱਚ ਰਾਸ਼ਟਰਪਤੀ ਤੋਂ ਸਾਂਝ ਕਰਕੇ ਇਮੀਡੀਏਟਲੀ ਮੁਲਕ ਦੇ ਵਿੱਚ ਲਾਗੂ ਕਰ ਦਿੱਤੇ ਗਏ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਜਿਵੇਂ ਇੱਕ ਐਮਰਜੈਂਟ ਸਿਚੁਏਸ਼ਨ ਨੂੰ ਡੀਲ ਕਰ ਰਹੇ ਸੀਗੇ, ਜਦ ਕਿ ਐਮਰਜੈਂਟ ਸਿਚੁਏਸ਼ਨ ਤੇ ਕੋਵਿਡ ਵਾਲੀ ਸੀਗੀ। ਖੇਤੀ ਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਦੇ ਐਕਟ ਜਿਹੜੇ ਇੰਨੀ ਕਾਹਲ ਵਿੱਚ ਬਣਾਉਣ ਦੀ ਬਜਾਏ ਲੋਕਾਂ ਨਾਲ ਗੱਲਬਾਤ ਸਹਿਮਤੀ ਕਰਨੀ ਬਹੁਤ ਜ਼ਰੂਰੀ ਸੀ। ਸੋ ਜੇ ਮੈਂ ਪਹਿਲੇ ਐਕਟ ਦੀ ਗੱਲ ਕਰਾਂ ਤਾਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਅਸੈਂਸ਼ੀਅਲ ਸਰਵਿਸ ਕਮੋਡਿਟੀਜ਼ ਐਕਟ 1955, ਜਿਹਨੂੰ ਇਹਨਾਂ ਨੇ ਆਰਡੀਨੈਂਸ ਨਾਲ ਅਮੈਂਡ ਕੀਤਾ, ਫਿਰ ਇਹਨੂੰ ਐਕਟ ਦੀ ਸ਼ਕਲ ਦੇ ਵਿੱਚ ਪਾਸ ਕੀਤਾ। ਇਹਦਾ ਪਰਪਸ ਕੀ ਸੀਗਾ ਜਦੋਂ 1955 'ਚ ਪਾਸ ਕੀਤਾ? 55 ਦੇ ਵਿੱਚ ਜਦੋਂ ਪਾਸ ਕੀਤਾ ਉਦੋਂ ਸਾਡੇ ਮੁਲਕ ਦੇ ਵਿੱਚ ਅਨਾਜ ਦੀ ਬੜੀ ਘੋਰ ਸਮੱਸਿਆ ਸੀ, ਘਾਟ ਸੀਗੀ। ਤੇ ਇਹ ਐਕਟ ਇਸ ਕਰਕੇ ਪਾਸ ਕੀਤਾ ਸੀਗਾ ਕਿ ਮੁਲਕ ਦੇ ਵਿੱਚ ਅਨਾਜ ਦੇ ਮਾਮਲੇ ਵਿੱਚ ਜ਼ਖੀਰਾਬੰਦੀ, ਜ਼ਖੀਰਾ ਲੋਕ ਉਹਨੂੰ ਆਪਣੇ ਘਰਾਂ 'ਚ ਜਾਂ ਦੁਕਾਨਾਂ ਦੇ ਵਿੱਚ, ਗੋਦਾਮਾਂ ਵਿੱਚ ਸਟੋਰ ਨਾ ਕਰ ਲੈਣ, ਔਰ ਸਟੋਰ ਕਰਕੇ ਲੋਕਾਂ ਤੋਂ ਵੱਧ ਕੀਮਤ ਨਾ ਚਾਰਜ ਕਰਨ, ਔਰ ਤਾਂ ਕਿ ਲੋਕਾਂ ਨੂੰ ਅਨਾਜ ਵਗੈਰਾ ਜਿਹੜਾ ਸਮਾਨ ਹੈ, ਖਾਣ ਪੀਣ ਦਾ ਸਮਾਨ ਜਿਹੜਾ ਹੈ ਉਹ ਠੀਕ ਭਾਅ 'ਤੇ, ਫੇਅਰ ਪ੍ਰਾਈਸ 'ਤੇ ਦਿੱਤਾ ਜਾਵੇ। ਤਾਂ ਇਹ ਕਾਨੂੰਨ ਪਾਸ ਕੀਤਾ ਗਿਆ ਸੀਗਾ। ਤੇ ਇਹਦੇ ਜਦੋਂ ਕਾਨੂੰਨ ਪਾਸ ਕੀਤਾ ਤੇ ਇਹਦੇ ਵਿੱਚ ਉਹਨਾਂ ਨੇ ਖਾਦ ਪਦਾਰਥ ਦਾ ਵਰਡ ਯੂਜ਼ ਕੀਤਾ, ਫੂਡ ਸਟਫਸ। ਅੰਗਰੇਜ਼ੀ ਵਿੱਚ ਉਹਨਾਂ ਨੇ ਲਿਖਿਆ ਕਿ ਫੂਡ ਸਟਫ ਜਿਹੜੇ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਤੇ ਇਹ ਕਿਹਾ ਗਿਆ ਕਿ it was passed in the interest of general public for control of production, supply and distribution of trade and commerce in certain commodities. ਫਿਰ ਉਹਨਾਂ ਡੈਫੀਨੇਸ਼ਨ ਦੇ ਵਿੱਚ ਜਿਹੜੀਆਂ ਕਰਾਪਸ ਸ਼ਾਮਲ ਕੀਤੀਆਂ। The crops include crops of sugarcane, B2B ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਿ essential commodities declaration act, for purposes of this act, essential commodities means a commodity specified in the schedule, ਜਿਹੜੀ ਕਿ ਗਵਰਨਮੈਂਟ ਸ਼ਡਿਊਲ ਦੇ ਵਿੱਚ ਦੇਗੀ। ਦੂਏ ਵਿੱਚ ਉਹਨਾਂ ਨੇ ਕਿਹਾ ਕਿ subject to the provision of subsection 4, central government, if it is satisfied that it is necessary so to do in public interest and for reason to be specified in the notification, public notification in the official gazette and around schedule, so as A, to add a commodity to the said schedule, and B, to remove the commodity, any commodity from the said schedule. ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਕੰਮ ਕੀਤਾ ਜਾਏਗਾ ਕਿਸੇ ਕਮੋਡਿਟੀ ਨੂੰ ਐਡ ਕਰਨ ਵਾਲਾ ਜਾਂ ਉੱਥੋਂ ਡਿਲੀਟ ਕਰਨ ਵਾਲਾ, ਸ਼ਾਮਿਲ ਕਰਨ ਵਾਲਾ, this will be decided in consultation with the state governments. The central government may exercise its powers under subsection 2 in this section 4 ਬੋਲਦਾ ਹੈ, in respect of commodities to which parliament has powers to make laws by virtue of entry 33 in the concurrent list in the 7th schedule of the constitution. ਜਿਹੜੀ constitution ਦੀ 3rd ਲਿਸਟ ਹੈ, ਜਿਹਨੂੰ concurrent list ਕਹਿੰਦੇ ਆ, ਉਹਦੀ ਆਈਟਮ ਨੰਬਰ 33 ਜਿਹੜੀ ਹੈ ਉਹਨੂੰ ਇਸ ਸੰਦਰਭ ਦੇ ਵਿੱਚ ਦੇਖਣਾ ਬਹੁਤ ਜ਼ਰੂਰੀ ਹੈ। The entry 33 reads like this: trade and commerce in and production, supply and distribution of a product of any industry where the control of such industry by union is declared by the parliament by law to be expedient in public interest, and imported goods of some kind as such products, which products ਦੇ ਅੱਗੇ ਲਿਸਟ ਹੈਗੀ ਆ। B, food stuffs including oil seeds and edible oils. Next है cattle fodder including oil cakes and other concentrates. अगली आइटम है raw cotton, whether ginned or not ginned, and cotton seeds. And last item है raw jute.
These are the items which are listed here, and the agriculture produce is not listed in this entry. So what is included in this entry is trade and commerce, production and distribution, a product of any industry which is under the control of the central government, जिथे law बना सकती है under its own list. फिर food stuffs ने, which including oil seeds and edible oil. Food stuffs ने not agriculture produce. Okay. ਸੋ ਜਿਹੜੀ ਐਗਰੀਕਲਚਰ ਦੀ ਪ੍ਰੋਡਿਊਸ ਇਹਨਾਂ ਸ਼ਾਮਲ ਕੀਤੀ ਹੈ ਉਹ ਕੈਟਲ ਫੋਡਰ ਹੈ, ਰਾ ਕਾਟਨ ਹੈ, ਰਾ ਜੂਟ ਹੈ। ਇਹਦੇ ਚ ਕਣਕ, ਝੋਨਾ, ਦੂਜੀਆਂ ਫਸਲਾਂ ਸ਼ਾਮਲ ਨਹੀਂ ਹਨ। ਸੋ ਜਿਹੜੀ ਐਂਟਰੀ 26 ਹੈ ਸਟੇਟ ਲਿਸਟ ਦੀ, ਉਹ ਇਹ ਕਹਿੰਦੀ ਆ ਕਿ ਟ੍ਰੇਡ ਐਂਡ ਕਮਰਸ ਵਿਦਨ ਦਾ ਸਟੇਟ ਸਬਜੈਕਟ ਟੂ ਦਾ ਪ੍ਰੋਵੀਜ਼ਨ ਆਫ ਐਂਟਰੀ 33 ਆਫ ਦਾ ਲਿਸਟ 3 will be done by the state governments. ਸੋ ਇਹਦਾ ਮਤਲਬ ਹੈ ਐਗਰੀਕਲਚਰ ਜਿਹੜੀ ਹੈ ਉਹ ਕੰਪਲੀਟਲੀ ਸਟੇਟ ਸਬਜੈਕਟ ਹੈ, ਲੇਕਿਨ ਇਹ ਜਿਹੜਾ ਐਕਟ ਬਣਾਇਆ ਗਿਆ ਹੈ ਐਸੈਂਸ਼ੀਅਲ ਸਰਵਿਸਿਜ਼ ਐਕਟ, ਉਹਦੀ ਫਿਰ ਇਹਨਾਂ ਨੇ ਡੈਫੀਨੀਸ਼ਨ ਬਦਲ ਦਿੱਤੀ ਹੈ। ਉਸ ਡੈਫੀਨੀਸ਼ਨ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈਗਾ, in section 3 of essential commodity, ये amendment हुन मैं पढ़ रहा हूँ, in section 3 of essential commodities act 55 after subsection 1 the following subsection shall be inserted as follow. 1a, notwithstanding anything contained in the subsection 1, a supply of foodstuffs including cereals, on cereals आगे देच, including cereals, pulses, potatoes, onions, oil seeds, oils, as the central government may by notification in official gazette specify, may be regulated only under extraordinary circumstances, which may include war, famine, extraordinary price rise and natural calamities of grave nature. उन्होंने कहा कि ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਜੋ ਸੈਂਟਰਲ ਗਵਰਨਮੈਂਟ ਹੈ ਉਹ ਜਿਹੜੀ ਆ ਇਹਨਾਂ ਦੇ ਉੱਤੇ ਨੋਟੀਫਿਕੇਸ਼ਨ ਕਰਕੇ ਕੁਝ ਵੀ ਜਿਹੜੀ ਹੈ ਇਹਨਾਂ ਦੇ ਬਾਰੇ ਇਹਨਾਂ ਨੂੰ ਐਸੈਂਸ਼ੀਅਲ ਕਮੋਡਿਟੀ ਕਰਦਾਰ ਸਕਦੀ ਹੈ, ਲੇਕਿਨ ਅੰਡਰ 3 ਕੰਡੀਸ਼ਨਸ। ਨੰਬਰ 1 ਵਾਰ, famine, extraordinary price rise and natural calamities of grave nature. तो अदरवाइज इन्हां दे उत्ते कोई जिहड़ी रोक शोक नहीं लाई जाएगी। B, any action on imposing stock limit shall be based on the price rise and an order for regulating stock limits of any agriculture produce. Or foodstuff di bajaye they have brought the word the agricultural produce, and may be issued under this act only if there is 100% increase in the retail price of horticulture produce or 50% increase in the retail price of non-perishable foodstuffs, agricultural foodstuffs, over the price prevailing immediately preceding 12 months or average retail price of last 5 years, whichever is lower. So then again उन्होंने provision देते हैं, provided that such order of regulatory stock limits shall not apply to processors or value chain participants of any agriculture produce if stock limit of such person does not exceed the overall ceiling of the installed capacity of the processing or demand for exports in case of an exporter. Provided further that nothing contained in this subsection shall apply to any order relating to public distribution system or targeted public distribution system by the government under this act or any law in this being enforced in the country. So ਇਹਦੇ ਵਿੱਚੋਂ ਉਹਨਾਂ ਨੇ ਭੰਡਾਰੀਕਰਨ ਦੇ ਵਿੱਚੋਂ 3 ਕਿਸਮ ਦੇ ਲੋਕਾਂ ਨੂੰ ਜਿਹੜਾ ਸਟੋਰ ਕਰਨ ਦੀ ਲਿਮਿਟ ਚੋਂ ਬਾਹਰ ਕੱਢ ਲਿਆ in any circumstances। ਉਹ ਨੇ ਹੋਲਸੇਲਰ ਡੀਲਰਸ,
exporters and participants in value chain। exporters value chain ਦੇ ਵਿੱਚ participants और wholesale dealer ਜਿਹੜੇ ਨੇ ਉਹ ਇਹਦੇ ਚ ਕਵਰ ਨਹੀਂ ਹੋਣਗੇ। ਉਹ ਜਿੰਨਾ ਮਰਜ਼ੀ ਸਟਾਕ ਜਿਹੜਾ ਹੈ ਉਹ ਐਗਰੀਕਲਚਰ ਪ੍ਰੋਡਿਊਸ ਦਾ ਫੂਡ ਸਟਫਸ ਦਾ ਆਪਣੇ ਕੋਲ ਰੱਖ ਸਕਦੇ ਨੇ। ਅਰਲੀਅਰ ਸਿਰਫ ਫੂਡ ਸਟਫ ਜਿਹ 'ਚ ਥੋੜ੍ਹੀਆਂ ਜਿਹੀਆਂ ਕਮੋਡਿਟੀ ਲਿਸਟਡ ਸੀਗੀਆਂ, ਉਹਦੇ ਉੱਤੇ ਐਕਟ ਅਸੈਂਸ਼ੀਅਲ ਸਰਵਿਸਿਜ਼ ਲੱਗਦਾ ਸੀਗਾ ਤੇ ਭੰਡਾਰੀਕਰਨ ਦੇ ਉੱਤੇ ਰੋਕ ਸੀਗੀ, ਸਰਕਾਰ ਰੋਕ ਲਗਾ ਸਕਦੀ ਸੀਗੀ। ਹੁਣ ਇਹ ਰੋਕ ਜਿਹੜੀ ਹੈ ਉਹ ਹਟਾ ਦਿੱਤੀ ਗਈ ਹੈ। ਖਾਸ ਕਰਕੇ 3 ਕਿਸਮ ਦੇ ਲੋਕ ਜਿਹੜੇ ਨੇ, ਹੋਲਸੇਲ ਡੀਲਰਸ ਦਾ, ਪ੍ਰੋਸੈਸਰਸ ਵੈਲਿਊ ਚੇਨ ਦੇ ਵਿੱਚ ਤੇ ਐਕਸਪੋਰਟਰ ਜਿਹੜੇ ਨੇ, ਉਹਨਾਂ ਦੇ ਉੱਤੇ ਇਹ ਭੰਡਾਰੀਕਰਨ ਦੀ ਲਿਮਿਟ ਲਾਗੂ ਨਹੀਂ ਹੋਏਗੀ। ਇਹਦਾ ਮਤਲਬ ਹੈ ਕਿ ਜਿਹੜਾ ਐਗਰੀਕਲਚਰ ਪ੍ਰੋਡਿਊਸ ਦਾ ਵਪਾਰ ਹੈ, ਸੈਂਟਰ ਗਵਰਨਮੈਂਟ ਨੇ ਐਕਟ ਪਾਸ ਕਰਕੇ ਪ੍ਰਾਈਵੇਟ ਟ੍ਰੇਡਰਸ ਵਾਸਤੇ, ਟ੍ਰੇਡਰਸ ਵਿੱਚ ਇਨਕਲੂਡਡ ਕਿਹੜੇ ਨੇ, ਹੋਲਸੇਲ ਡੀਲਰਸ, ਪ੍ਰੋਸੈਸਰਸ ਆਫ ਦਾ ਐਗਰੀਕਲਚਰ ਪ੍ਰੋਡਿਊਸ ਜਿਹੜੀ ਐਗਰੋ ਪ੍ਰੋਸੈਸਿੰਗ ਇੰਡਸਟਰੀ ਵਾਲੇ ਨੇ, ਔਰ ਤੀਜਾ ਐਕਸਪੋਰਟਰ, ਇਹਨਾਂ ਦੇ ਉੱਤੇ ਕੋਈ ਲਿਮਿਟ ਨਹੀਂ ਹੋਏਗੀ। ਜਿਹਦਾ ਮਤਲਬ ਹੈ ਕਿ ਉਹਦਾ ਭੰਡਾਰੀਕਰਨ ਕਰ ਸਕਣਗੇ। ਔਰ ਸਰਕਾਰ ਸਿਰਫ ਵਾਰ ਦੀ ਸਿਚੁਏਸ਼ਨ ਦੇ ਵਿੱਚ, ਫੈਮਨ ਦੀ ਸਿਚੁਏਸ਼ਨ ਦੇ ਵਿੱਚ ਤੇ ਐਕਸਟਰਾ ਆਰਡੀਨਰੀ ਰਾਈਸ ਆਫ ਪ੍ਰਾਈਸਿਸ ਦੀ ਸਿਚੁਏਸ਼ਨ ਦੇ ਵਿੱਚ ਇਹਨਾਂ ਦੇ ਉੱਤੇ ਇੰਟਰਵੈਂਸ਼ਨ ਕਰ ਸਕੇਗੀ। ਸੋ ਇਸ ਕਰਕੇ ਇਹਨੂੰ ਖੋਲ੍ਹ ਦਿੱਤਾ ਗਿਆ। ਜਿਹੜਾ ਓਰੀਜਨਲ ਐਕਟ ਸੀਗਾ 1955 ਦਾ, ਕੋਈ ਵੀ ਲਿਸਟ ਸ਼ਾਮਲ ਕਰਨ ਨੂੰ ਜਾਂ ਕੋਈ ਇਹਨੂੰ ਡਿਕਲੇਅਰ ਕਰਨ ਵਾਸਤੇ ਸਟੇਟਾਂ ਨਾਲ ਕੰਸਲਟੇਸ਼ਨ ਲਾਜ਼ਮੀ ਸੀਗੀ। ਉਹ ਕੋਈ ਕੰਸਲਟੇਸ਼ਨ ਬਿਲਕੁਲ ਨਹੀਂ ਕੀਤੀ ਗਈ। ਔਰ ਇਹਦੇ ਨਾਲ ਜਿਹੜਾ ਫੈਡਰਲਿਜ਼ਮ ਦਾ ਸਟਰਕਚਰ ਹੈ, ਜਿਹਦੇ 'ਚ ਐਗਰੀਕਲਚਰ ਪ੍ਰੋਡਿਊਸ ਜਿਹੜੀ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਔਰ ਖੇਤੀਬਾੜੀ ਸਟੇਟ ਦਾ ਸਬਜੈਕਟ ਹੈ, ਉਹਨਾਂ ਨਾਲ ਕੰਸਲਟੇਸ਼ਨ ਕਰਨ ਦੀ ਬਜਾਏ ਸੈਂਟਰ ਗਵਰਨਮੈਂਟ ਨੇ ਆਪਣੇ ਕੋਲ ਅਧਿਕਾਰ ਲੈ ਲਿਆ ਕਿ ਉਹ ਇਸ ਤਰ੍ਹਾਂ ਦਾ ਐਕਟ ਪਾਸ ਕਰਕੇ ਔਰ ਇਹ ਜਿਹੜਾ ਭੰਡਾਰੀਕਰਨ ਹੈ ਪ੍ਰਾਈਵੇਟ ਕੰਪਨੀਆਂ ਨੂੰ, ਐਗਰੋ ਪ੍ਰੋਸੈਸਰਸ ਨੂੰ, ਹੋਲਸੇਲ ਡੀਲਰਸ ਨੂੰ, ਵੈਲਿਊ ਚੇਨ ਦੇ ਵਿੱਚ ਇਨਵੋਲਵ ਜਿਹੜੇ ਲੋਕ ਨੇ ਔਰ ਜਿਹੜੇ ਐਕਸਪੋਰਟਰਸ ਨੇ, ਉਹ ਇਹਦਾ ਭੰਡਾਰੀਕਰਨ ਕਿਸੇ ਵੀ ਸੀਮਾ ਤੱਕ ਉਹ ਕਰ ਸਕਦੇ ਨੇ। ਉਹਨਾਂ ਦੇ ਉੱਤੇ ਲਿਮਿਟ ਲਾਗੂ ਨਹੀਂ ਹੋਏਗੀ। ਜਿਹਦਾ ਮਤਲਬ ਹੈ ਕਿ ਕੀਮਤਾਂ ਜੇ 100% ਤੋਂ ਵੱਧਦੀਆਂ ਨੇ ਤਾਂ ਫਿਰ ਉਹ ਇਹਦੇ 'ਤੇ ਇੰਟਰਵੀਨ ਕਰਨ ਦੀ ਗੱਲ ਕਰ ਸਕਦੇ ਨੇ, ਖਾਸ ਕਰਕੇ ਪੈਰੀਸ਼ੇਬਲ ਗੁੱਡਸ ਦੀਆਂ। ਔਰ 50% ਤੋਂ ਵੱਧ ਕੀਮਤਾਂ ਜੇ ਵੱਧਦੀਆਂ ਨੇ ਨੌਨ ਪੈਰੀਸ਼ੇਬਲ ਗੁੱਡ ਦੀਆਂ, ਜਿਵੇਂ ਕਣਕ ਝੋਨਾ, ਤਾਂ ਹੀ ਇਹਦੇ 'ਤੇ ਕੋਈ ਹਰਕਤ ਕੀਤੀ ਜਾ ਸਕਦੀ ਹੈ। ਜੇ 49% ਵੱਧਦੀਆਂ ਨੇ ਜਾਂ 99% ਨੌਨ ਪੈਰੀਸ਼ੇਬਲ ਗੁੱਡ 'ਤੇ ਵੱਧਦੀਆਂ ਨੇ ਤਾਂ ਇਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਜਿਹਦਾ ਮਤਲਬ ਹੈ ਕੀਮਤਾਂ ਦੇ ਵਿੱਚ ਉਤਾਰ ਚੜਾਅ ਸੰਭਵ ਹੈ। ਜਿਸ ਕੀਮਤ 'ਤੇ ਉਹ ਖਰੀਦਦੇ ਨੇ ਉਹਦੇ ਤੋਂ 99% ਵੱਧ 'ਤੇ ਉਹ ਵੇਚ ਸਕਦੇ ਨੇ ਪੈਰੀਸ਼ੇਬਲ ਕੁਆਂਟਿਟੀ, ਤੇ 49% ਵੱਧ ਕੀਮਤ 'ਤੇ ਉਹ ਵੇਚ ਸਕਦੇ ਨੇ। ਸੋ ਪ੍ਰਾਈਵੇਟ ਸੈਕਟਰ ਨੂੰ ਭੰਡਾਰੀ ਕਰਨ ਦਾ ਇੱਕ ਅਧਿਕਾਰ ਦੇ ਦਿੱਤਾ ਐਕਟ ਪਾਸ ਕਰਕੇ। ਔਰ ਇਹਦੇ 'ਤੇ ਜਿਹੜਾ ਅੰਕੁਸ਼ ਲੱਗਣਾ ਹੈ ਉਹ ਸਿਰਫ ਵਾਰ, ਫੈਮਨ ਤੇ ਨੈਚੁਰਲ ਕਲੈਮਿਟੀ ਦੇ ਸਮੇਂ ਹੀ ਸਟੇਟ ਹਰਕਤ, ਗਵਰਨਮੈਂਟ ਹਰਕਤ ਤੇ ਸੈਂਟਰ ਗਵਰਨਮੈਂਟ ਹਰਕਤ ਚ ਆ ਕੇ ਲਾ ਸਕਦੀ ਹੈ। ਦੂਜਾ ਜਿਹੜਾ ਕਾਨੂੰਨ ਇਹਨਾਂ ਨੇ ਪਾਸ ਕੀਤਾ ਹੈਗਾ, ਜਿਹਨੂੰ ਅਸੀਂ ਪ੍ਰਾਈਵੇਟ ਮੰਡੀਆਂ ਦਾ ਕਾਨੂੰਨ ਵੀ ਕਹਿ ਦਿੰਦੇ ਹਾਂ, ਜਿਹਦਾ ਨਾਂ ਹੈ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ ਐਕਟ 2020। ਭਾਵ ਕਿਸਾਨਾਂ ਦੀ ਉਪਜ ਦਾ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਐਕਟ ਦੇ ਅਨੁਸਾਰ ਹੇਠ ਲਿਖੀਆਂ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਇਹ 'ਚ ਕਿਹਾ ਗਿਆ ਕਿ ਕਿਉਂਕਿ ਐਗਰੀਕਲਚਰ ਪ੍ਰੋਡਿਊਸ ਸਟੇਟ ਸਬਜੈਕਟ ਹੈ, ਉਹਨਾਂ ਦੀਆਂ ਮੰਡੀਕਰਨ ਕੈਸਾ ਕਰਨਾ ਹੈ ਸਟੇਟ ਦਾ ਵਿਸ਼ਾ ਹੈ। ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਇੱਕ ਦੇਸ਼ ਇੱਕ ਮੰਡੀ ਹੋਏਗੀ ਔਰ ਸਰਕਾਰੀ ਮੰਡੀਆਂ ਜਾਂ APS PMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਜਿਹੜੇ ਹਰ ਸਟੇਟਾਂ ਨੇ ਬਣਾਏ ਨੇ, ਬਹੁਤ ਸਾਰੀਆਂ ਸਟੇਟਾਂ ਨੇ ਬਣਾਏ ਨੇ, ਬਿਹਾਰ ਨੂੰ ਛੱਡ ਕੇ ਬਾਕੀਆਂ ਨੇ ਸਾਰੇ ਕਾਫੀ ਸਟੇਟਾਂ ਦੇ ਵਿੱਚ ਹੈਗੇ ਨੇ, ਦੇ ਨਾਲ ਪ੍ਰਾਈਵੇਟ ਮੰਡੀਆਂ ਦੀ ਪ੍ਰੋਵੀਜ਼ਨ ਕਰ ਦਿੱਤੀ ਗਈ ਹੈ ਕਿ ਸਰਕਾਰੀ APMC ਮੰਡੀਆਂ ਦੇ ਨਾਲ ਪ੍ਰਾਈਵੇਟ ਮੰਡੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੂਸਰੀ ਗੱਲ ਇਹਦੇ 'ਚ ਇਹ ਕਹੀ ਗਈ ਹੈ ਕਿ ਪ੍ਰਾਈਵੇਟ ਮੰਡੀਆਂ ਦੇ ਵਿੱਚ ਖਰੀਦ ਫਰੋਖਤ ਵਿੱਚ ਸੂਬਾ ਸਰਕਾਰਾਂ ਦਾ ਕੋਈ ਦਖਲ ਨਹੀਂ ਹੋਏਗਾ। ਜਿਹੜੀਆਂ ਸਰਕਾਰੀ ਮੰਡੀਆਂ ਦੇ ਨਾਲ ਪ੍ਰਾਈਵੇਟ ਮੰਡੀਆਂ ਬਣਨਗੀਆਂ, ਉਹਦੇ 'ਤੇ ਸੂਬਾ ਸਰਕਾਰਾਂ ਦਾ ਕੋਈ ਦਖਲ ਨਹੀਂ ਹੋਏਗਾ ਤੇ ਨਾ ਹੀ ਵਪਾਰ ਕਰਨ ਵਾਲਿਆਂ ਨੂੰ ਸੂਬਾ ਸਰਕਾਰ ਤੋਂ ਕੋਈ ਲਾਇਸੈਂਸ ਲੈਣਾ ਪਏਗਾ।
ਨਾ ਹੀ ਸੂਬਾ ਸਰਕਾਰਾਂ ਜਿਵੇਂ ਤਲਾਈ ਭਰਾਈ ਕੀਮਤ ਆਦि ਦੇ ਮਾਮਲੇ ਵਿੱਚ ਦਖਲ ਦੇ ਸਕਣਗੀਆਂ। ਤੇ ਕੋਈ ਵੀ ਵਿਅਕਤੀ ਜਿਸ ਪਾਸ ਇਨਕਮ ਟੈਕਸ ਦਾ ਪੈਨ ਨੰਬਰ ਹੈ, ਪੈਨ ਕਾਰਡ ਹੈ, ਉਹ ਵਪਾਰ ਕਰ ਸਕੇਗਾ। ਅਗਲੀ ਗੱਲ ਕਹੀ ਹੈ, ਇਹਨਾਂ ਕਾਰਪੋਰੇਟ ਮੰਡੀਆਂ ਵਿੱਚ ਸੂਬਾ ਸਰਕਾਰਾਂ ਵੱਲੋਂ ਮੰਡੀ ਫੀਸ ਰੂਰਲ ਵਿਕਾਸ ਫੰਡ ਜਾਂ ਕੋਈ ਸੈਕਸ ਨਹੀਂ ਲਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜਿਹੜਾ ਲਾਸਟ ਐਂਟਰੀ ਹੈ ਸਟੇਟ ਸਬਜੈਕਟ ਦੀ ਕੰਸਟੀਟਿਊਸ਼ਨ ਦੇ ਵਿੱਚ, ਉਹ 'ਚ ਕਿਹਾ ਗਿਆ ਕਿ ਜਿਹੜੀਆਂ 65 ਮਦਾਂ ਨੇ ਸਟੇਟ ਲਿਸਟ ਦੇ ਵਿੱਚ, ਉਹਨਾਂ ਦੇ ਉੱਪਰ, ਉਹਨਾਂ ਦੇ ਵਪਾਰ ਦੇ ਉੱਪਰ ਔਰ ਉਹਨਾਂ ਦੇ ਟੈਕਸ, ਉਹਨਾਂ ਦੇ ਖਾਸ ਕਰਕੇ ਟੈਕਸ ਲਾਉਣ ਦਾ ਅਧਿਕਾਰ ਜਿਹੜਾ ਹੈ ਉਹ ਸਿਰਫ ਸਟੇਟ ਗੌਰਮੈਂਟਾਂ ਦਾ ਹੈ। ਸੋ ਇਹ ਐਕਟ ਪਾਸ ਕਰਕੇ ਉਹਨਾਂ ਨੇ ਸਟੇਟ ਗੌਰਮੈਂਟਾਂ ਤੋਂ ਐਗਰੀਕਲਚਰ ਪ੍ਰੋਡਿਊਸ ਦੀ ਮਾਰਕੀਟਿੰਗ ਵਾਸਤੇ ਕੋਈ ਟੈਕਸ ਲਾਉਣਾ, ਕੋਈ ਮੰਡੀ ਫੀਸ ਲਾਉਣਾ, ਉਹਦਾ ਅਧਿਕਾਰ ਲੈ ਲਿਆ ਹੈ। ਸੋ ਮੈਂ ਅੱਜ ਦੇ ਵੈਬੀਨਾਰ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਸੱਜਣਾ ਨੂੰ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਗੌਰਮੈਂਟ ਨੂੰ ਕੋਈ 3700-3800 ਕਰੋੜ ਰੁਪਇਆ ਹਰ ਸਾਲ ਇਹਨਾਂ ਮੰਡੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਤੋਂ ਪ੍ਰਾਪਤ ਹੁੰਦਾ ਹੈ, ਜਿਹਦੇ ਨਾਲ ਮਾਰਕੀਟਿੰਗ ਯਾਰਡ ਬਣਾਏ ਜਾਂਦੇ ਨੇ, ਪਿੰਡਾਂ ਦੀਆਂ ਲਿੰਕ ਰੋਡਸ ਬਣਾਈਆਂ ਜਾਂਦੀਆਂ ਨੇ, ਕਿਸਾਨਾਂ ਦੇ ਰਹਿਣ ਵਾਸਤੇ ਸਹੂਲਤਾਂ ਵਾਸਤੇ ਉੱਥੇ ਮਾਰਕੀਟ ਯਾਰਡਸ ਵਿੱਚ ਜਿਹੜੀਆਂ ਪਾਣੀ ਪੀਣ ਦੀ ਜਿਹੜੀ ਸੁਵਿਧਾ ਕਰਨੀ ਹੈ, ਉਹਨਾਂ ਦੇ ਆਰਾਮ ਵਾਸਤੇ ਕੋਈ ਇੰਤਜ਼ਾਮ ਕਰਨਾ ਹੈ, ਜਾਂ ਉਹਨਾਂ ਦੇ ਨਾਲ ਕੋਈ ਜਾਤੀ ਨਾ ਹੋਵੇ ਤਲਾਈ ਦੇ ਵਿੱਚ, ਭਰਾਈ ਦੇ ਵਿੱਚ, ਕੀਮਤ ਦੇ ਵਿੱਚ ਜਾਂ ਹੋਰ ਕਿਸੇ ਮਸਲੇ ਦੇ ਵਿੱਚ, ਉਹਦਾ ਧਿਆਨ ਰੱਖਣਾ ਹੈ। ਇਹ ਸਾਰਾ ਕੰਮ ਜਿਹੜਾ ਹੈ ਇਹ ਜਿਹੜਾ ਇਸ ਫੰਡ ਦੇ ਵਿੱਚੋਂ ਹੁੰਦਾ ਹੈ। ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੰਡੀ ਬੋਰਡ ਹੈ, ਹਰਿਆਣਾ ਵਿੱਚ ਮੰਡੀ ਬੋਰਡ ਹੈ, ਉਹ ਸਾਰੇ ਇਹ ਪ੍ਰਬੰਧ ਕਰਦਾ ਹੈ। ਔਰ ਇਸ ਐਕਟ ਪਾਸ ਹੋਣ ਦੇ ਨਾਲ ਉਹਨਾਂ ਨੂੰ ਟੈਕਸ ਤੋਂ ਆਮਦਨ ਜਿਹੜੀ ਆ, ਖਾਸ ਕਰਕੇ ਪ੍ਰਾਈਵੇਟ ਮੰਡੀਆਂ ਜਦੋਂ ਬਣਦੀਆਂ ਨੇ, ਉਹਨਾਂ ਤੋਂ ਬਿਲਕੁਲ ਖਤਮ ਹੋ ਜਾਏਗੀ। ਔਰ ਉਹ ਕਿਉਂਕਿ ਇਹਨਾਂ ਸਰਕਾਰੀ ਮੰਡੀਆਂ 'ਚ ਟੈਕਸ ਦੇਣਾ ਪਏਗਾ, ਪ੍ਰਾਈਵੇਟ ਮੰਡੀਆਂ ਵਿੱਚ ਟੈਕਸ ਨਹੀਂ ਦੇਣਾ ਪਏਗਾ। ਇਸ ਕਰਕੇ ਪ੍ਰਾਈਵੇਟ ਮੰਡੀਆਂ ਦੇ ਵਿੱਚ ਜਿਹੜੇ ਬਾਇਰ ਨੇ ਉਹ ਕਿਸਾਨਾਂ ਨੂੰ ਥੋੜ੍ਹੀ ਬਹੁਤੀ ਵੱਧ ਕੀਮਤ ਦੇ ਕੇ ਆਪਣੇ ਵੱਲ ਨੂੰ ਉਹਨਾਂ ਨੂੰ ਖਿੱਚ ਸਕਦੇ ਨੇ। ਅਗਲੀ ਗੱਲ ਇਹ ਕਹੀ ਹੈ ਕਿ ਕਿਸਾਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ 3 ਤੋਂ 5 ਦਿਨ ਦੇ ਵਿੱਚ ਪੇਮੈਂਟ ਕਰ ਦਿੱਤੀ ਜਾਏਗੀ, ਜੇ ਨਹੀਂ ਪੇਮੈਂਟ ਕੀਤੀ ਜਾਏਗੀ ਤਾਂ ਜੁਰਮਾਨਾ ਹੋਏਗਾ। ਲੇਕਿਨ ਇੱਕ ਮਹੱਤਵਪੂਰਨ ਜਿਹੜੀ ਗੱਲ ਇਸ ਐਕਟ ਦੇ ਵਿੱਚ ਕਹੀ ਗਈ ਹੈ ਤੇ ਅਗਲੇ ਐਕਟ ਵਿੱਚ ਵੀ ਉਹਨੂੰ ਦੁਹਰਾਇਆ ਗਿਆ ਹੈ ਕਿ ਜੇ ਕਿਸਾਨਾਂ ਵਿੱਚ ਤੇ ਖਰੀਦਣ ਵਾਲਿਆਂ ਕੰਪਨੀਆਂ ਦੇ ਵਿੱਚ, ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਝਗੜਾ ਹੋ ਜਾਂਦਾ ਹੈ, ਮਤਭੇਦ ਹੋ ਜਾਂਦੇ ਨੇ, ਕੀਮਤ ਨੂੰ ਲੈ ਕੇ, ਤਲਾਈ ਨੂੰ ਲੈ ਕੇ, ਜਾਂ ਉਹਦੀ ਜਿਹੜੀ ਆ ਕੁਆਲਿਟੀ ਨੂੰ ਲੈ ਕੇ ਵੀ ਪ੍ਰੋਬਲਮ ਆਉਂਦੀਆਂ ਨੇ। ਕਿਉਂਕਿ ਖੇਤੀ ਦੀ ਜਿਹੜੀ ਉਪਜ ਹੈ ਉਹ ਨੇਚਰਲ ਕੰਡੀਸ਼ਨ ਦੇ ਵਿੱਚ ਪੈਦਾ ਕੀਤੀ ਜਾਂਦੀ ਹੈ, ਔਰ ਕਈ ਵਾਰੀ ਜਿਹੜੀ ਉਹਦੀ ਕੁਆਲਿਟੀ ਹੈ, ਕੋਈ ਰੰਗ ਹੈ ਫਸਲ ਦਾ, ਉਹਦੇ 'ਚ ਤਬਦੀਲੀ ਆ ਜਾਂਦੀ ਹੈ। ਜਿਵੇਂ ਪਿਛਲੇ ਸਾਲ ਜਦੋਂ ਕਣਕ ਦੀ ਖਰੀਦ ਹੋਈ ਹੈ ਤਾਂ ਮੀਂਹ ਪੈ ਗਏ ਕਾਫੀ ਜ਼ਿਆਦਾ, ਤੇ ਜਿਹੜੀ ਕਣਕ ਕੱਟੀ ਸੀ ਤੇ ਮੀਂਹ ਪੈ ਕੇ ਉਹਦਾ ਰੰਗ ਬਦਲ ਗਿਆ, ਤੇ ਉਹਦੇ ਤੇ ਕੁਝ ਪੈਸਿਆਂ ਦੀ ਕੱਟ ਲਗਾਈ ਗਈ ਸੀ, ਜਿਹਦੇ ਤੇ ਸਰਕਾਰ ਨੇ ਇਤਰਾਜ਼ ਵੀ ਜਤਾਇਆ ਸੀ FCI ਨੂੰ, ਲੇਕਿਨ ਉਹ ਮੰਨਿਆ ਨਹੀਂ ਗਿਆ। ਲੇਕਿਨ ਬਾਅਦ ਦੇ ਵਿੱਚ ਇਹ ਸਮਝੌਤਾ ਹੋ ਗਿਆ ਕਿ ਇੱਕ 4 ਰੁਪਏ ਦਾ ਕੱਟ ਲਾਇਆ ਜਾਏਗਾ ਜਾਂ ਇੱਕ 20 ਰੁਪਏ ਦਾ ਕੱਟ ਲਾਇਆ ਜਾਏਗਾ ਜੇ ਉਹਦਾ ਦਾਣਾ ਛੋਟਾ ਹੁੰਦਾ ਹੈ ਜਾਂ ਉਹਦਾ ਰੰਗ ਬਦਲਿਆ ਹੁੰਦਾ ਹੈ। ਸੋ ਇਹ ਜਿਹੜੀ ਪਾਵਰ ਹੈ ਉਹ ਸੈਂਟਰਲ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਤੋਂ ਲੈ ਲਈ ਹੈ। ਪਰ ਜੇ ਕਿਸਾਨਾਂ ਦੇ ਵਿੱਚ ਔਰ ਬਾਇਰ ਦੇ ਵਿੱਚ, ਜਿਹੜਾ ਖਰੀਦਦਾਰ ਹੈ, ਉਹਦੇ ਵਿੱਚ ਕੋਈ ਮਤਭੇਦ ਆਉਂਦੇ ਨੇ, ਕੋਈ ਸਮੱਸਿਆ ਆਉਂਦੀ ਹੈ, ਤਾਂ ਉਹਦੇ ਵਿੱਚ ਜਿਹੜਾ ਕਿਸਾਨ ਨੇ ਉਹ ਕੋਰਟ ਦਾ ਦਰਵਾਜ਼ਾ ਨਹੀਂ ਖੜਕਾ ਸਕਣਗੇ। ਉਹਨਾਂ ਨੂੰ ਜਿਹੜੇ ਜ਼ਿਲ੍ਹਾ ਅਧਿਕਾਰੀ ਨੇ, DC ਤੇ SDM ਜਿਹੜੇ ਨੇ, ਪਹਿਲਾਂ SDM ਦੇ ਕੋਲ ਜਾਣਾ ਪਏਗਾ। ਜੇ SDM ਉਹਦਾ ਨਿਵਾਰਨ ਨਹੀਂ ਕਰਦਾ ਤੇ ਉਹ ਫਿਰ DC ਕੋਲ ਜਾਣਗੇ। ਉਹ ਕੋਰਟ ਵਿੱਚ ਨਹੀਂ ਜਾ ਸਕਣਗੇ, ਜਿਹਦੇ 'ਚ ਬਹੁਤ ਸਾਰੇ ਵਕੀਲ ਦੋਸਤਾਂ ਦਾ ਖਿਆਲ ਹੈ ਕਿ ਇਹਦੇ ਨਾਲ ਜਿਹੜਾ ਨੈਚੁਰਲ ਜਸਟਿਸ ਦਾ ਆਧਾਰ ਹੈ ਉਹ ਵਾਇਲੇਟ ਹੁੰਦਾ ਹੈ। ਕਿ ਜੇ ਕਿਸੇ ਨੂੰ ਸਰਕਾਰ ਦੇ ਨਾਲ ਜਾਂ ਕਿਸੇ ਇੰਡੀਵਿਜੂਅਲ ਦੇ ਨਾਲ ਝਗੜਾ ਹੁੰਦਾ ਹੈ ਤਾਂ ਉਹ ਕਚਹਿਰੀ ਵਿੱਚ ਜਾ ਕੇ ਕੇਸ ਕਰ ਸਕਦਾ ਹੈ ਤੇ ਜਸਟਿਸ ਜਿਹੜੀ ਹੈ ਉਹ ਸੀਕ ਕਰ ਸਕਦਾ ਹੈ। ਸੋ ਇਹ ਅਧਿਕਾਰ ਇਸ ਐਕਟ ਦੇ ਵਿੱਚ ਉਹਨਾਂ ਨੇ ਲੈ ਲਿਆ। ਔਰ ਇਹ ਜਿਹੜਾ ਕੰਮ ਹੈ, ਇੱਕ ਤਾਂ ਸਟੇਟ ਗੌਰਮੈਂਟਾਂ ਦੀ ਜਿਹੜੀ ਅਥਾਰਟੀ ਹੈ ਟੈਕਸ ਲਾਉਣ ਦੀ ਐਗਰੀਕਲਚਰ ਪ੍ਰੋਡਿਊਸ ਦੇ ਉੱਤੇ,
ਔਰ ਉਹਦੇ ਤੋਂ ਟੈਕਸ ਲੈ ਕੇ ਰੂਰਲ ਡਿਵੈਲਪਮੈਂਟ ਦੇ ਵਿੱਚ ਰੂਰਲ ਡਿਵੈਲਪਮੈਂਟ ਕਰਨਾ, ਉਹ ਪਾਵਰ ਜਿਹੜੀ ਹੈ ਉਹਨਾਂ ਨੇ ਉਹਨਾਂ ਤੋਂ ਖੋਹ ਲਈ ਹੈ। ਔਰ ਇਹਦੇ ਨਾਲ ਜਿਹੜਾ ਹੈ ਫੈਡਰਲਿਜ਼ਮ ਨੂੰ ਕਾਫੀ ਵੱਡੀ ਢਾਹ ਲੱਗੀ ਹੈ। ਸੋ ਇੱਕ ਤਾਂ ਇਹ ਇਹਦੇ ਵਿੱਚ ਹੋਇਆ। ਇਹਦੇ ਬਾਰੇ ਖਦਸ਼ਾ ਜਿਹੜਾ ਇਹ ਹੈ ਕਿ 2-3 ਸਾਲ ਜਿਹੜੀਆਂ ਮੰਡੀਆਂ ਨੇ, ਪ੍ਰਾਈਵੇਟ ਮੰਡੀਆਂ ਨੇ, ਉਹਦੇ 'ਚ ਕਿਸਾਨਾਂ ਨੂੰ ਵੱਧ ਕੀਮਤ ਦੇ ਕੇ ਪ੍ਰਾਈਵੇਟ ਮੰਡੀਆਂ ਜਿਹੜੀਆਂ APMC ਦੀਆਂ ਮੰਡੀਆਂ ਨੇ ਉਹ ਖਤਮ ਹੋ ਜਾਣਗੀਆਂ। ਜਦੋਂ ਉਹਦੇ 'ਚ ਕਿਸਾਨ ਆਉਣਗੇ ਹੀ ਨਹੀਂ, ਕਿਉਂਕਿ ਉਹਨਾਂ ਨੂੰ ਘੱਟ ਕੀਮਤ ਮਿਲੇਗੀ, ਜਿੱਥੇ ਵੱਧ ਕੀਮਤ ਮਿਲੇਗੀ ਉਹ ਚਲੇ ਜਾਣਗੇ, ਤੇ ਇਹ ਮੰਡੀਆਂ ਖਤਮ ਹੋ ਜਾਣਗੀਆਂ। ਤੇ ਜਦੋਂ ਮੰਡੀਆਂ ਖਤਮ ਹੋ ਜਾਣਗੀਆਂ ਤਾਂ ਕੰਪਨੀਆਂ ਜਿਹੜੀਆਂ ਨੇ ਉਹ ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਨੂੰ ਕੀਮਤ ਅਦਾ ਕਰ ਸਕਣਗੀਆਂ। ਔਰ ਇਹ ਤਜਰਬਾ ਸਾਨੂੰ ਬਿਹਾਰ ਤੋਂ ਮਿਲਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਟੱਡੀ ਕੰਡਕਟ ਕਰਾਈ ਹੈ ਕਿ ਬਿਹਾਰ ਦੇ ਵਿੱਚ 2006 ਦੇ ਵਿੱਚ ਇਹ ਐਕਟ ਸਮਾਪਤ ਕਰ ਦਿੱਤਾ ਗਿਆ ਸੀਗਾ। ਉਹ ਤੇ ਉੱਥੇ ਸਰਕਾਰੀ ਦਖਲਅੰਦਾਜ਼ੀ ਨਾ ਹੋਣ ਕਰਕੇ ਕਿਸਾਨਾਂ ਨੂੰ 600 ਤੋਂ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਝੋਨਾ ਘੱਟ ਕੀਮਤ ਤੇ ਵੇਚਣਾ ਪੈ ਰਿਹਾ ਹੈਗਾ। ਸੋ ਇਹ ਇੱਕ ਜਿਹੜੀ ਸਮੱਸਿਆ ਹੈ ਜਿਹੜੀ ਇਹ ਪੈਦਾ ਹੋਣ ਦੀ ਸੰਭਾਵਨਾ ਹੈ। ਔਰ ਇਹਦੇ ਨਾਲ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹਦੇ ਖਾਤਮੇ ਦਾ ਰਸਤਾ ਸਾਫ਼ ਹੁੰਦਾ ਹੈ। ਜੇ ਇਸ ਐਕਟ ਨੂੰ ਸ਼ਾਂਤਾ ਕੁਮਾਰ ਕਮੇਟੀ ਰਿਪੋਰਟ ਦੇ ਨਾਲ ਪੜ੍ਹਿਆ ਜਾਵੇ, ਜਿਹੜੀ 2015 'ਚ ਉਹਨਾਂ ਦੀ ਰਿਪੋਰਟ ਆਈ ਸੀਗੀ। ਸ਼ਾਂਤਾ ਕੁਮਾਰ BJP ਦੇ ਲੀਡਰ ਨੇ, ਉਹ ਸਾਬਕਾ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ। ਉਹਨਾਂ ਦੇ ਚੇਅਰਮੈਨਸ਼ਿਪ 'ਚ ਕਮੇਟੀ ਬਣੀ ਸੀ ਔਰ ਅਸ਼ੋਕ ਗੁਲਾਟੀ ਉਹਨਾਂ ਦੇ ਮੈਂਬਰ ਸੀਗੇ ਔਰ ਹੋਰ ਸਰਕਾਰੀ ਸੈਂਟਰ ਗਵਰਨਮੈਂਟ ਦੇ ਸੈਕਟਰੀ ਉਹਦੇ ਮੈਂਬਰ ਸੀ। ਉਸ ਕਮੇਟੀ ਦਾ ਕਹਿਣਾ ਹੈ ਕਿ ਅਨਾਜ ਦਾ ਭੰਡਾਰੀਕਰਨ ਮੁਲਕ 'ਚ ਬਹੁਤ ਜ਼ਿਆਦਾ ਹੋ ਗਿਆ, ਇਸ ਕਰਕੇ FCI ਨੂੰ ਤੋੜ ਦਿੱਤਾ ਜਾਵੇ ਔਰ ਪੰਜਾਬ, ਹਰਿਆਣਾ ਤੇ ਪੱਛਮੀ UP 'ਚੋਂ FCI ਦਾ ਕੰਮ ਬੰਦ ਕਰਕੇ ਸਿਰਫ ਪੂਰਬੀ ਰਾਜਾਂ ਵਿੱਚ ਲੈ ਜਾਣਾ ਚਾਹੀਦਾ, ਤੇ ਉੱਥੇ ਹੈਂਡ ਹੋਲਡਿੰਗ ਕਰਨੀ ਚਾਹੀਦੀ ਹੈ ਉਹਨਾਂ ਨੂੰ ਪ੍ਰਾਈਵੇਟ ਸੈਕਟਰੀ ਗੋਦਾਮਾਂ ਦੇ ਵਿੱਚ। ਸੋ ਇਸ ਕਰਕੇ ਜੇ ਇਹਦੇ ਨਾਲ ਇਹ ਪੜ੍ਹਿਆ ਜਾਏ ਇਸ ਐਕਟ ਨੂੰ ਸ਼ਾਂਤਾ ਕੁਮਾਰ ਕਮੇਟੀ ਦੇ ਰਿਪੋਰਟ ਦੇ ਅਨੁਸਾਰ, ਔਰ ਗਦਕਰੀ ਸਾਹਿਬ ਦੇ ਬਿਆਨ ਜਿਹੜੇ ਲਗਾਤਾਰ ਆ ਰਹੇ ਨੇ ਕਿ ਦੇਸ਼ ਦੇ ਵਿੱਚ ਅਨਾਜ ਦਾ ਇੰਨਾ ਭੰਡਾਰ ਹੋ ਗਿਆ ਕਿ ਸਾਨੂੰ ਇਕੋਨਮੀ ਦੇ ਵਿੱਚ ਉਹਨੂੰ ਸੰਭਾਲਣਾ ਔਖਾ ਹੈ, ਤੇ ਇੰਨੇ ਪੈਸੇ ਲੱਗ ਰਹੇ ਨੇ ਕਿ ਸਾਂਭ ਸੰਭਾਲ ਵਿੱਚ ਇਕੋਨਮੀ ਜਿਹੜੀ ਆ ਉਹ ਡੀਸਟੇਬਲਾਈਜ਼ ਹੋ ਸਕਦੀ ਹੈ। ਇਹਦਾ ਮਤਲਬ ਸਰਕਾਰ ਜਿਹੜੀ ਪਬਲਿਕ ਪ੍ਰੋਕਿਉਰਮੈਂਟ ਵਿੱਚੋਂ ਆਪਣਾ ਹੱਥ ਖਿਸਕਾ ਰਹੀ ਹੈ। ਔਰ ਜਿੱਥੇ ਜਿੱਥੇ ਸਰਕਾਰੀ ਮੰਡੀਆਂ ਨਹੀਂ ਹਨ ਔਰ ਪਬਲਿਕ ਪ੍ਰੋਕਿਉਰਮੈਂਟ ਨਹੀਂ ਹੈ, ਉੱਥੇ ਕਿਸਾਨਾਂ ਨੂੰ ਜਿਹੜੀ ਅਨਾਉਂਸ ਕੀਤੀ ਮਿਨੀਮਮ ਸਪੋਰਟ ਪ੍ਰਾਈਸ ਉਹ ਨਹੀਂ ਮਿਲਦੀ। ਜਿਵੇਂ ਇਸ ਸਾਲ ਮੱਕੀ ਦੇ ਕੇਸ ਦੇ ਵਿੱਚ ਹੋਇਆ। ਮੱਕੀ ਦੇ ਕੇਸ ਦੇ ਵਿੱਚ ਇਸ ਸਾਲ 1850 ਰੁਪਏ ਮੱਕੀ ਦੀ ਮਿਨੀਮਮ ਸਪੋਰਟ ਪ੍ਰਾਈਸ ਅਨਾਉਂਸ ਕੀਤੀ ਗਈ, ਲੇਕਿਨ ਇਹਦੀ ਪ੍ਰੋਕਿਉਰਮੈਂਟ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਸਰਕਾਰ ਨਹੀਂ ਕਰਦੀ। ਇਸ ਕਰਕੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਕੋਈ 900 ਤੋਂ 1200 ਰੁਪਏ ਕੁਇੰਟਲ ਹੀ ਇਹਦਾ ਭਾਅ ਮਿਲਿਆ, ਇਸ ਤੋਂ ਵੱਧ ਭਾਅ ਨਹੀਂ ਮਿਲਿਆ। ਇਸ ਤਰ੍ਹਾਂ ਸੂਰਜਮੁਖੀ ਵਿੱਚ ਕਈ ਵਾਰੀ ਹੋਇਆ, ਦਾਲਾਂ ਦੇ ਵਿੱਚ ਕਈ ਵਾਰੀ ਹੋਇਆ, ਬਾਜਰੇ 'ਚ ਕਈ ਵਾਰੀ ਹੋਇਆ। ਸੋ ਜਿਹੜੀਆਂ ਸਰਕਾਰ ਹੈ ਉਹ 23 ਕਮੋਡਿਟੀ ਦੀ ਮਿਨੀਮਮ ਸਪੋਰਟ ਪ੍ਰਾਈਸ ਡਿਕਲੇਅਰ ਕਰਦੀ ਹੈ, 23 ਕਮੋਡਿਟੀਜ਼ ਦੀ ਮਿਨੀਮਮ ਸਪੋਰਟ ਪ੍ਰਾਈਸ ਡਿਕਲੇਅਰ ਕਰਦੀ ਹੈ, ਲੇਕਿਨ ਪ੍ਰੋਕਿਉਰ 2 ਕਮੋਡਿਟੀਜ਼ ਹੀ ਜਨਰਲੀ ਕਰਦੀ ਹੈ ਜਾਂ 2.5 ਕਮੋਡਿਟੀ ਕਰਦੀ ਹੈ। 2 ਨੇ, ਕਣਕ ਤੇ ਝੋਨਾ, ਔਰ ਕਪਾਹ ਦੀ ਕਦੀ ਕਦੀ ਉਹ ਪ੍ਰੋਕਿਉਰਮੈਂਟ ਕਰਦੀ ਹੈ। ਬਾਕੀ ਸਾਰਾ ਕੰਮ ਪ੍ਰਾਈਵੇਟ ਥਾਂ 'ਚ ਹੋਣ ਕਰਕੇ ਕਿਸਾਨਾਂ ਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲਦੀ, ਉਹਨਾਂ ਨੂੰ ਘੱਟ ਕੀਮਤ 'ਤੇ ਆਪਣੀਆਂ ਫਸਲਾਂ ਵੇਚਣੀਆਂ ਪੈਂਦੀਆਂ ਨੇ। ਪਿਛਲੇ ਸਮੇਂ ਜਿਹੜਾ ਸਿੰਘੂ ਬਾਰਡਰ 'ਤੇ ਇੱਕ ਕਿਸਾਨ ਲੀਡਰ ਨੇ ਦੋਸ਼ ਲਾਇਆ ਹੈ ਕਿ ਕਿਸਾਨਾਂ ਨੂੰ ਜਿਹੜੀਆਂ 21 ਕਮੋਡਿਟੀ ਦਾ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਨਹੀਂ ਮਿਲਦੀ, ਉਹਦਾ ਜੇ ਅੰਦਾਜ਼ਾ ਲਾਇਆ ਜਾਏ ਤਾਂ ਉਹਨਾਂ ਅਨੁਸਾਰ ਹਰ ਸਾਲ 4 ਲੱਖ ਕਰੋੜ ਦਾ ਹਿੰਦੁਸਤਾਨ ਦੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਉਹਨਾਂ ਅਨੁਸਾਰ ਪਿਛਲੇ 15 ਸਾਲਾਂ 'ਚ ਕੋਈ 45 ਲੱਖ ਦਾ ਕਿਸਾਨਾਂ ਨੂੰ ਇਸ ਕਰਕੇ ਨੁਕਸਾਨ ਹੋਇਆ ਕਿ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸਿਸ 21 ਕਮੋਡਿਟੀ ਦੀ ਨਹੀਂ ਮਿਲੀ, ਜਾਂ ਜਿਹੜੀਆਂ 2 ਕਮੋਡਿਟੀਜ਼ ਨੇ ਪੰਜਾਬ, ਹਰਿਆਣਾ, ਵੈਸਟਰਨ UP, ਮੱਧ ਪ੍ਰਦੇਸ਼, ਆਂਧਰਾ ਤੋਂ ਇਲਾਵਾ ਹੋਰ ਥਾਵਾਂ 'ਤੇ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲੀ। ਸੋ ਇਸ ਕਰਕੇ ਕਿਸਾਨਾਂ ਦਾ ਖਦਸ਼ਾ ਹੈ ਕਿ ਇਹ ਐਕਟ ਪਾਸ ਹੋਣ ਦੇ ਨਾਲ, ਪ੍ਰਾਈਵੇਟ ਮੰਡੀਆਂ ਬਣਨ ਦੇ ਨਾਲ ਤੇ FCI ਦੇ ਵਾਪਸ ਚਲੇ ਜਾਣ ਦੇ ਬਾਅਦ ਉਹਨਾਂ ਨੂੰ ਘੱਟੋ ਘੱਟ ਮੁੱਲ ਜਿਹੜਾ ਉਹ ਨਹੀਂ ਮਿਲੇਗਾ। ਤੀਸਰਾ ਜਿਹੜਾ ਲਾਸਟ ਕਾਨੂੰਨ ਹੈ ਜਿਹੜਾ ਇਹਦੇ ਬਾਰੇ ਗੱਲ ਕਰਨੀ ਜ਼ਰੂਰੀ ਹੈ, ਉਹ ਹੈ ਦਾ ਫਾਰਮਰਸ ਇੰਪਾਵਰਮੈਂਟ ਪ੍ਰੋਟੈਕਸ਼ਨ
एग्रीमेंट ऑफ प्राइस अश्योरेंस एंड फार्म सर्विसेज एक्ट, जिन्हों कंट्रैक्ट एक्ट के नाल भी जानिया जाता है। इस एक्ट अनुसार कोई भी किसान जिहड़ा है ਜਾਂ ग्रुप ऑफ फार्मर जिहड़े ने वो प्राइवेट कंपनियां दे नाल जिन्हां दा आपां जिक्र कीता है कि होलसेल डीलर ने ਜਾਂ प्रोसैसर ने एग्रीकल्चर प्रोड्यूस दे ਜਾਂ एक्सपोर्टर्स ने वो एग्रीमेंट च एंटर कर सकते हैं, कंट्रैक्ट फार्मिंग कर सकते हैं। और ये कंट्रैक्ट जिहड़ा है वो लंबे समय लिए भी हो सकता है, एक फसल तो लैके लंबे समय लिए भी हो सकता, 10-15 साल लिए भी कर सकते हैं। जिहड़ा इकरारनामा किसान करनगे वो इस गल ते करनगे कि किसान एक किहड़ी फसल बीजेगा, उसकी क्वालिटी की होएगी ਅਤੇ ਉਹਦੀ ਕੁਆਂਟੀਟੀ ਕੀ ਹੋਏਗੀ, ਇਹ ਇਕਰਾਰਨਾਮਾ ਉਹ ਕਰੇਗਾ। ਔਰ ਉਸ ਇਕਰਾਰਨਾਮੇ ਦੇ ਮੁਤਾਬਕ ਕਿਸਾਨ ਜਿਹੜਾ ਹੈ ਉਹ ਕੰਪਨੀ ਨੂੰ ਆਪਣੀ ਜਿਹੜੀ ਫਸਲ ਹੈ ਉਹ ਵੇਚੇਗਾ, ਦੇਣ ਲਈ ਵਚਨਬੱਧ ਹੋਏਗਾ। ਕਿਸਾਨਾਂ ਨੂੰ ਇਹਦੀ ਅਦਾਇਗੀ 3 ਤੋਂ 5 ਦਿਨਾਂ ਦੇ ਵਿੱਚ ਹੋਏਗੀ। ਔਰ ਇਸ ਤੋਂ ਇਲਾਵਾ ਜੇ ਕੰਪਨੀ ਅਦਾਇਗੀ ਲੇਟ ਕਰੇਗੀ ਉਹਨੂੰ ਜੁਰਮਾਨਾ ਹੋ ਸਕਦਾ ਹੈ। ਔਰ ਇਹ ਜਿਹੜੀ ਕੁਇਕ ਪੇਮੈਂਟ ਦੀ ਗੱਲ ਤੇ ਇਹਦੇ 'ਚ ਕੀਤੀ ਗਈ ਹੈ। ਇਹਨਾਂ ਜਿਹੜੀਆਂ ਕੰਟਰੈਕਟ ਕਰਨਗੀਆਂ ਕੰਪਨੀਆਂ ਤੇ ਕਿਸਾਨਾਂ ਤੋਂ ਖਰੀਦਦਾਰੀ ਕਰਨਗੀਆਂ, ਉਹ ਜਾਂ ਤਾਂ ਫਾਰਮ ਗੇਟ ਤੇ ਜਿੱਥੇ ਕਿਸਾਨਾਂ ਦੀ ਉਪਜ ਪੈਦਾ ਕੀਤੀ ਆ ਉੱਥੋਂ ਪ੍ਰਕਿਓਰ ਕਰ ਸਕਦੀਆਂ ਨੇ, ਜਾਂ ਕਿਸਾਨ ਜਿਹੜੇ ਨੇ ਉਹ ਆਪਣੀ ਫਸਲ ਜਿਹੜੀ ਆ ਇਹ ਮੰਡੀਆਂ ਦੇ ਜਿਹੜੇ ਬਣਾਈਆਂ ਹੋਈਆਂ ਮੰਡੀਆਂ ਨੇ ਜਾਂ ਜਿੱਥੇ ਪ੍ਰੋਸੈਸਿੰਗ ਕਰ ਰਹੇ ਨੇ, ਜਿਵੇਂ ਗੰਨਾ ਮਿਲਾਂ ਤੇ ਆਪਣਾ ਗੰਨਾ ਜਾ ਕੇ ਵੇਚਦੇ ਆ, ਉਸ ਤਰ੍ਹਾਂ ਉੱਥੇ ਸਪਲਾਈ ਕਰ ਸਕਣਗੀਆਂ। ਔਰ ਇਹਨਾਂ ਮੰਡੀਆਂ ਦੇ ਵਿੱਚ ਜਦੋਂ ਕਿਸਾਨ ਇਹ ਮਾਲ ਆਪਣਾ ਵੇਚੇਗਾ, ਫਸਲਾਂ ਵੇਚੇਗਾ, ਉਹਨਾਂ ਦੇ ਉੱਪਰ ਕੋਈ ਟੈਕਸ ਨਹੀਂ ਲੱਗੇਗਾ, ਮੰਡੀ ਫੀਸ ਨਹੀਂ ਲੱਗੇਗੀ, ਕੋਈ ਸੈਸ ਨਹੀਂ ਲੱਗੇਗਾ, ਰੂਰਲ ਡਿਵੈਲਪਮੈਂਟ ਫੰਡ ਨਹੀਂ ਲੱਗੇਗਾ। ਸੋ ਇਹ ਜਿਹੜੇ ਪ੍ਰੋਸੈਸਰ ਨੇ ਇਹਨਾਂ ਨੂੰ ਇੱਕ ਸਪੈਸ਼ਲ ਪ੍ਰੋਵੀਜ਼ਨ ਕੀਤੀ ਗਈ ਹੈ, ਪ੍ਰਾਈਵੇਟ ਜਿਹੜੇ ਖਰੀਦਦਾਰ ਹੋਣਗੇ ਉਹਨਾਂ ਦੇ ਵਿੱਚ ਉੱਪਰ ਸਟੇਟ ਗਵਰਨਮੈਂਟ ਵੱਲੋਂ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ, ਕੋਈ ਟੈਕਸ ਨਹੀਂ ਲੱਗੇਗਾ। ਤੋਲਣ ਦੇ ਮਾਮਲੇ ਦੇ ਵਿੱਚ ਵੱਧ ਘੱਟ ਹੋਣ ਦੇ ਮਾਮਲੇ 'ਚ ਸਟੇਟ ਗਵਰਨਮੈਂਟ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ। ਔਰ ਉਹਦੀ ਕੁਆਲਿਟੀ ਨੂੰ ਜੱਜ ਕਰਨ ਦੇ ਵਿੱਚ ਸਟੇਟ ਗਵਰਨਮੈਂਟ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ। ਔਰ ਜਿਹੜਾ ਇਹ ਕੰਟਰੈਕਟ ਕਿਸਾਨ ਕਰਨਗੇ ਇਹਦੇ ਵਿੱਚ ਇੱਕ ਗੱਲ ਹੋਰ ਕੰਪਨੀਆਂ ਲਿਖ ਸਕਦੀਆਂ ਨੇ ਕਿ ਜਦੋਂ ਫਸਲ ਬੀਜਣੀ ਹੈ ਤਾਂ ਕੰਪਨੀਆਂ ਕਿਸਾਨਾਂ ਨੂੰ ਕਿਹੜੇ ਬੀਜ ਬੀਜਣੇ ਨੇ, ਉਹਨਾਂ 'ਚ ਕਿਹੜੀਆਂ ਖਾਦਾਂ ਪਾਉਣੀਆਂ ਨੇ, ਦਵਾਈਆਂ ਦੇਣੀਆਂ ਨੇ, ਜਾਂ ਕਿਹੜੀ ਸਲਾਹਕਾਰੀ ਸੇਵਾ ਦੇਣੀ ਹੈ, ਉਹ ਵੀ ਲਿਖਿਆ ਹੋਏਗਾ। ਤੇ ਇਹਨਾਂ ਦੇ ਬਦਲੇ 'ਚ ਕਿਸਾਨ ਕੰਪਨੀਆਂ ਨੂੰ ਪੇਮੈਂਟ ਕਰਨਗੇ, 5%, 2% ਜੋ ਵੀ ਉਹਦੇ ਵਿੱਚ ਲਿਖਿਆ ਹੋਏਗਾ ਕਿਸਾਨਾਂ ਨੂੰ ਪੇਮੈਂਟ ਕਰਨੀ ਪਏਗੀ। ਇਸ ਵਕਤ ਇਸ ਮੌਕੇ ਜਿਹੜੀ ਸਲਾਹਕਾਰੀ ਸਰਵਿਸ ਹੈ ਉਹ ਐਗਰੀਕਲਚਰ ਯੂਨੀਵਰਸਿਟੀਆਂ ਔਰ ਖੇਤੀਬਾੜੀ ਮਹਿਕਮਾ ਕਿਸਾਨਾਂ ਨੂੰ ਮੁਫਤ ਦਿੰਦਾ ਹੈ। ਜਦੋਂ ਪ੍ਰਾਈਵੇਟ ਕੰਪਨੀਆਂ ਨਾਲ ਕੰਟਰੈਕਟ ਕਰਨਗੇ ਇਹਦੇ ਬਦਲੇ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਤੋਂ ਕੁਛ ਚਾਰਜ ਕਰ ਸਕਣਗੀਆਂ। ਸੋ ਜਿਹੜਾ ਭਾਅ ਵੱਧ ਦੇਣਗੀਆਂ ਉਹਦੇ ਇਵਜ ਦੇ ਵਿੱਚ ਉਹ ਜਿਹੜਾ ਹੈ ਉਹ ਇੱਕ ਕੱਟ ਲਾ ਸਕਦੀਆਂ ਨੇ ਜਿਹੜੀਆਂ ਉਹ ਸਰਵਿਸਿਜ਼ ਦੇਣਗੀਆਂ। ਅਗਲੀ ਗੱਲ ਹੈ ਕਿ ਜੇ ਕੰਪਨੀਆਂ ਤੇ ਕਿਸਾਨਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਝਗੜਾ ਹੋ ਜਾਂਦਾ ਹੈ ਤੇ ਪਹਿਲਾ ਜਿਹੜਾ ਐਕਟ ਹੈ ਉਹਦੇ ਮੁਤਾਬਕ ਕਿਸਾਨ ਕੋਰਟ ਵਿੱਚ ਨਹੀਂ ਜਾ ਸਕਣਗੇ। ਇਹ ਮਾਮਲਾ ਜਿਹੜਾ ਹੈ SDM ਨੂੰ ਦਿੱਤਾ ਜਾਏਗਾ ਸਾਲਸੀ ਵਾਸਤੇ। ਜੇ SDM ਦੇ ਕੋਲ ਨਹੀਂ ਹੱਲ ਹੁੰਦਾ 30 ਦਿਨਾਂ 'ਚ ਦੈਨ DC ਕੋਲ ਚਲਾ ਜਾਏਗਾ। ਤਾਂ ਇਹ ਦੋਵਾਂ ਐਕਟਾਂ ਦੇ ਵਿੱਚ ਜਾਂ ਤਿੰਨਾਂ ਐਕਟਾਂ ਦੇ ਵਿੱਚ ਇੱਕ ਕਾਮਨ ਰਨਿੰਗ ਥਰੈਡ ਹੈ। ਇਹ ਰਨਿੰਗ ਥਰੈਡ ਹੈ ਕਿ ਪ੍ਰਾਈਵੇਟ ਟ੍ਰੇਡ ਨੂੰ ਖੇਤੀਬਾੜੀ ਦੇ ਵਿੱਚ ਵੱਡੀ ਪੱਧਰ ਤੇ ਲਿਆਉਣਾ ਹੈ ਤੇ ਪ੍ਰਾਈਵੇਟ ਕੰਪਨੀਆਂ ਨੂੰ ਜਿਨ੍ਹਾਂ ਦਾ 3 ਨਾਵਾਂ 'ਚ ਜ਼ਿਕਰ ਕੀਤਾ ਹੈ, ਹੋਲਸੇਲ ਡੀਲਰਸ, ਐਗਰੋ ਪ੍ਰੋਸੈਸਰਸ ਤੇ ਐਕਸਪੋਰਟਰਸ ਆਫ ਥੀਸ ਕਮੋਡਿਟੀਜ਼, ਇਹਨਾਂ ਦੇ ਉੱਪਰ ਸਰਕਾਰੀ ਦਖਲ ਅੰਦਾਜ਼ੀ ਨਹੀਂ ਹੋਏਗੀ। ਇਹਨਾਂ ਨੂੰ ਸਰਕਾਰੀ ਮੰਡੀਆਂ ਦੇ ਮੁਕਾਬਲੇ 'ਚ ਇੱਥੇ ਜਿਹੜੀ ਖਰੀਦਦਾਰੀ ਹੋਏਗੀ ਉੱਤੇ ਜਿਹੜੇ 3 ਕਿਸਮ ਦੀਆਂ ਪੇਮੈਂਟ ਇਸ ਵਕਤ ਚੱਲਦੀਆਂ ਨੇ ਪੰਜਾਬ ਹਰਿਆਣਾ ਦੇ ਵਿੱਚ। ਪਹਿਲੀ ਗੱਲ ਹੈ ਕਿ ਮਾਰਕੀਟ ਫੀਸ ਨਹੀਂ ਲੱਗੇਗੀ ਜਿਹੜੀ 2.5% ਹੈ। ਰੂਰਲ ਡਿਵੈਲਪਮੈਂਟ ਫੰਡ ਨਹੀਂ ਚਾਰਜ ਕਰ ਉਹਨਾਂ ਤੇ ਲੱਗੇਗਾ 2.5% ਹੈ।
ਆੜਤ ਨਹੀਂ ਲੱਗੇਗੀ। ਸੋ ਇਹ ਮਿਲਾ ਕੇ ਕੋਈ 8.5% ਬਣਦੇ ਨੇ ਸਾਰੇ ਖਰਚੇ ਜਿਹੜੇ ਨੇ। ਸੋ ਇਹਨਾਂ ਤੋਂ ਇਹਨਾਂ ਨੂੰ ਮੁਕਤ ਕਰਤਾ ਗਿਆ, ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ, ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਪ੍ਰਾਈਵੇਟ ਮੰਡੀਆਂ ਵਿੱਚ ਜਿਹੜੀ ਖਰੀਦ ਫਰੋਖਤ ਹੋਏਗੀ ਉਹ ਦਿੱਤੀ ਗਈ ਹੈ। ਦੂਸਰੀ ਗੱਲ ਹੈ ਕਿ ਪ੍ਰਾਈਵੇਟ ਟ੍ਰੇਡਰਸ ਨੂੰ ਖੇਤੀਬਾੜੀ ਦੇ ਵਪਾਰ ਵਿੱਚ ਵੱਡੀ ਪੱਧਰ ਤੇ ਲਿਆਂਦਾ ਜਾ ਰਿਹਾ ਹੈਗਾ, ਔਰ ਇਹ ਵੱਡੀ ਪੱਧਰ ਤੇ ਲਿਆਉਣ ਵਾਸਤੇ ਜਿਹੜਾ ਅਸੈਂਸ਼ੀਅਲ ਸਰਵਿਸਿਜ਼ ਅਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਉਹਦੇ 'ਚ ਅਨਲਿਮਿਟਿਡ ਭੰਡਾਰੀਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਗਈ ਹੈ, ਜਿਹਦਾ ਮਤਲਬ ਹੈ ਕਿ ਫੂਡ ਗ੍ਰੇਨ ਦੀ ਪ੍ਰੋਕਿਉਰਮੈਂਟ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ, ਔਰ ਸਸਤਾ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹਨਾਂ ਤੇ ਟੈਕਸ ਨਹੀਂ ਲੱਗਣਗੇ। ਫਿਰ ਭੰਡਾਰੀਕਰਨ ਕਰਕੇ ਉਹ ਵਾਧੂ ਭਾਅ ਤੇ ਵੇਚਣ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ ਕਿ ਉਹ ਅਨਾਜ ਜਿਹੜਾ ਹੈ ਉਹ 49% ਵੱਧ ਕੀਮਤ ਤੇ ਵੇਚ ਸਕਣਗੇ, ਔਰ ਜਿਹੜਾ ਪੈਰੀਸ਼ੇਬਲ ਕਮੋਡਿਟੀ 99% ਵੱਧ ਕੀਮਤ ਤੇ ਵੇਚ ਸਕਣਗੇ। ਸਰਕਾਰ ਦੀ ਕੋਈ ਉਜਰਦਾਰੀ ਨਹੀਂ ਹੋਏਗੀ। ਸੋ ਇਹਦੇ ਨਾਲ ਜਿਹੜਾ ਆਮ ਕੰਜ਼ਿਊਮਰ ਹੈ, ਆਮ ਸ਼ਹਿਰੀ ਹੈ, ਤੁਸੀਂ ਉਹ ਮੈਂ ਉਹ ਜਿਹੜੇ ਸ਼ਹਿਰਾਂ 'ਚ ਰਹਿ ਰਹੇ ਆ, ਉਹਨਾਂ ਨੂੰ ਵੱਧ ਕੀਮਤ ਤੇ ਜਦੋਂ ਕੰਪਨੀਆਂ ਕੋਲ ਸਮਾਨ ਆ ਜਾਏਗਾ ਮਿਲੇਗਾ। ਕਿਸਾਨਾਂ ਨੂੰ ਜਿਹੜਾ ਭਾਅ ਹੈ ਉਹ ਘੱਟ ਜਿਹੜੇ ਪ੍ਰੀ ਡਿਟਰਮਿਨਡ ਪ੍ਰਾਈਸ ਤੇ ਚਲੇਗਾ। ਔਰ ਕੰਪਨੀਆਂ ਦੇ ਕੋਲ ਇਹ ਪਾਵਰ ਹੈ ਕਿ ਕਿਸੇ ਫਸਲ ਨੂੰ ਜਦੋਂ ਉਹਨਾਂ ਕੋਲ ਆਉਂਦੀ ਹੈ ਇਹ ਕਹਿ ਕੇ ਉਹਦੀ ਕੁਆਲਿਟੀ ਠੀਕ ਨਹੀਂ ਹੈ, ਔਰ ਉਸ ਕੁਆਲਿਟੀ ਦੇ ਆਧਾਰ ਦੇ ਉੱਤੇ ਉਹਨਾਂ ਕੋਲ ਰਿਜੈਕਟ ਕਰਨ ਦਾ ਰਾਈਟ ਹੋਵੇਗਾ, ਔਰ ਜੇ ਉਹ ਉਹਨਾਂ ਨੇ ਖਰੀਦਣੀ ਆ ਉੱਤੇ ਕੱਟ ਲਾਉਣ ਦਾ ਅਧਿਕਾਰ ਹੋਵੇਗਾ। ਸੋ ਇੱਕ ਵਿਵਸਥਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹਦੇ 'ਚ ਜਿਹੜੀ FCI ਰਾਹੀਂ ਖਰੀਦ ਹੈ, ਸਰਕਾਰੀ ਮੰਡੀਆਂ ਰਾਹੀਂ ਖਰੀਦ ਹੈ, ਤੇ ਮਿਨੀਮਮ ਸਪੋਰਟ ਪ੍ਰਾਈਸ ਦੀ ਖਾਸ ਕਰ ਜਿਹੜਾ ਕੰਟਰੈਕਟ ਐਕਟ ਹੈ ਉਹ ਇਹਨਾਂ ਨੂੰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਤੋਂ ਮੁਕਤ ਕਰਦਾ ਹੈ। ਵੱਧ ਤੇ ਵੀ ਖਰੀਦ ਸਕਦੇ ਨੇ ਔਰ ਨੁਕਸ ਪੈਣ ਤੇ ਘੱਟ ਤੇ ਵੀ ਖਰੀਦ ਸਕਦੇ ਨੇ। ਸੋ ਜਿਹੜੇ ਪ੍ਰੈਜ਼ੈਂਟ ਫਰੇਮਵਰਕ ਹੈ ਐਗਰੀਕਲਚਰ ਪ੍ਰੋਡਕਸ਼ਨ ਦਾ ਤੇ ਮਾਰਕੀਟਿੰਗ ਦਾ ਤੇ ਡਿਸਟ੍ਰੀਬਿਊਸ਼ਨ ਦਾ, ਉਹਦੇ 'ਚ ਤਬਦੀਲੀ ਇਹਨਾਂ ਨੇ ਜਿਹੜੀ ਹੈ ਇੱਕਦਮ ਇਹ ਐਕਟ 3 ਲਿਆ ਕੇ ਕਰ ਦਿੱਤੀ ਗਈ ਹੈ, ਔਰ ਇਹ ਪ੍ਰਾਈਵੇਟ ਟ੍ਰੇਡਰਸ ਨੂੰ ਵਪਾਰ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ, ਉਹਨਾਂ ਨੂੰ ਭੰਡਾਰੀ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਨੂੰ ਭੰਡਾਰੀ ਕਰਨ ਤੋਂ ਬਾਅਦ ਵੱਧ ਕੀਮਤ ਚਾਰਜ ਕਰਨ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ, ਤੇ ਸਰਕਾਰ ਜਿਹੜੀ ਹੈ ਉਹਦੇ ਤੇ ਸਿਰਫ ਉਦੋਂ ਹੀ ਕਿਸੇ ਕਿਸਮ ਦਾ ਦਖਲ ਅੰਦਾਜ਼ੀ ਕਰ ਸਕਦੀ ਹੈ ਜਦੋਂ ਜਾਂ ਤਾਂ ਕਿਸੇ ਮੁਲਕ ਨਾਲ, ਗੁਆਂਢੀ ਮੁਲਕ ਨਾਲ ਵਾਰ ਲੱਗੀ ਹੋਵੇ, ਜਾਂ ਕੋਈ ਬਹੁਤ ਆਫਤ ਆ ਜੇ, ਜਾਂ ਕਾਲ ਪੈ ਜੇ, ਜਾਂ ਬਹੁਤ ਐਕਸਟਰਾ ਆਰਡੀਨਰੀ ਕੀਮਤ ਵਿੱਚ ਵਾਧਾ ਹੋ ਜੇ, ਤੇ ਇਹ ਕੰਪਨੀਆਂ ਇਹ ਚੀਜ਼ਾਂ ਨੂੰ ਐਕਸਪੋਰਟ ਵੀ ਕਰ ਸਕਦੀਆਂ ਨੇ। ਤੇ ਇਹਨਾਂ ਦੇ ਉੱਤੇ ਜਿਹੜਾ ਸਟੇਟ ਸੈਂਟਰ ਗਵਰਨਮੈਂਟ ਬਿਲਕੁਲ ਕੋਈ ਕਿਸੇ ਕਿਸਮ ਦਾ ਕੋਈ ਅੰਕੁਸ਼ ਜਾਂ ਰੈਗੂਲੇਸ਼ਨ ਨਹੀਂ ਲਾਏਗੀ, ਔਰ ਜਿਹੜਾ ਫ੍ਰੀ ਟ੍ਰੇਡ ਦਾ ਦਾਇਰਾ ਹੈ ਉਹ ਵਧਾਇਆ ਜਾ ਰਿਹਾ। ਇਕਨੋਮਿਕਸ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਕਿ ਪਹਿਲਾਂ ਜਿਹੜਾ ਐਗਰੀਕਲਚਰ ਵਸਤਾਂ ਦਾ ਵਪਾਰ ਹੈ ਪੈਰੀਸ਼ੇਬਲ ਕਮੋਡਿਟੀ ਨੂੰ ਛੱਡ ਕੇ, ਅਨਾਜ ਦਾ ਖਾਸ ਕਰਕੇ, ਉਹ ਸਟੇਟ ਮੋਨੋਪੋਲੀ ਰਾਹੀਂ ਹੋ ਰਿਹਾ। ਸਟੇਟ ਮੋਨੋਪੋਲੀ ਜਿਹੜੀ ਹੈ FCI ਦੇ ਰਾਹੀਂ ਜਾਂ ਕਾਟਨ ਕਾਰਪੋਰੇਸ਼ਨ ਰਾਹੀਂ ਹੋ ਰਿਹਾ। ਸਟੇਟ ਮੋਨੋਪੋਲੀ ਜਿਹੜੀਆਂ ਨੇ, ਭਾਵੇਂ ਕਾਟਨ ਕਾਰਪੋਰੇਸ਼ਨ ਹੈ ਜਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੈ, ਉਹ ਪਾਰਲੀਮੈਂਟ ਦੇ ਵਿੱਚ ਜਵਾਬਦੇਹ ਨੇ, ਉਹਨਾਂ ਦੀ ਅਕਾਊਂਟੇਬਿਲਟੀ ਹੈ। ਉਹਨਾਂ ਤੋਂ ਲੈ ਕੇ ਇਹ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਕੋਈ ਪਬਲਿਕ ਅਕਾਊਂਟੇਬਿਲਟੀ ਨਹੀਂ ਹੁੰਦੀ, ਉਹ ਸਿਰਫ ਅਕਾਊਂਟੇਬਲ ਆਪਣੇ ਸ਼ੇਅਰ ਹੋਲਡਰਸ ਨੂੰ ਹੁੰਦੇ ਨੇ, ਤੇ ਉਹ ਮੁਨਾਫੇ ਵਾਸਤੇ ਕੰਮ ਕਰਦੇ ਨੇ। ਜਿਹੜੀ ਪਬਲਿਕ ਮੋਨੋਪੋਲੀ ਹੈ ਉਹ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੀ ਹੈ, ਉਹ ਪਾਰਲੀਮੈਂਟ ਨੂੰ ਰਿਸਪੌਂਸਿਵ ਹੁੰਦੀ ਹੈ, ਅਕਾਊਂਟੇਬਲ ਹੁੰਦੀ ਹੈ, ਉਹਦੇ ਤੇ ਲੋਕ ਪ੍ਰੈਸ਼ਰ ਦਾ ਅਸਰ ਹੁੰਦਾ ਹੈ। ਲੇਕਿਨ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਇਸ ਤੋਂ ਮੁਕਤ ਹੁੰਦੀਆਂ ਨੇ। ਇਹਨੂੰ ਅਸੀਂ ਕਹਿ ਰਹੇ ਹਾਂ ਕਿ ਅਸੀਂ ਪਬਲਿਕ ਮੋਨੋਪੋਲੀ ਤੋਂ ਪ੍ਰਾਈਵੇਟ ਮੋਨੋਪਸੋਨੀ ਮਾਰਕੀਟ ਫਾਰਮ ਵੱਲ ਜਾ ਰਹੇ ਹਾਂ। ਤੇ ਥਿਊਰੀ ਦੇ ਵਿੱਚ, ਇਕਨੋਮਿਕ ਥਿਊਰੀ ਦੇ ਵਿੱਚ, ਮੋਨੋਪਸੋਨੀ ਦੇ ਵਿੱਚ ਜਿਹੜੀ ਮੋਨੋਪਸੋਨੀ ਹੈ ਉਹ ਐਕਸਟਰਾ ਆਰਡੀਨਰੀ ਪ੍ਰੋਫਿਟ ਕਮਾਉਂਦੀ ਹੈ, ਔਰ ਜਦੋਂ ਬਾਈ ਕਰਦੀ ਹੈ, ਖਰੀਦਦੀ ਹੈ, ਤਾਂ ਕਿਸਾਨਾਂ ਤੋਂ ਘੱਟ ਕੀਮਤ ਤੇ ਖਰੀਦਦੀ ਹੈ, ਉਹਦੇ ਤੇ ਉਹਨਾਂ ਨੂੰ ਘੱਟ ਮੁਨਾਫਾ ਦਿੰਦੀ ਹੈ। ਸੋ ਜਿਹੜਾ ਮਾਰਕੀਟ ਫਾਰਮਸ ਹੈ, ਇਹ ਮਾਰਕੀਟ ਫਾਰਮ ਜਿਹੜੀ ਹੈ ਇਹ ਕਾਫੀ ਜਿਹੜੀ ਆ ਇਹਦੇ ਤੇ ਜਿਹੜਾ ਕ੍ਰਿਟਿਸਿਜ਼ਮ ਇਹਦਾ ਕੀਤਾ ਜਾ ਸਕਦਾ ਹੈ। ਇਹ ਪ੍ਰੋਡਿਊਸਰ ਦੇ ਵੀ ਖਿਲਾਫ ਹੈ ਤੇ ਕੰਜ਼ਿਊਮਰ ਦੇ ਵੀ ਖਿਲਾਫ ਹੈ। ਪ੍ਰੋਡਿਊਸਰ ਦੇ ਇਸ ਕਰਕੇ ਖਿਲਾਫ ਹੈ ਕਿ ਫਰਜ਼ ਕਰੋ ਤੁਸੀਂ ਐਗਰੀਮੈਂਟ ਕਰ ਲਿਆ 10 ਸਾਲ ਦਾ, 15 ਸਾਲ ਦਾ, ਔਰ ਮਾਰਕੀਟ ਦੇ ਵਿੱਚ ਕੀਮਤਾਂ ਗਈਆਂ ਵੱਧ,
ਤੇ ਹੁਣ ਕਿਸਾਨ ਜਿਹੜਾ ਉਹ ਫ੍ਰੀ ਨਹੀਂ ਹੋਏਗਾ ਕਿ ਆਪਣੀ ਫਸਲ ਜਿਹੜੀ ਆ ਵੱਧ ਕੀਮਤ ਤੇ ਵੇਚ ਸਕੇ। ਜਾਂ ਭਾਅ ਘਟ ਗਿਆ ਤੇ ਭਾਅ ਘਟਣ ਦੇ ਸਮੇਂ ਉਹਨਾਂ ਨੇ ਕੁਆਲਿਟੀ ਦਾ ਚਾਰਜ ਲਾ ਕੇ ਤੁਹਾਡੇ ਤੋਂ ਘੱਟ ਕੀਮਤ ਤੇ ਚਾਰਜ ਕਰ ਲਈ। ਤੇ ਇਹਦੇ ਸੰਦਰਭ ਦੇ ਵਿੱਚ ਅਮਰੀਕਾ ਵਿੱਚ ਜਾਂ ਦੂਜੇ ਦੇਸ਼ਾਂ ਦੇ ਵਿੱਚ ਕਈ ਜਗ੍ਹਾ ਐਸੀਆਂ ਸਟੱਡੀਜ਼ ਨੇ ਜਿਹੜੀਆਂ ਇੰਡੀਕੇਟ ਕਰਦੀਆਂ ਨੇ ਕਿ ਇਹਦੇ ਨਾਲ ਕਿਸਾਨਾਂ ਦੀ ਵੀ ਐਕਸਪਲੋਇਟੇਸ਼ਨ ਹੁੰਦੀ ਆ ਔਰ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਦੀ ਵੀ ਐਕਸਪਲੋਇਟੇਸ਼ਨ ਹੁੰਦੀ ਆ, ਉਹਨਾਂ ਤੋਂ ਵੱਧ ਕੀਮਤ ਤੇ ਚਾਰਜ ਕੀਤੀ ਜਾਂਦੀ ਹੈ। ਸੋ ਇਹ ਜਿਹੜਾ ਮਾਰਕੀਟ ਫਾਰਮ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਮਾਰਕੀਟ ਦੇ ਉੱਤੇ ਰੈਗੂਲੇਸ਼ਨ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਇਹ ਕਾਫੀ ਇਤਰਾਜ਼ਯੋਗ ਹੈ। ਤੇ ਇਹਦੇ ਨਾਲ ਜਿਹੜੀਆਂ ਸਰਕਾਰੀ ਮੰਡੀਆਂ ਜਿਹੜੀਆਂ ਨੇ ਉਹਨਾਂ ਦੇ ਖਤਮ ਹੋਣ ਦਾ ਖਦਸ਼ਾ ਹੈ। ਮਿਨੀਮਮ ਸਪੋਰਟ ਪ੍ਰਾਈਸ ਬਾਰੇ ਸਰਕਾਰ ਜਿਹੜੀ ਆ ਹੱਥ ਖਸਕਾ ਰਹੀ ਹੈ। ਸ਼ਾਂਤਾ ਕਮਰ ਕਮੇਟੀ ਵਿੱਚ ਉਹਨਾਂ ਨੇ ਇਦਾਂ ਦੀ ਗੱਲ ਕੀਤੀ ਹੋਈ ਹੈ। ਸਰਕਾਰੀ ਜਿਹੜੇ ਸਪੋਕਸਪਰਸਨ ਨੇ ਇਦਾਂ ਦੀ ਗੱਲ ਕਹਿ ਰਹੇ ਨੇ ਕਿ ਹਿੰਦੁਸਤਾਨ 'ਚ ਅਨਾਜ ਇੰਨਾ ਇਕੱਠਾ ਹੋ ਗਿਆ, ਬਾਹਰ ਅਸੀਂ ਇਸ ਕਰਕੇ ਨਹੀਂ ਵੇਚ ਸਕਦੇ ਕਿ ਬਾਹਰਲੀਆਂ ਮੰਡੀਆਂ 'ਚ ਭਾਅ ਗਿਰੇ ਹੋਏ ਨੇ। ਸੋ ਇਸ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਨੂੰ ਵੀ ਖਤਰਾ ਪੈਦਾ ਹੋ ਗਿਆ। ਸੋ ਇਨ 3 ਕਾਨੂੰਨਾਂ ਦੇ ਖਿਲਾਫ ਤੇ ਕਿਸਾਨਾਂ ਨੇ ਲੜਾਈ ਵਿੱਢੀ ਹੈ। ਤੇ ਇਹਦੇ ਨਾਲ ਹੀ ਜਿਹੜਾ ਇੱਕ ਦੋ ਹੋਰ ਚੀਜ਼ਾਂ ਜੁੜ ਗਈਆਂ। ਇੱਕ ਤਾਂ ਮੌਜੂਦਾ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਇੱਕ ਬਿੱਲ ਜਿਹੜਾ ਹੈ ਉਹ ਰੱਖਿਆ ਹੈਗਾ ਪਾਸ ਕਰਨ ਲਈ, ਉਹਨੂੰ ਕਹਿੰਦੇ ਆ ਬਿਜਲੀ ਸੋਧ ਬਿੱਲ ਦਾ ਇਲੈਕਟ੍ਰਿਸਿਟੀ 2003 ਅਮੈਂਡਮੈਂਟ ਬਿੱਲ। ਤਾਂ ਉਸ ਬਿੱਲ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਕਿ ਸੂਬਾ ਸਰਕਾਰਾਂ ਨੇ ਉਹ ਆਪਣੇ ਕੰਜ਼ਿਊਮਰਸ ਨੂੰ ਸਬਸਿਡੀ ਦਿੰਦੀਆਂ ਨੇ। ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਿਜਲੀ ਮੁਫਤ ਹੈ, ਗਰੀਬਾਂ ਨੂੰ ਜਿਹੜੇ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਉਹਨਾਂ ਨੂੰ 100 ਵਾਟ ਤੱਕ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ। ਜਾਂ ਹੁਣ ਪਿੱਛੇ ਜੇ 500 ਕਰੋੜ ਦੀ ਸਬਸਿਡੀ ਦਿੱਤੀ ਜਾਏਗੀ ਦਾ ਫੈਸਲਾ ਅਸੀਂ ਇੰਡਸਟਰੀ ਨੂੰ ਦਿੱਤਾ ਹੈ ਪੰਜਾਬ ਦੇ ਵਿੱਚ। ਸੋ ਇਹ ਸਬਸਿਡੀ ਸਟੇਟ ਗਵਰਨਮੈਂਟਾਂ ਦਿੰਦੀਆਂ ਨੇ ਔਰ ਕਿਸ ਭਾਅ ਤੇ ਬਿਜਲੀ ਵੇਚਣੀ ਹੈ ਇਹਦਾ ਫੈਸਲਾ ਸਟੇਟ ਰੈਗੂਲੇਟਰੀ ਅਥਾਰਟੀ ਕਰਦੀ ਹੈ। तो उस अथारिटी ਨੂੰ ਸਟੇਟ ਗਵਰਨਮੈਂਟ ਲਾਉਂਦੀ ਹੈ। ਹੁਣ ਜਿਹੜਾ ਸੋਧ ਬਿੱਲ ਹੈ ਉਹਦੇ 'ਚ ਕਿਹਾ ਗਿਆ ਕਿ ਅੱਗੇ ਤੋਂ ਜਿਹੜੀ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਬਿਜਲੀ ਦੀ ਜਿਹੜੀ ਰੈਗੂਲੇਟਰੀ ਅਥਾਰਟੀ ਹਰ ਸਟੇਟ ਦੇ ਵਿੱਚ ਉਹ ਸੈਂਟਰ ਗਵਰਨਮੈਂਟ ਬਣਾਇਆ ਕਰੇਗੀ ਕਿ ਕਿਸ ਭਾਅ ਤੇ ਬਿਜਲੀ ਦੇਣੀ ਹੈ। ਇਹ ਉਸ ਰੈਗੂਲੇਟਰੀ ਕਮੇਟੀ ਵੱਲੋਂ ਫੈਸਲਾ ਹੋਏਗਾ ਜਿਹੜੀ ਸੈਂਟਰ ਗਵਰਨਮੈਂਟ ਬਣਾਏਗੀ, ਸਟੇਟ ਗਵਰਨਮੈਂਟ ਨਹੀਂ ਬਣਾਏਗੀ। ਅਗਲੀ ਗੱਲ ਉਹਦੇ 'ਚ ਇਹ ਕਹੀ ਗਈ ਹੈ ਕਿ ਜੇ ਸਟੇਟ ਗਵਰਨਮੈਂਟ ਨੇ ਸਬਸਿਡੀ ਦੇਣੀ ਹੈ ਕਿਸੇ ਵੀ ਸੈਕਸ਼ਨ ਨੂੰ ਆਪਣੇ ਸਟੇਟ ਦੇ ਵਿੱਚ ਤਾਂ ਉਹ ਪਹਿਲਾਂ ਉਹਦੇ ਤੋਂ ਬਿੱਲ ਚਾਰਜ ਕਰਨਗੇ। ਬਿੱਲ ਚਾਰਜ ਕਰਨ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਬਾਅਦ ਵਿੱਚ ਭੇਜੇ ਜਾਣਗੇ। ਤਾਂ ਕਿਸਾਨਾਂ ਨੂੰ ਖਤਰਾ ਇਹ ਆ ਕਿ ਇੱਕ ਟੇਢਾ ਮੈਥਡ ਹੈ ਜਿਹਦੇ ਨਾਲ ਜਿਹੜੀ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਹੈ ਬਿਜਲੀ ਦੇ ਵਿੱਚ ਫਸਲਾਂ ਉਗਾਉਣ ਵਾਸਤੇ ਉਹ ਖਤਮ ਹੋ ਜਾਏਗੀ। ਅਗਲਾ ਬਿੱਲ ਹੈ ਕਿ ਜਿਹੜਾ ਨੈਸ਼ਨਲ ਜਿਹੜੀ ਟ੍ਰਿਬਿਊਨਲ ਹੈ ਦੇ ਬਾਰੇ ਇਨਵਾਇਰਨਮੈਂਟ ਬਾਰੇ ਟ੍ਰਿਬਿਊਨਲ ਹੈ ਉਹਦੇ ਜਿਹੜੀ ਦਿੱਲੀ 'ਚ ਸਰਦੀਆਂ 'ਚ ਧੂਆਂ ਹੁੰਦਾ ਹੈ, ਪੋਲੂਸ਼ਨ ਹੁੰਦੀ ਹੈ, ਉਹਨੇ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਸਟੇਟਾਂ ਗਵਰਨਮੈਂਟ ਨਾਲ ਰਲ ਕੇ ਪੋਲੂਸ਼ਨ ਘਟਾਓ। ਤੇ ਪੋਲੂਸ਼ਨ ਘਟਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇੱਕ ਆਰਡੀਨੈਂਸ ਪਾਸ ਕੀਤਾ। ਉਸ ਆਰਡੀਨੈਂਸ ਦੇ ਮੁਤਾਬਕ ਜੇ ਕਿਸੇ ਕਿਸਾਨ ਦੇ ਖੇਤ ਵਿੱਚ ਅੱਗ ਲੱਗਦੀ ਹੈ ਜਾਂ ਆਪ ਉਹਨੇ ਲਾਈ ਹੈ ਜਾਂ ਕਿਸੇ ਹੋਰ ਨੇ ਲਾਤੀ ਤਾਂ ਉਹਨੂੰ 5 ਸਾਲ ਤੱਕ ਕੈਦ ਔਰ 1 ਕਰੋੜ ਰੁਪਇਆ ਜੁਰਮਾਨਾ ਹੋ ਸਕਦਾ ਹੈ, ਜਿਹਨੂੰ ਪਰਾਲੀ ਜਿਹੜਾ ਹੈਗਾ ਆਰਡੀਨੈਂਸ ਕਹਿੰਦੇ ਨੇ। ਸੋ 3 ਕਾਨੂੰਨਾਂ ਦੇ ਨਾਲ 2 ਕਾਨੂੰਨ ਇਹ ਵੀ ਜੁੜ ਗਏ ਜਿਹੜਾ ਪਰਾਲੀ ਆਰਡੀਨੈਂਸ ਹੈ ਕਿ ਇਹ ਕਿਸਾਨ ਜਿਹੜੇ ਨੇ ਕਹਿ ਰਹੇ ਨੇ ਕਿ ਇਹਨਾਂ ਨੂੰ ਵਾਪਸ ਲਓ। ਜਿਹੜੀਆਂ 8 ਗੇੜ ਦੀ ਗੱਲਬਾਤ ਹੋਈ ਹੈ ਸੈਂਟਰ ਗਵਰਨਮੈਂਟ ਤੇ ਕਿਸਾਨ ਲਹਿਰ ਦੇ ਵਿੱਚ, ਉਹ 'ਚ ਕੇਂਦਰ ਸਰਕਾਰ ਇਹ ਮੰਨ ਗਈ ਹੈ ਗੱਲਬਾਤ ਦੇ ਵਿੱਚ ਜਿਵੇਂ ਬਾਹਰ ਆਇਆ ਕਿ ਇਹ ਬਿੱਲ ਜਿਹੜਾ ਬਿਜਲੀ ਸੋਧ ਬਿੱਲ ਹੈ 2003 ਦਾ ਉਹ ਨਹੀਂ ਪਾਸ ਕਰੇਗੀ ਔਰ ਪਰਾਲੀ ਆਰਡੀਨੈਂਸ ਜਿਹੜਾ ਉਹਨੂੰ ਵਾਪਸ ਲੈਣ ਵਾਸਤੇ ਸਰਕਾਰ ਨੇ ਸਹਿਮਤੀ ਜਤਾਈ ਹੈ, ਲੇਕਿਨ ਅਜੇ ਤੱਕ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਸੋ ਇਹ ਹੈ ਇਹਨਾਂ ਬਿੱਲਾਂ ਦੀ ਬਾਰੇ ਔਰ ਇਹ ਖਦਸ਼ੇ ਨੇ ਜਿਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਕਿ ਇਹ ਮੰਡੀਆਂ ਖਤਮ ਹੋ ਜਾਣਗੀਆਂ। ਇਹਦੇ ਬਾਰੇ ਬਹਿਸ ਮੁਬਾਹਸਾ ਚੱਲ ਰਿਹਾ। ਸਰਕਾਰੀ ਲੋਕ ਦਾਅਵਾ ਕਰ ਰਹੇ ਨੇ ਕਿ ਇਹਦੇ ਨਾਲ ਇਹ ਤਿੰਨੇ ਚੀਜ਼ਾਂ ਕਾਇਮ ਰਹਿਣਗੀਆਂ। ਉਹ ਇਹ ਕਹਿ ਰਹੇ ਨੇ ਕਿ MSP ਅਸੀਂ ਜਾਰੀ ਰੱਖਾਂਗੇ, ਲੇਕਿਨ ਬਹੁਤ ਸਾਰੇ ਅੰਕੜੇ ਦੱਸਦੇ ਨੇ ਔਰ ਜਿਹੜੇ ਅੰਕੜੇ ਕੋਟ ਕੀਤੇ ਜਾ ਰਹੇ ਨੇ ਉਹ NSSO ਦੀ 2003 ਦੀ ਰਿਪੋਰਟ ਬਾਰੇ ਕਿਹਾ ਜਾ ਰਿਹਾ ਕਿ ਸਿਰਫ
6% ਕਿਸਾਨਾਂ ਨੂੰ ਹੀ ਜਿਹੜੀ ਹੈ ਉਹ MSP ਮਿਲਦੀ ਹੈ। ਕਿਸਾਨਾਂ ਦੀ ਡਿਮਾਂਡ ਹੈ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਸਾਰੇ ਕਿਸਾਨਾਂ ਨੂੰ ਮਿਲੇ ਔਰ ਸਾਰੀਆਂ ਕਮੋਡਿਟੀਜ਼ 'ਚ ਮਿਲੇ। ਔਰ ਉਹ ਇਹ ਕਹਿ ਰਹੇ ਨੇ ਕਿ ਇਹਨੂੰ ਇੱਕ ਲੀਗਲ ਜਿਹੜੀ ਹੈ ਫਾਰਮ ਦਿੱਤੀ ਜਾਏ ਕਿ ਕਿਸਾਨ ਦਾ ਹੱਕ ਹੋਵੇ, ਜਿਹੜੀ ਫਸਲ ਬੀਜਦਾ ਹੈ, ਜਿਹੜੀ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਜਾਰੀ ਕਰਦੀ ਹੈ ਉਹਦੇ ਤੇ ਉਹ ਫਸਲ ਖਰੀਦੀ ਜਾਵੇ। ਔਰ ਕਿਸਾਨਾਂ ਨੇ ਐਸਟੀਮੇਟਸ ਵੀ ਜਿਵੇਂ ਪਹਿਲਾਂ ਜ਼ਿਕਰ ਕਰਨਾ ਸ਼ੁਰੂ ਕੀਤਾ ਕਿ ਹਰ ਸਾਲ ਕਿਸਾਨ ਇਸ ਕਾਰਨ ਕਰਕੇ 4 ਲੱਖ ਕਰੋੜ ਰੁਪਈਆ ਸਾਲਾਨਾ ਲੂਜ਼ ਕਰਦੇ ਨੇ। ਔਰ ਇਹ ਜਿਹੜੀ ਅਮਾਊਂਟ ਪਿਛਲੇ ਸਾਲਾਂ 'ਚ ਅਕਮੂਲੇਟ ਹੋਈ ਆ ਕਿਸਾਨਾਂ ਦੇ ਸਿਰ ਕਰਜ਼ੇ ਜਿਹੜੇ ਨੇ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਹੈ। ਸੋ ਇੱਕ ਤਾਂ ਮਿਨੀਮਮ ਸਪੋਰਟ ਪ੍ਰਾਈਸ ਦਾ ਮਸਲਾ ਇਹਨਾਂ ਕਾਨੂੰਨਾਂ ਦੇ ਪਾਸ ਕਰਨ ਤੋਂ ਬਾਅਦ ਜੁੜ ਗਿਆ ਤੇ ਕਿਸਾਨਾਂ ਦੀ ਇਹ ਡਿਮਾਂਡ ਬਣ ਗਈ ਹੈ ਕਿ ਸਾਨੂੰ ਐਕਟ ਬਣਾ ਕੇ ਇਹ ਤੇ ਸਰਕਾਰ ਇਸ ਗੱਲ ਤੇ ਨੂੰ ਮੰਨਣ ਨੂੰ ਰਾਜੀ ਨਹੀਂ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਦੀ ਤਰ੍ਹਾਂ ਇਹ ਸਿਲਸਿਲਾ ਜਾਰੀ ਰੱਖਾਂਗੇ ਅਨਾਉਂਸ ਕਰਨ ਦਾ ਮਿਨੀਮਮ ਸਪੋਰਟ ਪ੍ਰਾਈਸ ਦਾ, ਪਰ ਅਸੀਂ ਤੁਹਾਨੂੰ ਕਾਨੂੰਨੀ ਤੌਰ ਤੇ ਇਹ ਲਿਖ ਕੇ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਦੀ ਫਸਲ ਇਸ ਭਾਅ ਤੇ ਖਰੀਦੀ ਜਾਏਗੀ। ਸੋ ਉਹ ਕਹਿੰਦੇ ਨੇ ਕਿ ਮੰਡੀ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਖਰੀਦਣਗੀਆਂ, ਜੇ ਭਾਅ ਗਿਰਦਾ ਤੇ ਗਿਰੀ ਕੀਮਤ ਤੇ ਜਾਏਗਾ, ਵੱਧਦਾ ਤੇ ਵੱਧਦੀ ਕੀਮਤ ਤੇ ਜਾਏਗਾ। ਮੌਜੂਦਾ ਸਿਸਟਮ ਜਾਰੀ ਰੱਖਣਾ ਚਾਹੁੰਦੇ ਨੇ ਕਿਸਾਨ, ਇਹਦੇ ਵਿੱਚ ਬਦਲਾਅ ਚਾਹੁੰਦੇ ਨੇ। ਸੋ ਇਹ ਐਕਟਾਂ ਦੇ ਨਾਲ ਨਾਲ ਇਹ ਜਿਹੜੀ ਮੰਗ ਹੈ ਕਿ ਜਿਹੜੀ ਫਸਲ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਅਨਾਉਂਸ ਕੀਤੀ ਜਾਂਦੀ ਹੈ, ਐਲਾਨ ਕੀਤਾ ਜਾਂਦਾ, ਉਹਦੇ ਤੇ ਫਸਲ ਜ਼ਰੂਰ ਕੀਤੀ ਜਾਵੇ। ਫਿਰ ਇਹਦੇ ਨਾਲ ਉਹ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਇਹ ਕਹਿ ਰਹੇ ਜੇ ਕਿ ਪ੍ਰਾਈਵੇਟ ਸੈਕਟਰ ਨੂੰ, ਪ੍ਰਾਈਵੇਟ ਟ੍ਰੇਡਰਸ ਨੂੰ ਇੰਨੀਆਂ ਖੁੱਲ੍ਹਾਂ ਦੇ ਰਹੇ ਜੇ, ਉਹਨਾਂ ਤੇ ਰੈਗੂਲੇਸ਼ਨ ਖਤਮ ਕਰ ਰਹੇ ਹਰ ਕਿਸਮ ਦਾ, ਤੇ ਇਹਦੇ ਨਾਲ ਸਟੇਟ ਅਟਾਨਮੀ ਦਾ ਮੁੱਦਾ ਵੀ ਕਾਫੀ ਭਖ ਗਿਆ ਹੈ। ਬੇਸ਼ੱਕ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਪਹਿਲਾਂ ਇਹ ਮੁੱਦੇ ਲੈਂਦੀਆਂ ਸੀਗੀਆਂ, ਲੇਕਿਨ ਹੁਣ ਅਕਾਲੀ ਦਲ ਨੇ ਨੈਸ਼ਨਲ ਜਿਹੜੀ ਕੇਂਦਰ ਗਵਰਨਮੈਂਟ 'ਚੋਂ ਬਾਹਰ ਆਉਣ ਤੋਂ ਬਾਅਦ ਫਿਰ ਇਹ ਮਸਲਾ ਰੇਜ਼ ਕੀਤਾ ਹੈ ਕਿ ਸਟੇਟ ਅਟਾਨਮੀ ਬਰਕਰਾਰ ਰਹਿਣੀ ਚਾਹੀਦੀ ਹੈ। ਦੂਜੇ ਸੂਬੇ ਸਰਕਾਰਾਂ ਨਾਲ ਗੱਲ ਵਿਵਾਦ ਵੀ ਤੋਰ ਰਹੇ ਨੇ ਇਸ ਕਿਸਮ ਦੀ। ਸਟੇਟ ਅਟਾਨਮੀ ਦਾ ਮਸਲਾ ਵੀ ਜੁੜਿਆ ਹੋਇਆ ਹੈ ਕਿ ਖੇਤੀਬਾੜੀ ਜਿਹੜੀ ਹੈ ਉਹ ਕੁਦਰਤੀ ਇਨਵਾਇਰਮੈਂਟ ਦੇ ਵਿੱਚ ਪੈਦਾ ਹੁੰਦੀ ਹੈ। ਹਿੰਦੁਸਤਾਨ ਬਹੁਤ ਵੱਡਾ ਦੇਸ਼ ਹੈ ਔਰ ਇਸ ਦੇਸ਼ ਦੇ ਵਿੱਚ ਜਿਹੜੀਆਂ ਐਗਰੋ ਕਲਾਈਮੇਟ ਕੰਡੀਸ਼ਨਸ ਨੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਨੇ। ਇਸੇ ਕਰਕੇ ਜਿਹੜੇ ਕੰਸਟੀਟਿਊਸ਼ਨ ਦੇ ਘਾੜੇ ਸੀਗੇ, ਉਹਨਾਂ ਨੇ ਜਦੋਂ ਕੰਸਟੀਟਿਊਸ਼ਨ ਬਣਾਇਆ ਉਹਨੂੰ ਖੇਤੀਬਾੜੀ ਨੂੰ ਸਟੇਟ ਸਬਜੈਕਟ ਰੱਖਿਆ ਹੈਗਾ। ਤੇ ਸਟੇਟ ਸਬਜੈਕਟ ਦੇ ਤੌਰ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਇਨਵਾਇਰਮੈਂਟ ਹੈ, ਕਿੱਦਾਂ ਦੀ ਖੇਤੀ ਨੂੰ ਸਹੂਲਤ ਦੇਣੀ ਹੈ, ਕਿੱਦਾਂ ਦੀ ਪਾਲਿਸੀ ਚਾਹੀਦੀ ਹੈ, ਕਿੱਦਾਂ ਦਾ ਟ੍ਰੇਡ ਹੋਣਾ ਚਾਹੀਦਾ, ਕਿਸ ਕਿਸਮ ਦੀਆਂ ਫਸਲਾਂ ਨੂੰ ਉਤਸ਼ਾਹਿਤ ਕਰਨਾ, ਇਹ ਸਟੇਟ ਦਾ ਮਾਮਲਾ ਹੈ। ਇਹਨਾਂ ਐਕਟਾਂ ਰਾਹੀਂ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਟੇਟਾਂ ਦੇ ਅਧਿਕਾਰ ਖੇਤਰ ਚੋਂ ਖੋਲ੍ਹੀਆਂ ਗਈਆਂ ਨੇ। ਇਹਦੇ ਨਾਲ ਸਟੇਟ ਅਟਾਨਮੀ ਜਿਹੜੀ ਹੈ ਹਿੱਟ ਹੁੰਦੀ ਹੈ। ਜਿਸ ਅਟਾਨਮੀ ਦੇ ਵਿੱਚ ਸਟੇਟ ਦਾ ਕਲਚਰ ਇਨਵੋਲਡ ਹੈ, ਸਟੇਟ ਦੀ ਪੋਲੀਟਿਕਸ ਇਨਵੋਲਡ ਹੈ, ਸਟੇਟ ਦੀ ਇਕੋਨਮੀ ਇਨਵੋਲਡ ਹੈ, ਸਟੇਟ ਦਾ ਕਿੱਦਾਂ ਦਾ ਵਿਕਾਸ ਹੋਏਗਾ, ਉਸ ਕਿਸਮ ਦੇ ਜਿਹੜੀਆਂ ਸੰਭਾਵਨਾਵਾਂ ਨੂੰ ਰਿਅਲਾਈਜ਼ ਕਰਨ ਦੀਆਂ ਪੋਸੀਬਿਲਿਟੀ ਇਨਵੋਲਡ ਨੇ। ਇਹ ਗੱਲਾਂ ਇਹਦੇ 'ਚ ਕੁਐਸਚਨ ਹੋਈਆਂ ਨੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਦੋ ਕਿਸਮ ਦੀ ਵਾਇਲੇਸ਼ਨ ਹੋਈ ਹੈ। ਇੱਕ ਤਾਂ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਹੋਈ ਹੈ। ਜੇ ਸਟੇਟ ਲਿਸਟ ਨੂੰ ਦੀ ਸਟੱਡੀ ਕਰੀਏ, ਜਿਹੜੀ ਸਟੇਟ ਲਿਸਟ ਹੈ ਉਹਦੇ 'ਚ ਜਿਹੜੇ ਐਂਟਰੀ 10, 11, 12, 13 ਨੇ ਜਿਹੜੀਆਂ, ਉਹ ਇਸ ਗੱਲ ਨਾਲ ਡੀਲ ਕਰਦੀਆਂ ਨੇ ਕਿ ਹਾਰਟੀਕਲਚਰ, ਐਨੀਮਲ ਹਸਬੈਂਡਰੀ, ਖੇਤੀਬਾੜੀ ਇਹ ਸਟੇਟ ਸਬਜੈਕਟ ਹੈ। ਉਹਨਾਂ ਦੇ ਪਸਾਰ ਦਾ ਕੰਮ ਸਟੇਟ ਸਬਜੈਕਟ ਹੈ ਔਰ ਇਹਨਾਂ ਤੇ ਟੈਕਸ ਲਾਉਣ ਦਾ ਅਧਿਕਾਰ, ਖੇਤੀਬਾੜੀ ਤੇ ਟੈਕਸ ਲਾਉਣ ਦਾ, ਰੈਵਨਿਊ ਇਕੱਠਾ ਕਰਨ ਦਾ ਅਧਿਕਾਰ ਇਹ ਸਟੇਟ ਗਵਰਨਮੈਂਟ ਦਾ ਹੈ। ਇਹਦੇ ਤੇ ਸੈਂਟਰ ਗਵਰਨਮੈਂਟ ਜਿਹੜੀ ਆ ਨਹੀਂ ਜਾ ਸਕਦੀ। ਸੋ ਇਹਦੇ ਉੱਤੇ ਵਾਇਲੇਸ਼ਨ ਹੋਈ ਹੈ ਔਰ ਮੈਂ ਸਮਝਦਾ ਕਿ ਇਹ ਠੀਕ ਨਹੀਂ ਗੱਲ ਹੋਈ। ਦੂਜੀ ਜਿਹੜੀ ਵਾਇਲੇਸ਼ਨ ਹੋਈ ਹੈ ਕਿ ਜਿਹੜੇ ਇਹ ਐਕਟ ਨੇ ਇਹ ਕਿਵੇਂ ਪਾਸ ਕੀਤੇ ਗਏ। ਆਰਡੀਨੈਂਸ ਕੋਵਿਡ ਦੀ ਸਿਚੁਏਸ਼ਨ ਲਿਆਂਦੇ ਗਏ, ਇੱਕ ਸੋਚ ਦੇ ਤਹਿਤ ਲਿਆਂਦੇ ਗਏ ਕਿ ਪਾਸ ਕਰ ਦਾਂਗੇ ਤੇ ਕਿਸੇ ਨੇ ਕਿਹੜਾ ਬੋਲਣਾ ਹੈ। ਜਿਸ ਤਰ੍ਹਾਂ ਉਹਨਾਂ ਨੇ ਜਿਹੜੇ ਮਜ਼ਦੂਰਾਂ ਦੇ ਨਾਲ ਸੰਬੰਧਿਤ ਜਿੰਨੇ ਐਕਟ ਨੇ ਉਹਨਾਂ ਨੂੰ ਸੋਧ ਕੇ 4 ਕੋਡ ਵਿੱਚ ਬਣਾ ਦਿੱਤਾ ਹੈ ਔਰ ਉਹਦੇ 'ਚ ਇਹ ਵੀ ਪਾਸ ਕਰਤਾ ਕਿ ਜਿਹੜੀ ਦਿਨ ਹੈ 8 ਘੰਟੇ ਤੋਂ ਕੰਮ ਕਰਨ ਦਾ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਔਰ ਇਹਦੇ 'ਚ ਕਿਸਾਨ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੋਈ ਜਿਹੜਾ ਐਕਸਟਰਾ ਪੇਮੈਂਟ ਨਹੀਂ ਕੀਤੀ ਜਾਏਗੀ। ਇਸੇ ਤਰ੍ਹਾਂ 300 ਤੋਂ ਥੱਲੇ ਜਿੱਥੇ ਮਜ਼ਦੂਰ ਕੰਮ ਕਰਦੇ ਨੇ ਉਹ 'ਚ ਹਾਇਰ ਐਂਡ ਫਾਇਰ ਦੀ ਪਾਵਰ ਦੇ ਦਿੱਤੀ ਗਈ। ਸੋ ਬਹੁਤ ਸਾਰੀਆਂ ਚੀਜ਼ਾਂ ਮਜ਼ਦੂਰਾਂ ਦੇ ਖਿਲਾਫ ਪਾਸ ਕਰ ਲਈਆਂ ਤੇ ਕੋਈ ਬੋਲਿਆ ਨਹੀਂ। ਇਸੇ ਤਰ੍ਹਾਂ ਉਹਨਾਂ ਨੇ ਸੋਚਿਆ ਕਿ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ, ਐਮਰਜੈਂਸੀ ਦੀ ਸਿਚੁਏਸ਼ਨ ਜਿਹੜੀ ਮਹਾਮਾਰੀ ਫੈਲੀ ਹੈ ਉਹਦੀ ਸਿਚੁਏਸ਼ਨ 'ਚ ਐਕਟ
पास कर लो। तो एक ये गल जी है मैं समझदा गलत हुई है। दूजी एक्ट पास करने का जो प्रक्रिया है कि सिलैक्ट कमेटी में एक्ट नहीं पास दिते गए और आपोजिशन मैंबरां के कहने के बावजूद कि डिवीजन वोटां पाईयां जान, वोटां नहीं पाईयां गईयां, तो धक्के नाल ये काम करन दा जिहड़ा पास करके एक्ट नूं लोकां दे लागू करने की प्रक्रिया है, ये डेमोक्रेसी वास्ते मैं समझदा कि बहुत खतरे वाली गल है कि जिहड़ी सरकार कहंदी है साडे कोल मैजॉरिटी है, असीं आपोजिशन की गल नहीं सुणांगे, तो बहस नहीं करांगे, लोकां की गल नहीं सुणांगे। ये जिहड़ा धक्का है, धक्के के खिलाफ ये जिहड़ी मूवमेंट है वो पैदा हुई है। हुण मैं कुछ वक्त जिहड़ा है, थोड़ा जिहा वक्त जिहड़ा है वो लाउणा चाहुंदा है नेचर ऑफ दिस मूवमेंट। मूवमेंट की है जिहड़ी किसान मूवमेंट है, इहनूं मैं इहदे बारे दो तीन गल्लां तुहाडे नाल जरूर साझीआं करना चाहुंदा जिहड़ियां बड़ियां महत्वपूर्ण ने। ये मास मूवमेंट है। ये मूवमेंट पहली ऐसी मूवमेंट है जिहदे च किसानां दी मूवमेंट है, लेकिन किसानां तो इलावा इह च खेत मजदूर शामिल ने, इह च राइटर शामिल ने, कलाकार शामिल ने, गीतकार शामिल ने, गीत गाउण वाले आर्टिस्ट शामिल ने, इह च टीचर शामिल ने, ये ट्रेड यूनियन शामिल है, इंडस्ट्रीयल लेबर शामिल है, वकील शामिल ने, छोटे दुकानदार शामिल है, कमीशन एजेंट शामिल है, ट्रांसपोर्टर शामिल है, आम बंदा शहरी जिहड़ा है इहदे बारे कंसर्नड है। सो इस सेंस दे विच काफ़ी मास मूवमेंट है। इस मूवमेंट दी दियां जिहड़ियां तीन फेजिस ने, इन्हां विच पहली फेज विच पंजाब विच मूवमेंट चलदी है और पंजाब दे विच ये मूवमेंट जिहड़ी है जदों ये आर्डीनेंस 3 आउंदे ने उदों शुरू हो जाती है। जून के महीने दे विच अखबारां विच लेख आउणे शुरू हो जाते हैं। किसान जिहड़े ने जिला पद्धर ते, ब्लाक पद्धर ते, तहसील पद्धर ते मुजाहरे शुरू करते हैं और किसान जिहड़े ने वो जिहड़े पोलीटिकल लीडर ने उन्हां दे खिलाफ ये मुजाहरे करते हैं, स्टेट गवर्नमेंट के खिलाफ मुजाहरे करते हैं। ਇਹਦੇ करके पंजाब सरकार जिहड़ी है उन्हां नाल एक मीटिंग करती है। एक मीटिंग करन तो बाद 22 अक्तूबर ਨੂੰ पंजाब गवर्नमेंट विधान सभा च एक मता पास करती है कि ਅਸੀਂ 3 कानून लागू नहीं करांगे। उस तो बाद इस मूवमेंट का दूजा दौर शुरू हो जाता है। किसान जिहड़े ने दूजियां स्टेटां दे किसानां नाल संपर्क करते हैं, हरियाणे विच, यूपी विच, दूजियां स्टेटां दे विच, ते 25 जून ਨੂੰ ਉਹ फैसला करते हैं कि ਅਸੀਂ ਹੁਣ ਜਿਹੜਾ है वो दिल्ली वाल नूं कूच करना है। सो दिल्ली वाल नूं कूच करते समय पंजाब तो 25 नवंबर तो यह सिलसिला शुरू होंदा है। पंजाब के किसानों नूं हरियाणा के किसान ज्वाइन करते हैं। किसानों के नाल बड़ियां जिहड़ियां जातियां हुंदियां ने, रस्ते रोकां लाई जांदियां, सड़कां पट्टियां जांदियां, उन्हां तो लाठी चार्ज किया जाता है। उन्हां च पानी दे जिहड़ियां बछाड़ां सुट्टियां जांदियां ठंडे पानी दियां और बड़ियां रोकां करन दे बावजूद किसान जिहड़े ने वो शांतमई रहिंदे ने। इट्स ए वेरी वेरी पीसफुल मूवमेंट। और ये मूवमेंट जिहड़ी है इसदा मुकाबला जिहड़ा है गुरुद्वारा सुधार लहर जिहड़ी 1920 चली सी, जिस ननकाणा साहब दे विच गुरुद्वारे नूं महंतां तो आज़ाद करन समय गोलियां मार के मार दिता गया सी, लेकिन जिहड़े जत्था गया सी वो पाठ करदा करदा गया सी, उन्होंने कोई हत्थ नहीं चक्या ते पीसफुली शहीदियां देतियां सी। उस तरह का वरतारा जिहड़ा चलिया। हरियाणे दे विच जदों पानीपत तो अगे उन्होंने सड़क पट्टी सी, उहदे ते उन्होंने पूर के अगे लंघण की कोशिश की तो उन्होंने लाठी चार्ज किया। तो लाठी चार्ज करन तो बाद किसानों ने जदों अपना लंगर खाना शुरू किया तो उन्होंने जिन्हों ने लाठी मारन वाले सीगे उन्होंने भी कहा कि तुसीं साडे नाल लंगर छक लो। सो एक जिहड़ी पीसफुल ते कोऑपरेटिव नेचर है इस मूवमेंट की वो बड़ी इंपॉर्टेंट है। वो सैकेंड दौर दे विच शुरू होंदी है। फिर हरियाणे के किसानों तो बाद यूपी के किसान आ जाते हैं, दिल्ली के बॉर्डर से राजस्थान के किसान आ जाते हैं, उत्तराखंड तो काफ़ी किसान आते हैं रोकों के बावजूद, मध्य प्रदेश तो, गुजरात तो, महाराष्ट्र तो, तमिलनाडु तो, आंध्रा तो, उड़ीसा तो, बहुत सारिया दक्षिणी स्टेटा तो भी किसान आ जाते हैं। तो ये मूवमेंट का जिहड़ा घेरा है वो ऑल इंडिया मूवमेंट बन जाती है। पहली गल है कि ये मूवमेंट मास मूवमेंट है, दूजी है ये ऑल इंडिया मूवमेंट है। ये हुण एक रिशन की मूवमेंट नहीं रही, ये किसी धर्म की मूवमेंट नहीं है, ये ना किसी जात की मूवमेंट है, ये सारे किसानों की मूवमेंट है। इस मूवमेंट की जिहड़ी सपोर्ट है काफ़ी बुद्धिजीवी वर्क करन लग गया है, जिहड़ा कि बहुत सारे आर्टिकलों तो भी नज़र आउंदा हैगा। और होर कई किस्म के जिहड़े
कलाकार ने, ਸਾਹਿਤਕਾਰ ने, राइटर ने, इंटलैक्चुअल्स ने, वो इस मूवमेंट की सपोर्ट दे विच आ गए ने। ये मैं समझदा कि ये मूवमेंट का बड़ा इंपॉर्टेंट रोल है। तो इस मूवमेंट नूं रिकगनाइज करदे सरकार ने इहदे नाल 8-9 गेट दे विच गलबात भी की है। अज फिर 15 तरीक नूं शायद गल हुई होएगी, मैं तो सुनी नहीं, लेकिन शायद तुहानूं पता होवे कि उहदे चों कुछ निकलिया जां नहीं निकलिया। ਇਹਦੀ ਤੀਜੀ ਸਟੇਜ ਜਿਹੜੀ ਹੈ ਇਸ ਮੂਵਮੈਂਟ ਦੀ, ਉਹ 11 ਜਨਵਰੀ ਤੋਂ ਸ਼ੁਰੂ ਹੁੰਦੀ ਹੈ। ਉਸ ਸਟੇਜ ਦੇ ਵਿੱਚ ਸੁਪਰੀਮ ਕੋਰਟ ਇੰਟਰਵੀਨ ਕਰਦੀ ਆ ਕਿ ਸੁਪਰੀਮ ਕੋਰਟ ਕਹਿੰਦੀ ਆ ਕਿ ਪਹਿਲੀ ਪੇਸ਼ੀ ਦੇ ਵਿੱਚ ਕਹਿੰਦੀ ਆ ਕਿ ਕਿਸਾਨਾਂ ਨੂੰ ਪੀਸਫੁਲੀ ਐਜੀਟੇਟ ਕਰਨ ਦਾ ਹੱਕ ਹੈ। ਉਹਨਾਂ ਦੀ ਜਿਹੜੀ ਪੀਸਫੁਲ ਐਜੀਟੇਸ਼ਨ ਨੂੰ ਸਰਕਾਰ ਖਦੇੜ ਨਹੀਂ ਸਕਦੀ। ਇਟਸ ਅ ਫੰਡਾਮੈਂਟਲ ਰਾਈਟ ਆਫ ਦਾ ਫਾਰਮਰਸ। 11 ਜਨਵਰੀ ਦੇ ਫੈਸਲੇ 'ਚ ਉਹ ਕਹਿੰਦੀ ਆ ਕਿ ਕਿਸਾਨ ਜਿਹੜੀ ਹੈ ਉਹ ਗੱਲਬਾਤ ਕਰਨ, ਔਰ ਗੱਲਬਾਤ ਕਰਨ ਵਾਸਤੇ 4 ਮੈਂਬਰੀ ਕਮੇਟੀ ਬਣਾਉਂਦੇ ਨੇ। ਉਹਦੇ ਚੋਂ ਫਿਰ ਬਾਅਦ ਵਿੱਚ ਜਿਹੜਾ 14 ਤਰੀਕ ਨੂੰ ਇੱਕ ਮੈਂਬਰ ਉਹਨਾਂ ਚੋਂ ਰਿਜ਼ਾਈਨ ਕਰ ਜਾਂਦੇ ਨੇ। ਉਹਨਾਂ ਮੈਂਬਰਾਂ ਦੇ ਜਿਹੜੇ ਬਾਕੀ 3 ਮੈਂਬਰਾਂ ਨੇ ਇਨਕਲੂਡਿੰਗ ਜਿਹਨਾਂ ਰਿਜ਼ਾਈਨ ਕੀਤਾ ਹੈ, ਉਹਨਾਂ ਦੇ ਬਾਰੇ ਕਾਫੀ ਖਦਸ਼ੇ ਉੱਠਦੇ ਨੇ ਕਿ ਉਹ ਤਾਂ ਪਹਿਲਾਂ ਹੀ ਸਰਕਾਰ ਦੀ ਸਪੋਰਟ ਵਿੱਚ ਖੜੇ ਨੇ ਤੇ ਉਹ ਕਮੇਟੀ ਬਾਇਸਡ ਹੈ। ਤੋ ਇਸ ਕਰਕੇ ਇਹ ਚੌਥਾ ਗੇੜ ਜਿਹੜਾ ਸੁਪਰੀਮ ਕੋਰਟ ਇਹ 'ਚ ਐਂਟਰ ਕਰ ਜਾਂਦੀ ਹੈ। ਔਰ ਇਹਦੇ ਉੱਤੇ ਸੁਪਰੀਮ ਕੋਰਟ ਦੇ ਉੱਤੇ ਕਿੰਤੂ ਪ੍ਰੰਤੂ ਵੀ ਹੁੰਦੇ ਨੇ ਕਿ ਜਦੋਂ ਵੀ ਕੋਈ ਤੁਸੀਂ ਕਮੇਟੀ ਬਣਾਉਣੀ ਹੈ, ਇੱਕ ਤਾਂ ਇੰਪਾਰਸ਼ੀਅਲ ਕਮੇਟੀ, ਨਿਊਟਰਲ ਕਮੇਟੀ ਹੋਣੀ ਚਾਹੀਦੀ ਹੈ, ਬਾਇਸਡ ਕਮੇਟੀ ਨਹੀਂ ਹੋਣੀ ਚਾਹੀਦੀ। ਬਹੁਤ ਸਾਰੇ ਜਿਹੜੇ ਕਾਨੂੰਨਦਾਨ ਨੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਦਾ ਕੰਮ ਪੋਲੀਟੀਕਲ ਸਾਲਸੀ ਨਹੀਂ ਕਰਨਾ, ਕਿ ਜੇ ਮੁਲਕ ਦੇ ਵਿੱਚ ਪੋਲੀਟੀਕਲ ਕਿਸਮ ਦੇ ਝਗੜੇ ਹੋ ਰਹੇ ਹੋਣ ਤੇ ਸਮਝੌਤਾ ਕਰਾਉਣਾ ਸੁਪਰੀਮ ਕੋਰਟ ਦਾ ਕੰਮ ਨਹੀਂ ਹੈ। ਸੁਪਰੀਮ ਕੋਰਟ ਦਾ ਕੰਮ ਹੈ ਦੇਖਣਾ ਕਿ ਲਾ ਦੇ ਪੁਆਇੰਟ ਆਫ ਵਿਊ ਤੋਂ ਕਿਹੜੀ ਧਿਰ ਗਲਤ ਹੈ ਤੇ ਕਿਹੜੀ ਧਿਰ ਠੀਕ ਹੈ। ਉਹਨਾਂ ਨੂੰ ਇਹਨਾਂ ਜਿਹੜੇ ਐਕਟ ਨੇ ਇਹ ਦੇਖਣੇ ਚਾਹੀਦੇ ਨੇ ਕਿ ਕਾਨੂੰਨੀ ਤੌਰ ਤੇ ਇਹ ਠੀਕ ਹਨ ਕਿ ਨਹੀਂ ਹਨ। ਜੇ ਇਹ ਐਕਟ ਜਿਹੜੇ ਨੇ ਸਟੇਟ ਲਿਸਟ ਦੀ ਵਾਇਲੇਸ਼ਨ ਕਰਦੇ ਨੇ ਤੇ ਉਹਨਾਂ ਨੂੰ ਇਹਨਾਂ ਐਕਟਾਂ ਨੂੰ ਮਨਸੂਖ ਕਰ ਦੇਣਾ ਚਾਹੀਦਾ ਹੈ। ਉਹਨਾਂ ਐਕਟਾਂ ਨੂੰ ਨਲ ਐਂਡ ਵਾਇਡ ਕਹਿ ਦੇਣਾ ਚਾਹੀਦਾ ਹੈ। ਜੇ ਉਹਨਾਂ ਨੂੰ ਲੱਗਦਾ ਕਿ ਠੀਕ ਨੇ ਤੇ ਠੀਕ ਕਹਿ ਦੇਣਾ ਚਾਹੀਦਾ ਹੈ। ਇਹ ਸਾਲਸਪੁਣੇ ਦਾ ਕੰਮ ਜਿਹੜਾ ਹੈ, ਔਰ ਇਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ, ਉਹਦਾ ਧਿਰ ਬਣਨਾ ਜਿਹੜਾ ਹੈ ਉਹ ਇਤਰਾਜ਼ਯੋਗ ਗੱਲ ਹੈ। ਕਿ ਡੈਮੋਕ੍ਰੇਸੀ ਦੇ ਵਿੱਚ ਜੁਡੀਸ਼ਰੀ ਦੀ ਇੰਡੀਪੈਂਡੈਂਸ ਬਹੁਤ ਹੀ ਇੰਪੋਰਟੈਂਟ ਗੱਲ ਹੈ। ਜੇ ਜੁਡੀਸ਼ਰੀ ਧਿਰ ਬਣ ਜੇ ਇੱਕ ਪਾਸੇ ਤਾਂ ਜਿਹੜਾ ਜੁਡੀਸ਼ੀਅਲ ਸਿਸਟਮ, ਜਸਟਿਸ ਸਿਸਟਮ ਹੈ, ਉਹ ਉਹਦੇ ਤੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਇਹ ਮੈਂ ਸਮਝਦਾ ਤੀਜੀ ਗੱਲ ਜਿਹੜੀ ਹੈ ਇਹ 'ਚ ਐਂਟਰ ਕਰ ਗਈ ਹੈ। ਅਗਲੀਆਂ ਜਿਹੜੀ ਮੈਂ 2-3 ਗੱਲਾਂ ਜਿਹੜੀਆਂ ਇਸ ਮੂਵਮੈਂਟ ਦੇ ਬਾਰੇ ਕਰਨਾ ਚਾਹੁੰਦਾ ਕਿ ਇਹ ਜਿਹੜੀ ਮੂਵਮੈਂਟ ਹੈ ਇਹ ਲਾਰਜੈਸਟ ਮੂਵਮੈਂਟ ਇਨ ਇੰਡੀਅਨ ਹਿਸਟਰੀ ਹੈ। ਹੁਣ ਤੱਕ ਐਡੀ ਵੱਡੀ ਕੋਈ ਲਹਿਰ ਨਹੀਂ ਚੱਲੀ। ਬਹੁਤ ਵਾਰੀ ਪੰਜਾਬ ਦੀ ਕਿਸਾਨੀ ਨੇ ਪਗੜੀ ਸੰਭਾਲ ਜੱਟਾ ਮੂਵਮੈਂਟ ਜਿਹੜੀ 1906-7 ਦੇ ਵਿੱਚ ਚੱਲੀ ਸੀਗੀ, ਉਹ 6 ਮਹੀਨੇ ਚੱਲੀ ਸੀਗੀ, ਉਹ ਵੀ 3 ਐਕਟਾਂ ਦੇ ਖਿਲਾਫ ਸੀਗੀ। ਔਰ ਉਹ ਜਿਹੜੇ 3 ਐਕਟ ਸੀ ਅਲਟੀਮੇਟਲੀ ਲੰਬੀ ਮੂਵਮੈਂਟ ਤੋਂ ਬਾਅਦ ਬ੍ਰਿਟਿਸ਼ ਗੌਰਮੈਂਟ ਨੇ ਵਿਡਰਾਅ ਕਰ ਲਏ ਸੀ, ਲੇਕਿਨ ਉਹ ਪੰਜਾਬ ਦੀ ਮੂਵਮੈਂਟ ਸੀਗੀ। ਇਸੇ ਤਰ੍ਹਾਂ ਹੀ ਜਿਹੜੀ ਪੈਪਸੂ ਮਜਾਰਾ ਲੈਟ ਪੈਪਸੂ ਦੇ ਖੇਤਰ ਦੇ ਵਿੱਚ ਚੱਲੀ ਸੀਗੀ 1948-50 ਦੇ ਵਿੱਚ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਕਿਸਾਨ ਲਹਿਰ ਚੱਲੀ ਸੀ, ਜਾਂ ਥਪਾਗਾ ਮੂਵਮੈਂਟ ਜਿਹੜੀ ਵੈਸਟ ਬੰਗਾਲ ਚੱਲੀ ਸੀ। ਸੋ ਹਿੰਦੁਸਤਾਨ ਦੇ ਵਿੱਚ ਖੇਤਰੀ ਪੱਧਰ ਤੇ ਮੂਵਮੈਂਟਾਂ ਦਾ ਲੰਬਾ ਇਤਿਹਾਸ ਹੈ, ਲੇਕਿਨ ਇਸ ਤਰ੍ਹਾਂ ਵੱਡੀ ਪੱਧਰ ਤੇ ਆਲ ਇੰਡੀਆ ਲੈਵਲ ਤੇ ਇੰਨੀ ਵੱਡੀ ਲਾਮਬੰਦੀ ਜਿਹੜੀ ਹੈ ਉਹ ਪਹਿਲੀ ਦਫਾ ਦੇਖਣ ਨੂੰ ਮਿਲ ਰਹੀ ਹੈ। ਔਰ ਇਹ ਪਗੜੀ ਸੰਭਾਲ ਜੱਟਾ ਦੀ ਮੂਵਮੈਂਟ ਦੇ ਨਾਲ ਕੋਈ 6 ਮਹੀਨੇ ਚੱਲੀ ਸੀ, ਇਹ ਵੀ ਲੋਕ ਕਹਿ ਰਹੇ ਨੇ ਕਿ ਇਹ ਮੂਵਮੈਂਟ ਵੀ ਲੰਬੀ ਚੱਲ ਸਕਦੀ ਹੈ। ਇਹ ਮੂਵਮੈਂਟ ਸੈਕੂਲਰ ਮੂਵਮੈਂਟ ਹੈ, ਬਾਵਜੂਦ ਗੌਰਮੈਂਟ ਦੇ ਇਹਨੂੰ ਕਹਿਣ ਦੇ ਕਿ ਇੱਕ ਖਾਸ ਤਬਕੇ ਦੀ ਮੂਵਮੈਂਟ ਹੈ, ਖਾਸ ਧਰਮ ਦੇ ਨਾਲ ਸੰਬੰਧਿਤ ਲੋਕਾਂ ਦੀ ਮੂਵਮੈਂਟ ਹੈ। ਇਸ ਮੂਵਮੈਂਟ ਦੇ ਸ਼ਾਮਲ ਹਰ ਧਰਮ ਦੇ ਲੋਕ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਔਰ ਹਰ ਧਰਮ ਦਾ, ਹਰ ਜਾਤੀ ਦਾ ਲੋਕ ਜਿਹੜਾ ਇਹ 'ਚ ਪਾਰਟੀਸਿਪੇਟ ਕਰ ਰਿਹਾ। ਔਰ ਇਹ ਮੂਵਮੈਂਟ ਪੀਸਫੁਲ ਹੈ, ਬਹੁਤ ਜ਼ਿਆਦਾ ਪੀਸਫੁਲ ਮੂਵਮੈਂਟ ਹੈ। ਕਿਸਾਨਾਂ ਨੇ ਬਾਰ-ਬਾਰ, ਇਹ ਕਿਸਾਨ ਲੀਡਰ ਜਿਹੜੇ ਨੇ ਇਹ ਅਪੀਲਾਂ ਵੀ ਕਰ ਰਹੇ ਨੇ, ਕੰਟਰੋਲ ਵੀ ਕਰ ਰਹੇ ਨੇ ਕਿ ਇਸ ਮੂਵਮੈਂਟ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ, ਮੂਵਮੈਂਟ ਪੀਸਫੁਲ ਰਹਿਣੀ ਚਾਹੀਦੀ ਹੈ। ਇਹ ਸੈਕੂਲਰ ਮੂਵਮੈਂਟ ਹੈ। ਇਹ ਜਿਹੜੀ ਹੈ ਕਿਸੇ ਧਰਮ ਦੇ ਮੰਗਾਂ ਨੂੰ ਨਹੀਂ ਲੈ ਕੇ, ਸਿਰਫ ਕਿਸਾਨੀ ਦੀਆਂ ਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਅੱਗੇ ਚੱਲ ਰਹੀ ਹੈ। ਤੇ ਇਹ ਜਿਹੜੀ ਮੂਵਮੈਂਟ ਹੈ
ਇਹਦੇ 'ਚ ਇੱਕ ਹੋਰ ਖਾਸਾ ਹੈ ਕਿ ਇਹ ਮੂਵਮੈਂਟ ਜਿਹੜੀ ਹੈ ਇੱਕ ਸਬਟਰੇਨੀਅਨ ਲੈਵਲ ਤੇ ਜਿਹੜਾ ਡੀਪ ਸਟਰਕਚਰ ਹੈ ਮੂਵਮੈਂਟ ਦਾ, ਇਹ ਮੂਵਮੈਂਟ ਜੋ ਅਸੀਂ ਹਿੰਦੁਸਤਾਨ ਦੇ ਵਿੱਚ ਆਰਥਿਕ ਨੀਤੀਆਂ 1991 ਚ ਲਾਗੂ ਕੀਤੀਆਂ ਜਿਹੜੀਆਂ ਕਿ ਪ੍ਰੋ ਕਾਰਪੋਰੇਟ ਪੱਖੀ ਨੇ, ਉਹਨੂੰ ਕੁਐਸਚਨ ਕਰਨ ਵਾਲੀ ਮੂਵਮੈਂਟ ਹੈ। ਇਹ ਮੂਵਮੈਂਟ ਕਹਿੰਦੀ ਹੈ ਕਿ ਇਸ ਮੂਵਮੈਂਟ ਦੇ ਜਿਹੜੇ ਤੁਸੀਂ ਕੱਲੀ ਸਰਕਾਰ ਦੇ ਖਿਲਾਫ ਹੀ ਨਹੀਂ ਹੈ, ਇਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਹੈ। ਕਾਰਪੋਰੇਟ ਘਰਾਣਿਆਂ ਦੇ ਪਿਛਲੇ ਸਮੇਂ 'ਚ ਬੜੇ ਕਰਜ਼ੇ ਮਾਫ ਕੀਤੇ ਗਏ ਨੇ, ਉਹਨਾਂ ਨੂੰ ਬੜੀਆਂ ਰਿਆਇਤਾਂ ਦਿੱਤੀਆਂ ਗਈਆਂ ਨੇ, ਉਹਨਾਂ ਦਾ ਟੈਕਸ ਰੇਟ ਜਿਹੜਾ ਹੈ ਉਹ 39% ਤੋਂ ਘਟਾ ਕੇ 25% ਕੀਤਾ ਗਿਆ। ਆਮ ਬੰਦੇ ਤੇ ਟੈਕਸ ਰੇਟ ਜ਼ਿਆਦਾ ਹੈ। ਸੋ ਇਹ ਮੂਵਮੈਂਟ ਜਿਹੜੀ ਹੈ ਇਹ ਡੀਪ ਸਟਰਕਚਰ ਦੇ ਵਿੱਚ ਜਿਹੜੀਆਂ ਨੀਤੀਆਂ 91 ਚ ਲਾਗੂ ਕੀਤੀਆਂ ਗਈਆਂ, ਜਿਹਦੇ ਨਾਲ ਬੜੀ ਇਨਕਮ ਇਨਇਕੁਐਲਿਟੀ ਮੁਲਕ ਦੇ ਵਿੱਚ ਆਈ ਹੈ ਔਰ ਕੁਝ ਲੋਕ ਬਹੁਤ ਜ਼ਿਆਦਾ ਅਮੀਰ ਹੋਏ ਨੇ, ਉਹ ਉਸ ਦੇ ਖਿਲਾਫ ਮੂਵਮੈਂਟ ਹੈ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ। ਅਗਲਾ ਹੈ ਕਿ ਇਹ ਮੂਵਮੈਂਟ ਦੇ ਵਿੱਚ ਇੱਕ ਹੋਰ ਸਟ੍ਰੀਕ ਹੈ, ਦਿਸ ਇਜ਼ ਅ ਮੂਵਮੈਂਟ ਫਾਰ ਫੈਡਰਲਿਜ਼ਮ ਐਂਡ ਡੀਸੈਂਟਰਲਾਈਜੇਸ਼ਨ। ਇਹ ਮੂਵਮੈਂਟ ਦਾ ਖਾਸਾ ਇਹ ਹੈ ਕਿ ਮੂਵਮੈਂਟ ਜਿਹੜੀ ਹੈ ਇਹਦੀ ਜਿਹੜੀ ਡੀਪ ਸਟਰਕਚਰ ਦੇ ਵਿੱਚ ਗੱਲ ਪਈ ਹੈ ਕਿ ਖੇਤੀ ਨੀਤੀਆਂ ਜਿਹੜੀਆਂ ਨੇ ਉਹ ਸਟੇਟ ਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ ਔਰ ਕਿਸਾਨ ਜਿਹੜੇ ਨੇ ਸਟੇਟ ਗਵਰਨਮੈਂਟਾਂ ਨਾਲ ਨੈਗੋਸ਼ੀਏਟ ਕਰਕੇ ਰਲ ਕੇ ਖੇਤੀ ਪਾਲਿਸੀ ਬਣਾਉਣ ਦੇ ਵਿੱਚ, ਉਹਨੂੰ ਲਾਗੂ ਕਰਨ ਦੇ ਵਿੱਚ ਅੱਗੇ ਵੱਧ ਸਕਦੇ ਨੇ, ਕਿਉਂਕਿ ਖੇਤੀ ਦੇ ਜਿਹੜਾ ਲੈਵਲ ਆਫ ਡਿਵੈਲਪਮੈਂਟ ਹੈ ਡਿਫਰੈਂਟ ਸਟੇਟਾਂ 'ਚ ਡਿਫਰੈਂਟ ਹੈ। ਸੋ ਇਸ ਕਰਕੇ ਇਹ ਫੈਡਰਲਿਜ਼ਮ ਦੇ ਹੱਕ 'ਚ ਵੀ ਮੂਵਮੈਂਟ ਹੈ। ਅਗਲਾ ਹੈ ਇਟਸ ਅ ਮੂਵਮੈਂਟ ਫਾਰ ਹਿਊਮਨ ਰਾਈਟਸ। ਇਹ ਮੂਵਮੈਂਟ ਨੇ ਜਿਹੜਾ ਬੜਾ ਡੀਪ ਸਟਰਕਚਰ 'ਚ ਗੱਲ ਲਿਆਂਦੀ ਹੈ ਕਿ ਵੀ ਹੈਵ ਦਾ ਰਾਈਟ ਫਾਰ ਪੀਸਫੁਲ ਸਟਰਗਲ, ਕਿ ਕਿਸੇ ਵੀ ਬੰਦੇ ਨੂੰ ਹੱਕ ਹੈ ਕਿ ਉਹ ਸਰਕਾਰ ਨਾਲ ਸਹਿਮਤ ਨਾ ਹੋਵੇ ਜਾਂ ਸਹਿਮਤ ਹੋਵੇ। ਜੇ ਸਹਿਮਤ ਨਹੀਂ ਹੈ ਤਾਂ ਉਹਦੇ ਖਿਲਾਫ ਉਹ ਮੂਵਮੈਂਟ ਕਰ ਸਕਦਾ ਹੈ। ਇਸ ਤੋਂ ਅੱਗੇ ਜਿਹੜੀ ਇਹ ਮੂਵਮੈਂਟ ਦਾ ਇੱਕ ਬਹੁਤ ਵੱਡਾ ਖਾਸਾ ਹੈ, ਇਟਸ ਏ ਨੌਨ ਪਾਰਟੀ ਪੋਲੀਟੀਕਲ ਮੂਵਮੈਂਟ। ਇਹ ਕਿਸੇ ਪਾਰਟੀ ਦੀ ਚਲਾਈ ਮੂਵਮੈਂਟ ਨਹੀਂ ਹੈ, ਕਿਸੇ ਵੀ ਪਾਰਟੀ ਦੇ ਲੀਡਰ ਨੂੰ ਇਸ ਮੂਵਮੈਂਟ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ। ਇਹ ਪ੍ਰੈਜ਼ੈਂਟ ਪੋਲੀਟੀਕਲ ਪਾਰਟੀਆਂ ਦੀ ਲੀਡਰਸ਼ਿਪ ਦੇ ਖਿਲਾਫ ਵੀ ਮੂਵਮੈਂਟ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ 'ਚ ਆਪਣੇ ਆਪ ਨੂੰ ਕੰਡਕਟ ਕੀਤਾ ਹੈ, ਲੋਕਾਂ ਦੇ ਜਿਹੜੇ ਹਿੱਤ ਨੇ, ਲੋਕਾਂ ਦੇ ਜਿਹੜੇ ਮੁੱਦੇ ਨੇ, ਉਹਨਾਂ ਨੂੰ ਇਗਨੋਰ ਕੀਤਾ ਹੈ, ਉਹਨਾਂ ਨੂੰ ਛੱਡ ਕੇ ਐਸੇ ਗੱਲਾਂ ਕਰਦੀਆਂ ਨੇ ਪਾਰਟੀਆਂ, ਜਾਂ ਕਰਪਸ਼ਨ ਫੈਲਾਉਂਦੀਆਂ ਨੇ, ਜਾਂ ਆਪਣੇ ਰਿਸ਼ਤੇਦਾਰਾਂ ਦੇ ਇੰਟਰਸਟ ਪ੍ਰਮੋਟ ਕਰਦੀਆਂ ਨੇ, ਉਹਦੇ ਖਿਲਾਫ ਵੀ ਇਹ ਮੂਵਮੈਂਟ ਹੈ। ਸੋ ਇਹ ਮੂਵਮੈਂਟ ਜਿਹੜੀ ਹੈ ਇਹ ਇੱਕ ਐਸੀ ਮੂਵਮੈਂਟ ਹੈ ਜਿਹੜੀ ਡੀਸੈਂਟਰਲਾਈਜੇਸ਼ਨ ਵਾਸਤੇ ਹੈ, ਡੀਸੈਂਟਰਲਾਈਜੇਸ਼ਨ ਆਫ ਗਵਰਨੈਂਸ ਵਾਸਤੇ ਆ, ਜਿਹੜੀ ਪੇਂਡੂ ਤੇ ਕਿਸਾਨੀ ਦੇ ਹੱਕ ਦੇ ਵਿੱਚ ਨੀਤੀ ਬਣਾਉਣ ਦੇ ਵਾਸਤੇ ਮੂਵਮੈਂਟ ਹੈ। ਇਹ ਮੂਵਮੈਂਟ ਕਿਸਾਨੀ ਤੇ ਖੇਤੀਬਾੜੀ ਨੂੰ ਬਚਾਉਣ ਦੇ ਵਾਸਤੇ ਮੂਵਮੈਂਟ ਹੈ। ਇਹ ਮੂਵਮੈਂਟ ਚਾਹੁੰਦੀ ਹੈ ਕਿ ਜਿਹੜੀ ਆਰਥਿਕ ਨੀਤੀ ਹੈ ਉਹ ਕਾਰਪੋਰੇਟ ਸੈਕਟਰ ਪੱਖੀ ਤੋਂ ਛੱਡ ਕੇ ਆਮ ਬੰਦੇ ਦੇ ਹਿੱਤ ਵਿੱਚ ਬਣਾਈ ਜਾਵੇ, ਕਿਸਾਨ ਦੇ ਹਿੱਤ ਵਿੱਚ ਬਣਾਈ ਜਾਏ, ਮਜ਼ਦੂਰ ਦੇ ਹਿੱਤ ਵਿੱਚ ਬਣਾਈ ਜਾਏ, ਮੱਧ ਵਰਗ ਦੇ ਹਿੱਤ ਵਿੱਚ ਬਣਾਈ ਜਾਏ। ਉਸ ਕਿਸਮ ਦਾ ਨਿਜ਼ਾਮ ਬਣਾਉਣਾ ਚਾਹੁੰਦੀ ਹੈ ਜਿਸ ਨਿਜ਼ਾਮ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਿਕਾਸ ਦੇ ਹਿੱਸੇਦਾਰ ਬਣਨ ਔਰ ਖੁਸ਼ਹਾਲ ਰਹਿਣ। ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਆਪਣੇ ਵੱਲੋਂ ਜਿਹੜੀ ਆਪਣੀ ਗੱਲ ਇੱਥੇ ਸਮਾਪਤ ਕਰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਕੁਐਸਚਨ ਹੋਣਗੇ ਮੈਂ ਉਹਨਾਂ ਦਾ ਜ਼ਰੂਰ ਆਪਣੀ ਸਮਝ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਜੀ ਡਾਕਟਰ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿੱਥੇ 3 ਬਿੱਲਾਂ ਦੇ ਬਾਰੇ ਵਿੱਚ, ਉੱਥੇ ਇਸ ਅੰਦੋਲਨ ਦੀ ਦਸ਼ਾ ਦੇ ਬਾਰੇ ਦੇ ਵਿੱਚ ਵੀ ਸਾਨੂੰ ਜਾਣੂ ਕਰਵਾਇਆ। ਤੇ ਕੁਝ ਕੁ ਸਵਾਲ ਨੇ ਸਰ, ਜਿਨ੍ਹਾਂ ਨੂੰ ਜੇ ਮੈਂ ਪੜ੍ਹਾਂ ਤੇ ਤੁਸੀਂ ਉਹਨਾਂ ਦਾ ਜਵਾਬ ਕਰ ਦਿਓ। ਇਜਾਜ਼ਤ ਹੈ ਸਰ? ਜਿਵੇਂ ਸਰ ਇੱਥੇ ਸਾਡੇ ਕੋਲ ਸਵਾਲ ਹੈ, ਸਰਬਜੀਤ ਸਿੰਘ ਦਾ ਸਵਾਲ ਹੈ। ਉਹਨਾਂ ਨੇ ਗੱਲ ਕੀਤੀ ਹੈ ਕਿ ਪਹਿਲਾਂ 1991 ਦੇ ਵਿੱਚ ਜਿਹੜੀ ਆਰਥਿਕਤਾ ਸੀ ਉਹਨੂੰ ਪ੍ਰਾਈਵੇਟਾਈਜੇਸ਼ਨ ਦੇ ਵੱਲ ਲਿਆ ਗਿਆ ਤੇ ਮਿਕਸ ਇਕਨੋਮੀ ਤੋਂ ਕਿਤੇ ਨਾ ਕਿਤੇ ਮੋਨੋਪਲੀ ਆ ਗਈ। ਤੇ ਕਹਿੰਦੇ ਕਿ ਜਦੋਂ ਇਹ ਜਿਹੜੇ ਬਿੱਲ ਜੇ ਪਾਸ ਹੋ ਜਾਂਦੇ ਆ, ਜੇ ਇਦਾਂ ਦਾ ਜਿਹੜਾ ਸਿਸਟਮ ਅੱਗੇ ਆਉਂਦਾ ਤੇ ਫਿਊਚਰ ਕੀ ਵੇਖਦੇ ਹੋ ਤੁਸੀਂ ਆਰਥਿਕਤਾ ਦਾ? ਕਿ ਇਹਨਾਂ ਬਿੱਲਾਂ ਤੋਂ ਬਾਅਦ ਆਰਥਿਕਤਾ ਕਿਸ ਰਾਹ ਤੇ ਤੁਰੀ ਜਾ ਰਹੀ ਹੈ, ਕੀ ਦਸ਼ਾ ਲੱਗਦੀ ਹੈ? ਦੇਣਾ ਜਵਾਬ ਨਾਲ ਹੀ। ਹਾਂ, ਮੈਨੂੰ ਇਹ ਲੱਗਦਾ ਕਿ ਜੇ ਇਹ ਐਕਟ ਜਿਵੇਂ ਪਾਸ ਕੀਤੇ ਨੇ, ਲਾਗੂ ਕਰਤੇ ਗਏ, ਜਿਹੜਾ ਖੇਤੀ 'ਚ ਚੱਲ ਰਿਹਾ ਮੌਜੂਦਾ ਸੰਕਟ ਹੈ, ਜਿਹਦੇ 'ਚ 1997 ਤੋਂ ਲੈ ਕੇ
17 ਤੱਕ 3.5 ਲੱਖ ਦੇ ਕਰੀਬ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ। ਇਸ ਕਰਕੇ ਕੀਤੀਆਂ ਨੇ ਕਿ ਉਹਨਾਂ ਦੇ ਸਿਰ ਕਰਜ਼ਾ ਬਹੁਤ ਚੜਿਆ, ਟੈਨਸ਼ਨ ਹੈ ਫੈਮਿਲੀ ਦੇ ਵਿੱਚ, ਆਮਦਨ ਉਹਨਾਂ ਦੀ ਘੱਟ ਹੈ, ਖਰਚੇ ਜ਼ਿਆਦਾ ਹੈ, ਤਾਂ ਇਹ ਸੰਕਟ ਹੋਰ ਡੂੰਘਾ ਹੋ ਜਾਏਗਾ। ਸੋ ਜੇ ਬਿਜ਼ਨਸ ਐਜ਼ ਯੂਜ਼ੂਅਲ ਚਲਾਇਆ ਜਾਂਦਾ ਹੈ ਔਰ ਇਹ ਐਕਟ ਲਾਗੂ ਕੀਤੇ ਜਾਂਦੇ ਨੇ ਤਾਂ ਕਿਸਾਨੀ ਦੀ ਜਿਹੜੀ ਡੀਪੈਜ਼ੈਂਟਾਈਜੇਸ਼ਨ ਹੈ, ਕਿਸਾਨੀ ਦੇ ਕੋਲੋਂ ਜਿਹੜੀ ਜ਼ਮੀਨ ਖੁੱਸਣ ਦਾ ਮਾਮਲਾ ਹੈ, ਕਾਫੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਖੇਤੀ ਛੱਡਣਗੇ ਕਿ ਖੇਤੀ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ, ਉਹਨਾਂ ਦੀ ਜ਼ਮੀਨਾਂ ਗਹਿਣੇ ਪੈਣਗੀਆਂ, ਜ਼ਮੀਨਾਂ ਵਿਕ ਜਾਣਗੀਆਂ ਤੇ ਉਹਨਾਂ ਦੇ ਹੱਥੋਂ ਜ਼ਮੀਨ ਖਿਸਕਣ ਦਾ ਵਰਤਾਰਾ ਅੱਗੇ ਚੱਲੇਗਾ। ਸੋ ਕਿਸਾਨ ਤੇ ਖੇਤੀ ਜਿਹੜੀ ਹੈ ਉਹ ਮਾਰੇ ਜਾਣ ਦਾ ਖਤਰਾ ਹੈ। ਸੋ ਇਸ ਕਰਕੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਔਰ ਇੱਕ ਐਸੇ ਕਿਸਮ ਦਾ ਨਿਜ਼ਾਮ ਪਾਲਿਸੀ ਦਾ ਬਣਾਉਣਾ ਚਾਹੀਦਾ ਹੈ ਜਿਹੜਾ ਕਿਸਾਨ ਪੱਖੀ ਹੋਵੇ, ਕਿਸਾਨਾਂ ਨੂੰ ਸਹੂਲਤਾਂ ਦੇ ਕੇ ਉਹਨਾਂ ਦੀ ਖੇਤੀ ਨੂੰ ਵਾਇਬਲ ਬਣਾਇਆ ਜਾਵੇ, ਜਿਸ 'ਚ ਉਹਨਾਂ ਨੂੰ ਠੀਕ ਮੁੱਲ ਦਿੱਤੇ ਜਾਣ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਜੀ ਡਾਕਟਰ ਸਾਹਿਬ, ਸਵਾਲ ਇੱਥੇ ਸਾਡੇ ਮਨੀਸ਼ਾ ਠਾਕੁਰ ਜੀ ਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੱਦਾਂ MSP ਜਿਹੜੀ ਹੈ ਜੇ ਸਾਰੀ ਕ੍ਰੌਪਸ ਤੇ ਦੇ ਦਿੱਤੀ ਜਾਂਦੀ ਹੈ ਤੇ ਫਿਰ ਇਹਦਾ ਕੀ ਹੋਏਗਾ? ਸਾਰੀ ਕ੍ਰੌਪਸ ਤੇ ਦੇਣਾ ਠੀਕ ਗੱਲ ਹੈ? ਜੇ ਦੇਣੀ ਚਾਹੀਦੀ ਹੈ ਤੇ ਕਿਉਂ? ਜੇ ਨਹੀਂ ਦੇਣੀ ਚਾਹੀਦੀ ਤੇ ਉਹਦਾ ਨੁਕਸਾਨ ਕੀ ਹੋ ਸਕਦਾ ਹੈ? ਦੇਖੋ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਫਿਕਸ ਕਰਨ ਦੀ ਲੌਜਿਕ ਕੀ ਹੈ? ਮਿਨੀਮਮ ਸਪੋਰਟ ਪ੍ਰਾਈਸ ਮੌਜੂਦਾ ਫਾਰਮੂਲੇ ਦੇ ਮੁਤਾਬਕ ਜਿਹੜੀ ਕਿਸਾਨ ਪੈਦਾ ਕਰਦਾ ਫਸਲ ਉਹਦੀ ਆਲ ਇੰਡੀਆ ਲੈਵਲ ਤੇ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਕਿੰਨੀ ਲਾਗਤ ਆਈ ਹੈ, ਪਲੱਸ ਉਹਦੇ 'ਚ ਲਾਗਤ ਦੇ ਵਿੱਚ ਉਹਦੀ ਲੇਬਰ ਵੀ ਸ਼ਾਮਲ ਕੀਤੀ ਜਾਂਦੀ ਹੈ। ਉਹਦੇ 'ਚ 10% ਜੋੜ ਕੇ ਉਹਨੂੰ ਭਾਅ ਦਿੱਤਾ ਜਾਂਦਾ ਹੈ। ਸਵਾਮੀਨਾਥਨ ਕਹਿੰਦਾ ਹੈ ਕਿ 50% ਉਹਨੂੰ ਉਹਦੇ ਤੇ ਵੱਧ ਦਿੱਤਾ ਜਾਵੇ। ਸੋ ਜੇ ਕਿਸਾਨ ਨੂੰ ਭਾਅ ਉਹਦੀ ਕਾਸਟ ਕੈਲਕੂਲੇਟ ਕਰਕੇ ਜਿੰਨੀ ਉਹਦੇ ਤੇ ਖਰਚੇ ਆਉਂਦੇ ਨੇ ਤੇ ਥੋੜਾ ਜਿਹਾ ਵੱਧ ਦਿੱਤਾ ਜਾਏ ਤਾਂ ਉਹਦੀ ਜਿਹੜਾ ਵੱਧ ਦਿੰਦੇ ਉਹੀ ਆਮਦਨ ਹੈ, ਖਰਚੇ ਤੇ ਉਹਦੇ ਪਹਿਲਾਂ ਹੋ ਗਏ। ਸੋ ਇਸ ਕਰਕੇ ਮੈਂ ਸਮਝਦਾ ਕਿ ਕਿਸਾਨ ਨੂੰ ਉਹਦੀ ਲਾਗਤ ਤੇ ਉਹਦੇ ਉੱਤੇ ਆਮਦਨ ਜ਼ਰੂਰ ਹੋਣੀ ਚਾਹੀਦੀ ਹੈ, ਕੋਈ ਕਿੱਤਾ ਘਾਟੇਵੰਦ ਨਹੀਂ ਹੋਣਾ ਚਾਹੀਦਾ। ਸੋ ਮਿਨੀਮਮ ਜਿਹੜੀ ਸਪੋਰਟ ਪ੍ਰਾਈਸ ਹੈ ਉਹ ਕਿਸਾਨ ਨੂੰ ਮਿਲਣੀ ਚਾਹੀਦੀ ਹੈ, ਅਦਰਵਾਈਜ਼ ਕਿਸਾਨ ਖੇਤੀ ਵਿੱਚ ਸਰਵਾਈਵ ਨਹੀਂ ਕਰ ਸਕਦਾ। ਸੋ ਜੇ ਗਵਰਨਮੈਂਟ ਨੇ ਕਿਸੇ ਸਟੇਜ ਤੇ ਫੈਸਲਾ ਕੀਤਾ ਕਿ 23 ਕਮੋਡਿਟੀ ਦੀ ਮਿਨੀਮਮ ਸਪੋਰਟ ਪ੍ਰਾਈਸ ਅਨਾਉਂਸ ਕਰਨੀ ਆ ਤਾਂ ਉਹਨਾਂ ਨੂੰ ਇਨਸ਼ੋਰ ਵੀ ਕਰਨਾ ਚਾਹੀਦਾ ਕਿ ਉਹਦੇ ਤੇ ਖਰੀਦਦਾਰੀ ਹੋਵੇ। ਹੁਣ ਇਹ ਲਾਜਿਕ ਬਹੁਤ ਸਾਰੇ ਲੋਕ ਦਿੰਦੇ ਨੇ ਕਿ ਜੇ ਮੰਡੀ ਵਿੱਚ ਕੀਮਤਾਂ ਘਟ ਗਈਆਂ ਤੇ 23 ਕਮੋਡਿਟੀ ਦੀ ਕੀਮਤ ਜ਼ਿਆਦਾ ਦੇਤੀ ਤੇ ਫਿਰ ਸਰਕਾਰ ਦੇ ਉੱਤੇ ਬਰਡਨ ਬਹੁਤ ਪਵੇਗਾ। ਠੀਕ ਹੈ, ਹੁਣ ਬੈਂਕਾਂ ਦੇ ਕਰਜ਼ੇ ਜਿਹੜੇ ਨੇ ਜਦੋਂ ਕਾਰਪੋਰੇਟ ਸੈਕਟਰ ਨਹੀਂ ਦੇ ਸਕਦਾ ਤਾਂ ਉਦੋਂ ਗਵਰਨਮੈਂਟ ਜਿਹੜੀ ਆ ਉਹਨਾਂ ਦੇ ਕਰਜ਼ੇ ਰਾਈਟ ਆਫ ਕਰਦੀ ਆ, ਕਿਹਦੇ ਵਾਸਤੇ? ਕਿ ਬਿਜ਼ਨਸ ਵਿੱਚ ਖੜੋਤ ਨਾ ਆਵੇ, ਬਿਜ਼ਨਸ ਪਿੱਛੇ ਨਾ ਚਲਾ ਜਾਵੇ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਦੋਂ ਫਸਲ ਦੀ ਸਰਪਲਸ ਆਊਟਪੁੱਟ ਹੋ ਜਾਂਦੀ ਹੈ ਤਾਂ ਵਿਕਦੀ ਨਹੀਂ ਹੈ ਤਾਂ ਗਵਰਨਮੈਂਟ ਖਰੀਦ ਲੈਂਦੀ ਹੈ ਤੇ ਬਾਹਰਲੇ ਮੁਲਕਾਂ 'ਚ ਮੁਫਤ ਦੇ ਦਿੰਦੀ ਹੈ। ਕਈ ਵਾਰੀ ਉਹ ਸਮੁੰਦਰ ਸੁੱਟ ਦਿੰਦੇ ਨੇ ਖਰੀਦ ਕੇ ਜੇ ਉਹਦੀ ਵਰਤੋਂ ਨਾ ਹੋ ਸਕਦੀ ਹੋਵੇ। ਸੋ ਕਿਸਾਨੀ ਨੂੰ ਸਪੋਰਟ ਕਰਨ ਵਾਸਤੇ ਉਹਨੂੰ ਭਾਅ ਠੀਕ ਦੇਣੇ ਬਹੁਤ ਲਾਜ਼ਮੀ ਆ, ਨਹੀਂ ਤਾਂ ਕਿਸਾਨੀ ਖਤਮ ਹੋ ਜਾਏਗੀ। ਸੋ ਮੇਰੀ ਅੰਡਰਸਟੈਂਡਿੰਗ ਹੈ ਕਿ ਉਹਨਾਂ ਨੂੰ ਭਾਅ ਦੇਣਾ ਚਾਹੀਦਾ ਜੇ ਤੁਸੀਂ ਅਨਾਉਂਸ ਕਰਦੇ ਆ। MSP ਮਿਲਣਾ ਚਾਹੀਦਾ। ਤੇ ਸਰ ਸਾਡੇ ਕੋਲ ਇੱਕ ਹੋਰ ਸਵਾਲ ਹੈ ਪਲਵਿੰਦਰ ਖਹਿਰਾ ਜੀ ਦਾ। ਇਹ ਕਹਿੰਦੇ ਨੇ ਕਿ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਲਾਅ ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤੇ FCI ਦੀ ਗੱਲ ਵੀ ਕੀਤੀ ਜਾਂਦੀ ਹੈ ਤੇ ਅੱਜ ਕੱਲ FCI ਨੂੰ ਕਹਿੰਦੇ ਵੀ ਸਕ੍ਰੈਪ ਕਰ ਦੇਣਾ ਜਾਂ ਇਹਨੂੰ ਖਤਮ ਕਰ ਦਿੱਤਾ ਜਾਏਗਾ। ਤੇ ਇਹ ਕਹਿੰਦੇ ਕਿ ਫਿਰ ਗਰੀਬਾਂ ਦਾ ਕੀ ਬਣੇਗਾ ਜਿਹੜੇ ਉਸ ਫੂਡ ਤੇ ਡਿਪੈਂਡ ਕਰਦੇ ਨੇ, ਉਹਨਾਂ ਦੀ ਜੀਵਨ ਜਿਹੜਾ ਉੱਤੇ ਹੈ, ਉਹਨਾਂ ਨੂੰ ਫੂਡ ਮਿਲੇਗਾ ਤੇ ਉਹਨਾਂ ਨੂੰ ਕੁਝ ਖਾਣ ਨੂੰ ਮਿਲੇਗਾ, ਤੇ ਇਹਦਾ ਕੀ ਗਰੀਬਾਂ ਦੇ ਲਈ ਵੀ ਇਹ ਘਾਤਕ ਹੈ ਕਾਨੂੰਨ? ਦੇਖੋ, ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਪਾਸ ਹੋਇਆ ਸੀਗਾ UPA ਦੇ ਟਾਈਮ ਤੇ, ਉਹਦੇ ਮੁਤਾਬਕ 70% ਜਿਹੜੇ ਪਿੰਡਾਂ ਦੇ ਰਹਿਣ ਵਾਲੇ ਲੋਕ ਨੇ ਤੇ 50% ਜਿਹੜੇ ਸ਼ਹਿਰਾਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਸਸਤੀ ਦਰ ਤੇ ਅਨਾਜ ਦੇਣਾ ਹੈ, ਜਿਹੜਾ ਮੌਜੂਦਾ ਗਵਰਨਮੈਂਟ ਨੇ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ। ਜੇ ਉਹਨਾਂ ਨੂੰ ਠੀਕ ਤਰ੍ਹਾਂ ਇਸ ਐਕਟ ਨੂੰ ਲਾਗੂ ਕੀਤਾ ਜਾਵੇ ਤਾਂ 50-60 ਮਿਲੀਅਨ ਟਨ ਜਿਹੜਾ ਅਨਾਜ ਆ ਸਾਲਾਨਾ ਉਹ PDS ਜਾਏਗਾ। ਤਾਂ ਫਿਰ ਜਿਹੜੇ ਕਹਿ ਰਹੇ ਨੇ ਕਿ ਸਾਡੇ ਕੋਲ ਇੰਨਾ ਭੰਡਾਰਨ ਹੋ ਗਿਆ, ਨਹੀਂ ਇਸ ਤਰ੍ਹਾਂ ਬਣੇਗਾ। ਸੋ ਮੈਂ ਸਮਝਦਾ ਕਿ ਸਾਡੇ ਵਰਗੇ ਮੁਲਕ ਵਿੱਚ ਔਰ ਸਾਰੀ ਦੁਨੀਆ 'ਚ ਇਹ ਕੰਸੈਂਸਸ ਹੈ, UN ਦੀਆਂ ਰਿਪੋਰਟਾਂ ਨੇ
ਕਿ ਅਨਾਜ ਇੱਕ ਐਸੀ ਵਸਤੂ ਹੈ ਜਿਹੜੀ ਹਰ ਮੁਲਕ ਵਿੱਚ ਉਪਲਬਧ ਹੋਣੀ ਚਾਹੀਦੀ ਹੈ, ਤੇ ਬਲਕ ਵਾਲੀ ਕਮੋਡਿਟੀ ਆ, ਟਰਾਂਸਪੋਰਟ ਕਰਨਾ ਔਖਾ ਹੈ, ਬਾਹਰੋਂ ਇੰਪੋਰਟ ਕਰੋਗੇ ਤਾਂ ਟਰਾਂਸਪੋਰਟ ਕਾਸਟ ਬਹੁਤ ਆਉਂਦੀ ਹੈ, ਟਾਈਮ ਵੀ ਲੱਗ ਜਾਂਦਾ ਹੈ। तो इस करके फूड की सिक्योरिटी मेनटेन करना गवर्नमेंट की प्राइमरी जिम्मेवारी है। तो साडे मुल्क दे विच क्योंकि 67% लोग ऐसे बनते जिन्होंने अनाज देना चाहिए नैशनल फूड सिक्योरिटी एक्ट के मुताबिक, तो ये सिलसिला जारी रहना चाहिए है। FCI दे विच जे कोई निगार है, जो मुश्किल है, जो करप्शन है, जां उहदा भंडारीकरण ठीक नहीं हो रहा, तो उन्होंने ठीक करना चाहिए है, ना कि ये काम प्राइवेट सैक्टर नूं देना चाहिए। सो इस करके FCI भी रखनी चाहिए है और पब्लिक डिस्ट्रीब्यूशन सिस्टम मेनटेन रहना चाहिए, सरपत का भला होना चाहिए जी, सरबत ਦਾ ਭਲਾ ਹੋਣਾ ਚਾਹੀਦਾ ਹੈ। ਤੇ ਸਰ ਇੱਕ ਲਾਸਟ ਸਵਾਲ ਹੈ ਇੱਥੇ ਕਿ ਜਿੱਦਾਂ APMC ਦੀ ਗੱਲ ਕੀਤੀ ਜਾਂਦੀ ਹੈ ਕਿ APMC ਆਪਾਂ ਖਤਮ ਕਰ ਦਈਏ, ਤੇ ਇੱਕ ਸਵਾਲ ਆਇਆ ਕਿ ਜਿੱਦਾਂ ਬਿਹਾਰ ਦਾ ਹਾਲ ਹੈ ਕਿ ਪੰਜਾਬ ਤੇ ਹਰਿਆਣਾ ਵੀ ਉਸੇ ਰਾਹ ਤੇ ਤੁਰ ਪੈਣਗੇ। देखो ये वास्ते सानू बिहार की स्टडी ते सपोर्ट करती है कि उत्थे भाव डिग गए। पंजाब दे विच भी असीं देखिया इस साल मौजूदा साल दे विच इस तो पहला सूरजमुखी के बीज नाल हुंदा सीगा, होर कई फसलों नाल हो चुकिया है, दालों नाल भी हो चुकिया। इस साल लोगों ने पंजाब एग्रीकल्चर यूनिवर्सिटी की सिफारिश से कई लोगों ने मक्की बीजी, उसका झाड़ वधिया, मशीनरी भी कई लोगों ने खरीदी, लेकिन जो मंडी च फसल आई तो मिनीमम सपोर्ट प्राइस 1850 रुपए है, मंडी च उन्होंने भाव 900 रुपये 1200 रुपये क्विंटल मिलता है। सो इस करके जे मिनीमम सपोर्ट प्राइस अनाउंस भी होंगी है तो मंडी में उसका खरीददार कोई नहीं है, बावजूद APMC मंडी एग्जिस्ट करती है, तो भी किसानों को मुल नहीं मिलना। इस करके 3 चीज़ां लाजमी ने किसी किसान की फसल विकण वास्ते। नंबर 1 घट्टो घट्ट समर्थन मुल होवे, नंबर 2 सरकारी मंडी होवे, नंबर 3 सरकार उहदी खरीद वास्ते लोड़ींदा प्रबंध करे। जे नहीं हुंदा तां किसान नूं मिनीमम सपोर्ट प्राइस नहीं मिलती। बिहार का मॉडल फेल है, गुजरात का मॉडल फेल है इस मामले दे विच, और जिथे किते पंजाब विच भी सरकार नहीं खरीदती कणक झोने तो बगैर, उत्थे भी ये फेलर असीं नोट कर चुके हैं। जी, मैनूं लगदा है कि जिन्ने सवाल सीगे वो सारे इत्थे कवर हो गए है ते डॉक्टर जगतार जी, साहब ने बड़ा ही एक सवाल सानू WhatsApp ਦੇ ਥਰੂ ਆਇਆ ਹੋਇਆ, ਔਰ WhatsApp ਤੇ ਜਿਹੜਾ ਨੇਚਰ ਆਫ ਪ੍ਰੈਜ਼ੈਂਟ ਮੂਮੈਂਟ ਸਰ ਨੇ ਦੱਸਿਆ ਹੋਇਆ, ਉਹਦੇ ਤੇ ਇੱਕ ਸਵਾਲ ਆਇਆ ਕਿ ਸਰ ਨੇ ਜਿਵੇਂ ਦੱਸਿਆ ਕਿ ਸਟੇਟਸ ਦੇ ਅਧਿਕਾਰ ਜਿਹੜੇ ਨੇ ਉਹ ਇੰਨੇ ਵੱਡੇ ਪੱਧਰ ਤੇ ਘੱਟ ਹੋ ਰਹੇ ਨੇ, ਪਰ ਫਿਰ ਵੀ ਸਟੇਟਸ ਦੀਆਂ ਐਜੀਟੇਸ਼ਨਸ, ਜਿੱਦਾਂ ਸਰਕਾਰਾਂ ਦੀਆਂ ਐਜੀਟੇਸ਼ਨਸ ਸਟੇਟਸ ਦੀ ਸਰਕਾਰਾਂ ਦੀਆਂ, ਉਹ ਉਸ ਲੈਵਲ ਤੇ ਨਹੀਂ ਦਿਖ ਰਹੀਆਂ। ਇਹਦਾ ਕੀ ਕਾਰਨ ਹੋ ਸਕਦਾ ਹੈ? ਇਹਦਾ ਕਾਰਨ ਇਹ ਹੈ ਕਿ ਜੇ ਤੁਸੀਂ ਦੇਖੋ 70s ਤੱਕ 1950 ਤੋਂ ਲੈ ਕੇ 70s ਤੱਕ 70 ਦੇ ਦੌਰ ਦੇ ਵਿੱਚ ਐਜੂਕੇਸ਼ਨ ਜਿਹੜੀ ਹੈ ਉਹਨੂੰ ਇਹਨਾਂ ਨੇ ਸਟੇਟ ਲਿਸਟ ਚੋਂ ਕੱਢ ਕੇ ਕਨਕਰੈਂਟ ਲਿਸਟ 'ਚ ਪਾਇਆ ਹੈਗਾ। ਸੋ ਜਿਹੜੀਆਂ ਲਗਾਤਾਰ ਅਮੈਂਡਮੈਂਟਸ ਹੋ ਰਹੀਆਂ ਨੇ ਉਹ ਸਟੇਟਾਂ ਤੋਂ ਜਿਹੜੀਆਂ ਪਾਵਰਸ ਲੈ ਕੇ ਸੈਂਟਰ ਨੂੰ ਜਾ ਰਹੀਆਂ ਨੇ, ਤੇ ਪੰਜਾਬ ਦੇ ਵਿੱਚ ਅਕਾਲੀ ਦਲ, ਜੰਮੂ ਕਸ਼ਮੀਰ ਦੇ ਵਿੱਚ ਪਾਰਟੀਆਂ, ਦੱਖਣ ਦੇ ਵਿੱਚ ਜਿਹੜੀਆਂ ਕੇਰਲਾ, ਤਾਮਿਲਨਾਡੂ, ਪੱਛਮ ਦੇ ਵਿੱਚ ਵੈਸਟ ਬੰਗਾਲ ਦੀਆਂ ਪਾਰਟੀਆਂ ਤੇ ਗੌਰਮੈਂਟ ਲਗਾਤਾਰ ਇਹਦੇ ਤੇ ਗੱਲਬਾਤ ਕਰਦੀਆਂ ਰਹੀਆਂ ਨੇ। ਤੁਹਾਨੂੰ ਪਤਾ ਹੋਣਾ ਕਿ ਜਿਹੜੇ ਪੰਜਾਬ ਦੇ ਵਿੱਚ 1980s ਵਿੱਚ ਚੱਲਿਆ ਸੀਗਾ, ਜਿਸ 'ਚ ਅਨੰਦਪੁਰ ਸਾਹਿਬ ਦਾ ਮਤਾ ਬੁਨਿਆਦੀ ਤੌਰ ਤੇ ਸੀਗਾ, ਉਹ ਮੋਰ ਪਾਵਰ ਟੂ ਦਾ ਸਟੇਟ ਸੀਗਾ, ਤੇ ਉਹਦੇ ਬਾਅਦ ਜਿਹੜੀਆਂ ਸਟੇਟ ਗੌਰਮੈਂਟਾਂ ਦੀਆਂ ਲੀਡਰਸ਼ਿਪਸ ਨੇ ਉਹਨਾਂ 'ਚ ਟਰਾਂਸਫਰਮੇਸ਼ਨ ਆਉਂਦੀ ਹੈ, ਉਹ ਵੀ ਪੈਸੇ ਕਮਾਉਣ 'ਚ ਲੱਗ ਜਾਂਦੀਆਂ ਨੇ, ਜਿਹੜੇ ਲੋਕਲ ਮੁੱਦੇ ਨੇ ਉਹਨਾਂ ਨੂੰ ਛੱਡਣ ਲੱਗ ਜਾਂਦੀਆਂ ਨੇ, ਉਹਨਾਂ ਤੇ ਤਸ਼ੱਦਦ ਵੱਧ ਹੁੰਦਾ ਹੈ, ਤੇ ਹੌਲੀ ਹੌਲੀ ਜਿਹੜੇ ਉਹ ਲੀਡਰ ਨੇ ਛੱਡਣ ਲੱਗ ਜਾਂਦੇ ਨੇ। ਲੇਕਿਨ ਇਸ ਮੂਵਮੈਂਟ ਨੇ ਫਿਰ ਅਹਿਸਾਸ ਉਹਨਾਂ ਨੂੰ ਥੋੜ੍ਹਾ ਦਿਵਾਤਾ ਹੈ। ਤੁਹਾਨੂੰ ਪਤਾ ਕਿ ਜਿਹੜੀ ਧਾਰਾ 370 ਦਾ ਖਾਤਮਾ ਹੋਇਆ, ਸਾਰੇ ਪੰਜਾਬ ਦੇ ਸਾਰੇ ਸੂਬੇ ਜ਼ਿਲ੍ਹਿਆਂ ਦੇ ਵਿੱਚ ਇਹਦੇ ਖਿਲਾਫ ਪ੍ਰੋਟੈਸਟ ਹੋਏ ਸੀਗੇ। ਸੋ ਲੋਕਾਂ ਦੇ ਵਿੱਚ ਭਾਵਨਾ ਹੈ ਕਿ ਸਟੇਟਾਂ ਤਾਕਤਵਰ ਹੋਣੀਆਂ ਚਾਹੀਦੀਆਂ ਨੇ, ਪਾਰਟੀਆਂ ਛੱਡ ਗਈਆਂ। ਅਕਾਲੀ ਦਲ ਨੇ ਆਰਟੀਕਲ 370 ਦੇ ਖਾਤਮੇ ਵਾਸਤੇ ਵੋਟ ਪਾਈ, ਇਹਨਾਂ ਕਾਨੂੰਨਾਂ ਦੇ ਹੱਕ 'ਚ ਵੋਟ ਪਾਈ, ਲੇਕਿਨ ਜਦੋਂ ਕਿਸਾਨਾਂ ਦਾ ਪ੍ਰੈਸ਼ਰ ਪਿਆ ਉਹ ਛੱਡ ਕੇ ਬਾਹਰ ਆ ਗਏ, ਤੇ ਹੁਣ ਉਹ ਕਹਿੰਦੇ ਨੇ ਕਿ ਜਿਹੜੀਆਂ ਸਟੇਟ ਅਟਾਨਮੀ ਹੋਣੀ ਚਾਹੀਦੀ ਹੈ ਤੇ ਆਪਣਾ ਮੁੱਦਾ ਜਿਹੜਾ ਦੁਬਾਰਾ ਫੜਨ ਦੇ ਚੱਕਰ 'ਚ ਨੇ। ਸੋ ਮੈਂ ਸਮਝਦਾ ਕਿ ਐਜੀਟੇਸ਼ਨ ਇੱਕ ਰਿਮਾਈਂਡਰ ਹੈ ਕਿ ਜਿਹਦੇ ਨਾਲ ਜਿਹੜੇ ਸਟੇਟਾਂ ਦੇ ਅਧਿਕਾਰ ਖਤਮ ਹੋਏ ਨੇ ਉਹਨਾਂ ਦੀ ਰਿਵਾਈਵਲ ਦੀ ਪੋਸੀਬਿਲਿਟੀ ਜਿਹੜੀ ਹੈ ਉਹ ਬਣ ਸਕਦੀ ਹੈ। ਜੀ, ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਦੀ ਵੀ ਉਨੀ ਭੂਮਿਕਾ ਹੈ ਇਹ ਸਾਰੇ ਜੋ ਵੀ ਇਹ ਵਰਤਾਰਾ ਚੱਲ ਰਿਹਾ ਹੈ। ਤੇ ਸਰ ਮੈਨੂੰ ਲੱਗਦਾ ਕਿ ਹੁਣ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਵੀ ਜਵਾਬ ਮਿਲੇ ਨੇ, ਬੜੀ ਡੈਪਥ ਦੇ ਵਿੱਚ ਤੁਸੀਂ ਜਾ ਕੇ
ਇਹ ਬਿੱਲ ਦੀ ਇੱਕ ਇੱਕ ਲਾਈਨ ਤੇ ਇਹਦੀ ਕੀ ਪ੍ਰਭਾਵ ਪੈ ਸਕਦਾ ਹੈ ਤੇ ਦੱਸਿਆ, ਤੇ ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹਾਂਗਾ, ਸਰ ਨੂੰ ਗੁਜ਼ਾਰਿਸ਼ ਹੈ ਕਿ ਜਿਵੇਂ ਹੀ ਇਹ ਜਿਹੜੀ ਲੜੀ ਹੈ ਸੰਪੂਰਨ ਹੋਏਗੀ ਤੇ ਇਸ ਲੜੀ ਤੋਂ ਬਾਅਦ ਇਹਨੂੰ ਅਸੀਂ ਰਿਟਨ ਫਾਰਮ ਦੇ ਵਿੱਚ ਲੈ ਕੇ ਤੇ ਇੱਕ ਕਿਤਾਬ ਦੇ ਫਾਰਮ ਦੇ ਵਿੱਚ ਲੈ ਕੇ ਆਵਾਂਗੇ, ਤਾਂ ਜੋ ਕਿ ਇਹਨੂੰ ਹੋਰ ਵੀ ਜ਼ਿਆਦਾ ਵੰਡਿਆ ਜਾਏ ਤੇ ਇਹ ਜਿਹੜਾ ਗਿਆਨ ਦਾ ਜਿਹੜਾ ਸਰੋਤ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਾਇਆ ਜਾਏ। ਸਰ ਤੁਹਾਡਾ ਤੁਸੀਂ ਸਮਾਂ ਕੱਢਿਆ, ਤੁਸੀਂ ਟੋਰਾਂਟੋ ਤੋਂ ਜੁੜੇ ਹੋ, ਬੜੀ ਵੱਡੀ ਗੱਲ ਹੈ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਹੈ। ਜੇ ਕੈਂਪ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਹਾਂਜੀ ਸਰ, ਕੈਂਸਰ ਵੀ ਅਕਸਰ ਹੀ ਵੈਬੀਨਾਰ ਦੇ ਵਿੱਚ ਸ਼ਮੂਲਤ ਕਰਦੇ ਹੀ ਨੇ, ਸੋ ਸਰ ਤੁਸੀਂ ਬੋਲ ਸਕਦੇ ਹੋ ਕੈਂਸਰ। ਮੈਂ ਜੀ ਬਹੁਤ ਹੀ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸੁੱਚਾ ਸਿੰਘ ਹੋਰਾਂ ਦਾ, ਬਹੁਤ ਹੀ ਡਿਟੇਲ ਤਰੀਕੇ ਦੇ ਨਾਲ ਉਹਨਾਂ ਦੱਸਿਆ ਹੈ ਕਿ ਇਹਨਾਂ ਜਿਹੜੇ ਕਾਨੂੰਨ ਹੈਗੇ ਨੇ ਕਿਸ ਤਰ੍ਹਾਂ ਇਹ ਨਾ ਕੇਵਲ ਕਿਸਾਨਾਂ ਨੂੰ ਬਾਕੀ ਸਾਰੀ ਜਨਤਾ ਨੂੰ ਕਿਸ ਤਰ੍ਹਾਂ ਇਹ ਨੁਕਸਾਨ ਪਹੁੰਚਾਉਣਗੇ। ਬਹੁਤ ਬਹੁਤ ਧੰਨਵਾਦ। ਮੈਂ ਦੋ ਗੱਲਾਂ ਹੋਰ ਕਰਨਾ ਚਾਹਾਂਗਾ। ਇਸ ਆਪਣੇ ਜਿਹੜਾ ਕਿ ਗਵਰਨਮੈਂਟ ਨੇ ਸੁਪਰੀਮ ਕੋਰਟ ਨੂੰ ਇਸ ਦੇ ਵਿੱਚ ਲੈ ਆਂਦਾ ਹੈ, ਉਹ ਐਕਚੁਅਲੀ ਆਪਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਤੇ ਸੁਣਨਾ ਚਾਹੁੰਦੇ ਨੇ। ਇਸ ਵਿਸ਼ੇ ਤੇ ਮੇਰੇ ਮੈਨੂੰ ਦੋ ਕੀ ਕਹਿੰਦੇ ਨੇ YouTube ਔਰ ਫੇਸ ਤੇ ਜਾਣਕਾਰੀ ਮਿਲੀ ਹੈ, ਜਿਹੜੇ ਕਿ ਟੌਪ ਰੈਂਕਿੰਗ ਆਪਣੇ ਮਾਰਕੰਡੇ ਕਾਰਟਿਊ ਹੋਰਾਂ, ਜਸਟਿਸ ਮਾਰਕੰਡੇ ਕਾਰਟਿਊ ਹੋਰਾਂ ਨੇ ਆਪਣਾ ਕੀ ਕਹਿੰਦੇ ਬਿਆਨ ਦਿੱਤਾ ਹੈ, ਔਰ ਫੇਸਬੁੱਕ ਤੇ ਤੁਹਾਨੂੰ ਮਿਲ ਜਾਏਗਾ। ਉਹਨਾਂ ਪੂਰੀ ਜੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਉਹਨਾਂ ਕਿਹਾ ਹੈ ਕਿ ਜਿਹੜੀ ਇਹ ਸੁਪਰੀਮ ਕੋਰਟ ਨੇ ਜਿਸ ਕਿਸਮ ਦਾ ਕਮੇਟੀ ਬਣਾਈ ਹੈ ਜਾਂ ਇਹ ਕਾਨੂੰਨਾਂ ਨੂੰ ਕਿਹਾ ਕਿ ਪੈਂਡਿੰਗ ਰੱਖ ਛੱਡਿਆ ਹੋਵੇ, ਪਹਿਲੀ ਗੱਲ ਤੇ ਇਹ ਸੁਪਰੀਮ ਕੋਰਟ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਸੁਪਰੀਮ ਕੋਰਟ ਨੂੰ ਚਾਹੀਦਾ ਤੇ ਇਹ ਸੀ ਕਿ ਕਨਸਟੀਟਿਊਸ਼ਨਲ ਵਿਊ ਪੁਆਇੰਟ ਦੇ ਨਾਲ ਇਹ ਦੇਖਦੀ ਸੁਪਰੀਮ ਕੋਰਟ ਕਿ ਇਹ ਕਾਨੂੰਨ ਸਹੀ ਨੇ ਜਾਂ ਗਲਤ ਨੇ। ਉਸ ਦੇ ਇਲਾਵਾ ਸੁਪਰੀਮ ਕੋਰਟ ਨੂੰ ਜਿਹੜਾ ਦਖਲ ਦਿੱਤਾ ਉਸਨੇ ਕਿ ਇਸ ਨੂੰ ਸਥਗਿਤ ਕਰ ਦਿਓ, ਉਸਦਾ ਤੇ ਕੋਈ ਮਤਲਬ ਹੀ ਨਹੀਂ ਬਣਦਾ। ਤੇ ਸੋ ਇਸ ਕਰਕੇ ਉਹਨਾਂ ਵੀ ਇਸ ਦੀ ਬੜੀ ਨਿਖੇਧੀ ਕੀਤੀ ਹੈ ਕਿ ਸੁਪਰੀਮ ਕੋਰਟ ਨੇ ਠੀਕ ਕੰਮ ਨਹੀਂ ਕੀਤਾ, ਔਰ ਇਹ ਸੁਪਰੀਮ ਕੋਰਟ ਨੂੰ ਜੋ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਉਸਨੇ ਨਹੀਂ ਨਿਭਾਈ ਹੈ। ਇਸੇ ਤਰ੍ਹਾਂ ਦੂਸਰਾ ਇੱਕ YouTube ਤੇ ਮੈਨੂੰ ਜਾਣਕਾਰੀ ਮਿਲੀ ਹੈ, ਜਿਹੜੇ ਇਹ ਵਕੀਲ ਪੇਸ਼ ਹੋਏ ਸਨ ਦਾਵੇ ਜੀ ਕਿਸਾਨਾਂ ਵੱਲੋਂ, ਉਹਨਾਂ ਆਪਣੇ ਕਰਨ ਥਾਪਰ ਨੇ ਉਹਨਾਂ ਦਾ ਇੰਟਰਵਿਊ ਲਿਆ ਹੋਇਆ ਹੈ YouTube ਤੇ। ਉਸ ਡਿਟੇਲ ਦੇ ਵਿੱਚ ਤੁਸੀਂ ਵੇਖਣਾ ਚਾਹੋ ਕਿ ਐਗਜ਼ੈਕਟਲੀ ਕੀ ਹੋਇਆ ਸੁਪਰੀਮ ਕੋਰਟ ਦੇ ਵਿੱਚ, ਉਹ ਬੜੀ ਡਿਟੇਲ ਦੇ ਨਾਲ ਇਸ ਦੇ ਬਾਰੇ ਗੱਲ ਕਰਦੇ ਨੇ। ਉਹ ਵੀ ਇਹੀ ਕਹਿੰਦੇ ਨੇ ਕਿ ਕਾਨੂੰਨ ਜਿਹੜੇ ਉਹ ਤੇ ਖੈਰ ਕਿਉਂਕਿ ਉਹ ਕਿਸਾਨਾਂ ਵੱਲੋਂ ਪੇਸ਼ ਹੋਏ ਸਨ, ਔਰ ਉਹਨਾਂ ਇਹੀ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਨੇ ਠੀਕ ਨਹੀਂ ਕੀਤਾ। ਇਹ ਗੌਰਮੈਂਟ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੀ, ਔਰ ਇਹ ਸੁਪਰੀਮ ਕੋਰਟ ਤੇ ਆਪਣਾ ਕੀਨਾ ਕੰਧੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀ ਹੈ। ਸੋ ਪਹਿਲੀ ਗੱਲ ਤੇ ਇਹ ਆਪਣੀ ਜਿਹੜੀ ਕਿਸਾਨ ਮੂਵਮੈਂਟ ਹੈ ਇਸ ਨੂੰ ਸਫਲਤਾ ਮਿਲੇ, ਇਹੀ ਅਰਦਾਸ ਕਰਦੇ ਹਾਂ। ਥਾਂ ਤੇ ਇਹੀ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਇਹੀ ਇਸੇ ਕਿਸਮ ਦੀ ਪ੍ਰਾਰਥਨਾ ਹੋਦੀਆਂ ਨੇ ਕਿ ਜਿਹੜੇ ਉੱਥੇ ਸਾਡੇ ਬਜ਼ੁਰਗ ਬੈਠੇ ਹੋਏ ਨੇ, ਮਾਤਾਵਾਂ ਭੈਣਾਂ ਬੱਚੇ ਬੈਠੇ ਹੋਏ ਨੇ, ਦਾਤਾ ਉਹਨਾਂ ਨੂੰ ਬਹੁਤ ਅੱਛੇ ਵਾਹਿਗੁਰੂ ਜੀ ਕਾ ਖਾਲਸਾ ਜੀ। ਕੈਂਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੇ ਕੱਲ ਦੇ ਬਾਰੇ ਦੇ ਵਿੱਚ ਮੈਂ ਢਿੱਲੋਂ ਸਰ 2 ਮਿੰਟ ਦੇ ਵਿੱਚ ਆਪਣਾ ਖਤਮ ਕਰਨਾ। ਨਹੀਂ ਬਸ ਮੈਂ 1 ਮਿੰਟ ਚ ਮੈਂ ਤੇ ਇਹ ਕਹਿਣਾ ਵੀ ਮੈਂ ਹੈਗਾ ਤੇ ਬੇਸਿਕਲੀ ਕਿਸਾਨ, ਫਿਰ ਜਵਾਨ ਤੇ ਮੈਂ ਵਾਪਸ ਕਿਸਾਨ ਹੈ। ਤੁਹਾਨੂੰ ਪਤਾ ਹੀ ਹੈ ਮੈਂ ਆਰਮੀ ਚੋਂ ਰਿਟਾਇਰ ਹੋਇਆ 48 ਸਾਲ ਸਰਵਿਸ ਕਰਕੇ, ਤੇ ਮੈਂ ਹੁਣ ਦੁਬਾਰਾ ਪਿੰਡਾਂ 'ਚ ਆ ਕੇ ਤੁਹਾਨੂੰ ਪਤਾ ਕਿਹੜੀ ਯੂਨੀਵਰਸਿਟੀ ਜਿਹੜੀ ਪਿੰਡਾਂ ਦੇ ਵਿੱਚ ਯੂਨੀਵਰਸਿਟੀ ਖੇਤਾਂ 'ਚ ਅੱਜ ਮੇਰੇ ਜਿੰਨੇ ਕੁਛ ਨਹੀਂ ਸੀ ਸਮਝ ਆਇਆ ਉਹ ਅੱਜ ਡਾਕਟਰ ਸਾਹਿਬ ਨੇ ਟੋਰਾਂਟੋ ਤੋਂ ਬਹਿ ਕੇ ਵੀ ਕੋਈ ਪਿੱਛੇ ਮੈਂ ਉੱਥੇ ਸਰੀ ਵੀ ਰਹਿ ਕੇ ਆਇਆ 3 ਮਹੀਨੇ, ਪਰ ਅੱਜ ਦਾ ਮੇਰੇ ਲਈ ਬਹੁਤ ਲਾਈਟਨਿੰਗ ਹੈ। ਖਾਸ ਕਰਕੇ ਤੁਸੀਂ ਦੋਨਾਂ ਨੇ ਵੀ ਮੈਨੂੰ ਸ਼ਾਮੀ ਬਰੀਫ ਕਰਕੇ
मैं पहली बार शायद वो डिफेंस वैबीनार तो बाद मैं दूसरा वैबीनार अटेंड कर रहा। थैंक यू वेरी मच। मैं खुद ਅੱਜ ਬਹੁਤ ਐਜੂਕੇਟ ਹੋਇਆ। ਡਾਕਟਰ ਸਾਹਿਬ ਥੈਂਕ ਯੂ, ਤੁਸੀਂ ਟੋਰਾਂਟੋ ਤੋਂ ਦਰਸ਼ਨ ਦਿੱਤੇ। ਤੁਹਾਡਾ ਹੀ ਵੀਡੀਓ ਜਿਹੜਾ ਤੁਸੀਂ ਆਰਗੇਨਾਈਜ਼ ਕਰ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਸ਼ੁਕਰੀਆ ਸਰ, ਸ਼ੁਕਰੀਆ। ਤੇ ਮੈਂ ਅਨਾਉਂਸਮੈਂਟ ਕਰ ਰਿਹਾ ਸੀਗਾ ਕਿ ਕੱਲ ਦਾ ਜਿਹੜਾ ਇਸ ਲੜੀ ਦੇ ਅਧੀਨ ਕੱਲ ਨੂੰ ਜਿਹੜਾ ਵੈਬੀਨਾਰ ਹੈ ਉਹਦਾ ਜਿਹੜਾ ਸਮਾਂ ਦੁਪਹਿਰ 12 ਵਜੇ ਹੈ ਤੇ ਉਹਦੇ ਵਿੱਚ ਡਾਕਟਰ ਮਨਜੀਤ ਸਿੰਘ ਜਿਹੜੇ ਬਲੈਕ ਲਾਜ਼ ਜਿਹਨੂੰ ਆਪਾਂ ਕਹਿੰਦੇ ਆ, ਜਿਹੜੇ 3 ਲਾਜ਼ ਨੇ, ਇਹਨਾਂ ਦੀ ਇੰਪਲੀਕੇਸ਼ਨ ਦੇ ਬਾਰੇ ਵਿੱਚ ਗੱਲ ਕਰਨਗੇ। ਤੋਂ ਕੱਲ ਦਾ ਸੈਸ਼ਨ ਵੀ ਬੜਾ ਗਿਆਨ ਭਰਪੂਰ ਹੋਏਗਾ। ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜਿੱਥੇ ਤੁਸੀਂ ਅੱਜ ਜੁੜੇ ਹੋ ਆਪਣੇ ਨਾਲ ਹੋਰਾਂ ਨੂੰ ਵੀ ਜੋੜੋ, ਸੋ ਦੈਟ ਕਿ ਜਿਹੜਾ ਬੁੱਧੀਜੀਵੀ ਵਰਗ ਹੈ ਜਦੋਂ ਉਹ ਵੀ ਆਪਣੀ ਯੋਗ ਭੂਮਿਕਾ ਨਿਭਾਉਣੀ ਸ਼ੁਰੂ ਜਦੋਂ ਉਹਨੇ ਕੀਤੀ ਤੇ ਸਾਡੀ ਜਿੱਤ ਜਿਹੜੀ ਆ ਉਹ ਯਕੀਨੀ ਹੈ ਤੇ ਅਸੀਂ ਇਹਨੂੰ ਯਕੀਨੀ ਬਣਾ ਸਕਦੇ ਹਾਂ। ਸੋ ਆਪਣੇ ਪੱਧਰ ਤੇ ਲਿੰਕ ਵੀ ਸ਼ੇਅਰ ਕਰੋ, ਗੱਲਬਾਤ ਦੇ ਰਾਹੀਂ ਕਿਸੇ ਨੂੰ ਪ੍ਰੇਰੋ ਵੀ, ਸੋ ਦੈਟ ਕਿ ਵੱਧ ਤੋਂ ਵੱਧ ਸ਼ਮੂਲੀਅਤ ਇਹਨਾਂ ਵੈਬੀਨਾਰਾਂ ਦੇ ਵਿੱਚ ਹੋ ਸਕੇ। ਸੋ ਕੱਲ ਨੂੰ ਆਪ ਸਭ ਨੇ 12 ਵਜੇ ਜਿਹੜੀ ਜੁੜਨ ਦੀ ਹੈ ਉਹ ਕੋਸ਼ਿਸ਼ ਕਰਨੀ ਹੈ। 12 ਤੋਂ ਪਹਿਲਾਂ ਹੀ ਜੁੜਨਾ ਹੈ, ਸੋ ਦੈਟ ਕਿ ਅਸੀਂ ਆਪਣਾ ਜਿਹੜਾ